ਬੋਡੀ ਬਿਲਡਰ ਮਰ ਗਿਆ ਜਾਂ ਐਥਲੀਟ ਮਰ ਗਿਆ, ਸਟੀਰੋਇਡ ਲੈਂਦਾ ਸੀ, ਬਟ ਨੋਬਡੀ ਰੀਅਲੀ ਆਸਕਸ ਕਿ ਐਕਚੁਅਲ 'ਚ ਕੀ ਹੋਇਆ। ਆਪਣੀ ਐਡਵਿਲ ਦੀ ਸ਼ੀਸ਼ੀ ਘੁਮਾ ਕੇ ਦੇਖਿਓ ਤੇ ਲਿਖਿਆ ਹੋਇਆ ਪਹਿਲਾ ਸਾਈਡ ਇਫੈਕਟ ਲੀਵਰ ਡੈਮੇਜ। ਹਾਂ, ਸੋ ਜਾਂ ਫਿਰ ਉਹ ਬੰਦਾ ਕਹੂਗਾ ਕਿ ਇੱਦਾਂ ਨਹੀਂ ਗੱਲ ਬਣੀ, ਸਮਾਨ ਲੈਣਾ ਪੈਣਾ। ਹਾਂ ਵੀ ਜਿਹੜੇ 20 ਸਾਲ ਵਾਲੇ ਆ ਉਹਨਾਂ ਨੇ ਡੋਲੇ ਬਣਾਉਣੇ ਆ, 40 ਵਾਲਿਆਂ ਨੇ ਇਕੱਲਾ ਹੀ ਢਿੱਡ ਵਿੱਚ ਕਰਨਾ। ਜੇ ਤੁਸੀਂ ਵੈਜੀਟੇਰੀਅਨ ਹੋ ਜਾਂ ਅੰਮ੍ਰਿਤਧਾਰੀ ਹੋ, ਇਟਸ ਓਕੇ, ਤੁਸੀਂ ਪਲਾਂਟ ਬੇਸਡ ਓਮੇਗਾ ਲੈ ਸਕਦੇ ਹੋ, ਜ਼ਰੂਰੀ ਤੁਸੀਂ ਫਿਸ਼ ਆਇਲ ਆਉਂਦੇ ਨੇ। ਤੇ ਵਿਟਾਮਿਨ C ਹੋ ਗਿਆ, ਵਿਟਾਮਿਨ B12 ਤੇ D3, ਇਹ ਚੀਜ਼ਾਂ ਤਾਂ ਡੇਲੀ ਲਓ। ਵੀ ਮੈਂ ਅੰਡੇ ਦੀ ਗੋਲੀ ਨਹੀਂ ਖਾਂਦਾ, ਮੈਂ ਸਿਰਫ ਐਗ ਵਾਈਟ ਖਾਂਦਾ, ਜਾਂ ਮੇਰੀ ਡਾਇਟ 'ਚ ਮੈਂ ਫੈਟ ਬੰਦ ਕੀਤਾ ਹੈ। ਅੱਛਾ, ਉਹਨਾਂ ਨੂੰ ਇਹ ਹੁੰਦਾ ਕਿ ਖਨੀ ਫੈਟ ਕਰਕੇ ਆਹ ਫੈਟ ਤੇ ਉਹ ਫੈਟ ਉਹ ਫੈਟ ਨੂੰ ਮੋਟਾਪਾ ਸਮਝਦੇ ਤੇ ਵੀਕਨੈਸ ਹਰ ਬੰਦੇ ਦੀ ਉਹੀ ਆ, ਕਾਰਬ ਓਵਰ ਕੰਜ਼ਿਊਮ ਕਰ ਲੈਂਦੇ। ਸੋ ਉਸ ਚੀਜ਼ ਨੂੰ ਇੰਨਾ ਲੋਕਾਂ ਨੇ ਬਣਾ ਦਿੱਤਾ ਕਿ ਅੱਛਾ ਭਾਰ ਘਟਾਉਣਾ, ਲੂਣ ਛੱਡ ਦਿਓ, ਪਾਣੀ ਛੱਡ ਦਿਓ, ਟਰੱਕ ਡਰਾਈਵਰ ਜਾਂ ਜਿਨ੍ਹਾਂ ਦੀ ਸਿਟਿੰਗ ਜੋਬ ਆ। ਸੋ ਬੋਡੀ ਮੂਵਮੈਂਟ ਜ਼ਿਆਦਾ ਹੈ ਨਹੀਂ, ਐਕਟੀਵਿਟੀ ਹੈ ਨਹੀਂ। ਸੋ ਇਨੀਸ਼ੀਅਲੀ ਭਾਰ ਵਧਿਆ ਹੀ ਤਾਂ ਹੁੰਦਾ ਕਿ ਸੈਡੈਂਟਰੀ ਲਾਈਫ ਸਟਾਈਲ, ਬੈਠੇ ਰਹਿਣਾ। ਅਤੇ ਜਿਹੜਾ ਇਹ ਫੈਟ ਲੋਸ ਵਾਲਾ ਹੈ ਨਾ, ਸੋਸ਼ਲ ਮੀਡੀਆ 'ਤੇ ਜ਼ਿਆਦਾ ਚੱਲਦਾ ਹੁੰਦਾ ਹੈ ਨਾ, 7 ਦਿਨਾਂ 'ਚ 7 ਕਿਲੋ ਘੱਟ ਗਿਆ, 15 'ਚ 15 ਘੱਟ ਗਿਆ, ਉਹ ਵੀ ਜੈਨੇਟਿਕਾਂ 'ਤੇ ਡਿਪੈਂਡ ਕਰਦਾ ਕਿ ਉਹਦੀ ਵੀ ਕੋਈ ਹੈਗਾ ਕੋਈ ਮੈਕਸੀਮਮ ਇੰਨਾ ਕੋਈ ਆਪਣੀ ਹਿਊਮਨ ਬੋਡੀ ਕਰ ਸਕਦੀ ਕੋਈ ਹੈਗਾ ਸਿਸਟਮ? ਪਹਿਲੀ ਗੱਲ, ਸਭ ਤੋਂ ਵੱਡਾ ਹੈਗਾ ਫਰੋਡ, ਉਹ ਜਿਹੜਾ ਵੀ ਕਹਿੰਦਾ ਨਾ 7 days ਜਿਹੜਾ ਹੁਣ ਦੇਖੋ, ਹੁਣ ਬਿਫੋਰ ਆਫਟਰ ਤਾਂ ਮੈਂ ਵੀ ਕੁਛ ਵੀ ਪਾਦਾ ਹੈ ਨਾ, ਵੀ ਫੋਟੋ 7 ਪਾਉਂਡ ਮੇਰਾ ਘੱਟ ਗਿਆ 7 ਦਿਨਾਂ 'ਚ, ਮਹੀਨੇ ਬਾਅਦ ਆ ਕਿ 2 ਮਹੀਨੇ ਬਾਅਦ ਫੋਟੋ ਆ ਰਾਈਟ, ਜਾਂ ਸਾਲ ਬਾਅਦ ਆ। ਹੁਣ ਜੇ ਆਪਾਂ ਐਕਚੁਅਲ ਥਰਮੋਡਾਇਨਾਮਿਕਸ ਜਾਂ ਸਾਇੰਟੀਫਿਕਲੀ ਗੱਲ ਕਰੀਏ, ਕੈਲੋਰਿਕ ਤੇ 1 ਪਾਊਂਡ ਫੈਟ 3500 ਕੈਲੋਰੀ ਹੋ ਗਈ। ਸੋ ਜੇ ਤੁਸੀਂ 1 ਪਾਊਂਡ ਬਰਨ ਕਰਨਾ, ਲੈਟਸ ਸੇ ਕਿ ਤੁਸੀਂ 1 ਵੀਕ 'ਚ 1 ਪਾਊਂਡ ਲੂਜ਼ ਕਰ ਰਹੇ ਹੋ, ਪੂਰੇ ਵੀਕ 'ਚ ਤੁਸੀਂ 3500 ਡੈਫਿਸਿਟ ਰਹੋਗੇ ਤਾਂ ਸੋ 500 ਤੁਸੀਂ 7 ਦਿਨ ਰਹੇ। ਸੋ ਲੈਟਸ ਸੇ 250 ਕੈਲੋਰੀ ਡਾਈਟ 'ਚੋਂ ਘਟਾਈ ਹੋਈ, 250 ਕੈਲੋਰੀ ਕਾਰਡੀਓ ਤੇ ਬਰਨ ਕੀਤੀ, 500 ਡੈਫਿਸਿਟ ਹੋ ਗਿਆ ਐਵਰੀ ਡੇ, ਉਹ 3500 ਇਨ ਅਮੈਰੀਕਾ। ਇਟਸ ਨਾਟ ਐਕੂਰੇਟ, ਬਟ ਵੀ ਇਹ ਕਹਿ ਲਓ ਕਿ ਰਫਲੀ ਵੀ ਜੇ ਆਪਾਂ ਐਜੂਕੇਟਡ ਗੈਸ ਲਾਉਣਾ ਹੋਵੇ, ਉਹ ਚੀਜ਼ ਆ। ਸੋ ਜਿੰਨਾ ਅਗਰੈਸਿਵ ਪੁਸ਼ ਕਰੋਗੇ ਲੋ ਕੈਲੋਰੀ ਤੇ ਹਾਈ ਕਾਰਡੀਓ, ਉਹਨਾਂ ਅਗਰੈਸਿਵ ਵੇਟ ਲਾਸ ਹੋ। ਬਟ ਨੈਚੁਰਲ ਤੁਹਾਡਾ ਮਸਲ ਮਾਸ ਵੀ ਲੂਜ਼ ਹੋਣਾ, ਕਿਉਂਕਿ ਬੋਡੀ ਨੂੰ ਨਹੀਂ ਪਤਾ, ਬੋਡੀ ਡਜ਼ਨਟ ਕੇਅਰ ਕਿ ਤੁਸੀਂ ਫੈਟ ਬਰਨ ਕਰ ਰਹੇ ਹੋ, ਕਿ ਮਸਲ ਬਰਨ ਕਰ ਰਹੇ ਹੋ, ਕਿ ਕਾਰਬੋਹਾਈਡਰੇਟਸ ਗਲਾਈਕੋਜਨ ਯੂਜ਼ ਕਰ ਰਹੇ ਹੋ। ਬੋਡੀ ਨੇ ਆਪਦੇ ਫੰਕਸ਼ਨਸ ਨੂੰ ਸਸਟੇਨ ਰੱਖਣਾ, ਤੁਹਾਡੀ ਬਰੀਥਿੰਗ, ਹਾਰਟ ਰੇਟ, ਤੁਹਾਡੀ ਕਿਡਨੀਜ਼, ਲੀਵਰ, ਐਵਰੀਥਿੰਗ। ਸੋ ਇੰਟਰਨਲ ਫੰਕਸ਼ਨਸ ਜਿਹੜੇ ਕਰੂਸ਼ੀਅਲ ਨੇ, ਉਹਨੂੰ ਚੱਲਦਾ ਰੱਖਣ ਲਈ ਬੋਡੀ ਨੇ ਆਪਦੀ ਐਨਰਜੀ ਕਿਤੋਂ ਨਾ ਕਿਤੋਂ ਲੈਣੀ ਹੈ। ਸੋ ਜਦੋਂ ਤੁਸੀਂ ਇੱਕ ਸਰਟਨ ਪੁਆਇੰਟ ਤੋਂ ਵੱਧ ਪੁਸ਼ ਕਰਦੇ ਹੋ ਬੋਡੀ ਨੂੰ, ਬੋਡੀ ਲਈ ਫੈਟ ਬ੍ਰੇਕ ਡਾਊਨ ਕਰਨਾ ਔਖਾ ਕੰਪੇਅਰ ਟੂ ਮਸਲ। ਉੱਥੇ ਪ੍ਰੋਟੀਨ ਬ੍ਰੇਕ ਡਾਊਨ, ਮਸਲ ਬ੍ਰੇਕ ਡਾਊਨ ਈਜ਼ੀ ਆ ਬੋਡੀ ਲਈ, ਐਨਰਜੀ ਬਣਾਉਣਾ। ਸੋ ਬੋਡੀ ਉਹ ਪਾਥ ਚੂਜ਼ ਕਰਦੀ ਹੈ, ਕਿਉਂਕਿ ਉਹ ਚੀਜ਼ ਆਪਾਂ ਬਾਅਦ ਚੋਂ ਬਣਾਈ ਹੈ। ਸੋ ਜਿਹੜੇ ਲੋਕ ਫੈਟ ਬਹੁਤ ਟਾਈਮ ਦੀ ਡਿਪੋਜ਼ਿਟ ਹੋਈ ਹੁੰਦੀ ਨਾ, ਸੋ ਜਿਹੜੇ ਲੋਕ ਕਈ ਹੁੰਦੇ ਨੇ ਨਾ ਕਿ ਜਿਮ ਨਹੀਂ ਜਾਂਦੇ ਜਾਂ ਮਤਲਬ ਸਟਰੈਂਥ ਟ੍ਰੇਨਿੰਗ ਨਹੀਂ ਕਰਦੇ, ਉਹਨਾਂ ਨੂੰ ਹੁੰਦਾ ਕਿ ਡਾਈਟ ਤੇ ਕਾਰਡੀਓ ਕਰੀ ਜਾਣਾ, ਤੇ ਡਾਈਟਿੰਗ ਦੇ ਨਾਂ ਤੇ ਵੀ ਸਟਾਰਵੇਸ਼ਨ। ਸੋ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਬੋਡੀ ਨੂੰ ਸਟਾਰਵੇਸ਼ਨ 'ਚ ਪਾਤਾ, ਐਸੈਂਸ਼ੀਅਲ ਮਿਨੀਮਮ ਕੈਲੋਰੀਜ਼ ਤੇ ਨਿਊਟ੍ਰੀਸ਼ਨ ਵੀ ਨਹੀਂ ਦੇ ਰਹੇ। ਫਿਰ ਤੁਸੀਂ ਅਗਰੈਸਿਵਲੀ ਕਾਰਡੀਓ ਕਰੀ ਜਾ ਰਹੇ ਹੋ, ਤੁਹਾਡੇ ਜੁਆਇੰਟਸ ਦੀ ਹੈਲਥ ਖਰਾਬ ਹੋ ਰਹੀ ਹੈ, ਮਸਲ ਮਾਸ ਲੂਜ਼ ਹੋ ਰਿਹਾ। ਐਂਡ ਤੇ ਕੀ ਹੁੰਦਾ, ਲੋ ਐਨਰਜੀ, ਲੋ ਸਟਰੈਂਥ, ਤੇ ਫੈਟ ਘਟ ਗਈ ਇੱਕ ਪੁਆਇੰਟ ਤੱਕ, ਤੇ ਜਮਾਂ ਹੀ ਮਸਲ ਮਾਸ ਵੀ ਖਤਮ। ਹੁਣ ਬੋਡੀ ਦਾ ਇਹ ਹਿਸਾਬ ਆ, ਮੈਟਾਬੋਲਿਜ਼ਮ ਵੀ ਇੱਕ ਚੀਜ਼ ਆ। ਤੁਸੀਂ ਇੱਕ ਪੁਆਇੰਟ ਤੋਂ ਘੱਟ ਜਾਓਗੇ ਫੂਡ ਦੇ ਕੇਸ 'ਚ, ਤੁਹਾਡਾ ਮੈਟਾਬੋਲਿਜ਼ਮ ਸ਼ਟ ਡਾਊਨ ਹੋ ਜਾਂਦਾ, ਸਲੋ, ਬਹੁਤ ਜ਼ਿਆਦਾ ਸਲੋ ਹੋ ਜਾਂਦਾ। ਕਿਉਂਕਿ ਦੇਖੋ ਫੈਟ ਲਾਈਕ ਸ਼ੁਰੂ ਤੋਂ ਨਹੀਂ ਸੀ, ਕਿਉਂਕਿ ਆਪਾਂ ਲਾਈਕ ਫੈਟ ਵੀ ਕਿਸੇ ਰੀਜ਼ਨ ਕਰਕੇ ਆਪਣੀ ਬੋਡੀ ਜਿਹੜੇ ਜੈਨੇਟਿਕਸ ਮੋਡੀਫਾਈ ਹੁੰਦੇ ਆ। ਸਭ ਤੋਂ ਜ਼ਿਆਦਾ ਫੈਟ ਦੀ ਲਾਈਕ ਜਿੱਦਾਂ ਕਹਿ ਲਓ ਬੋਡੀ ਫੈਟ ਇਨੀਸ਼ੀਏਟ ਹੋਏ ਆਪਣੇ ਜੀਨੋਮ ਦੇ ਵਿੱਚ ਆਫਟਰ ਆਈਸ ਏਜ। ਆਈਸ ਏਜ ਆਈ ਜਦੋਂ ਫੂਡ ਘੱਟ ਸੀਗਾ, ਮੈਜੋਰਿਟੀ ਜਿਹੜਾ ਲਾਈਵ ਸਟਾਕ ਮਰ ਗਿਆ, ਪਲਾਂਟ ਮਰ ਗਏ। ਸੋ ਆਈਸ ਏਜ ਦੇ ਦੌਰਾਨ ਜਿਹੜੇ ਜੈਨੇਟਿਕ ਮੋਡੀਫਿਕੇਸ਼ਨਸ ਹੋਏ ਨੇ, ਫੈਟ ਇਜ਼ ਲਾਈਕ ਯੋਰ ਆਕਸਿਲਰੀ ਪਾਵਰ ਸੋਰਸ, ਵੀ ਜਿਹੜਾ ਬੈਕਅਪ ਐਨਰਜੀ ਆ। ਉਦੋਂ ਇਹ ਹਿਸਾਬ ਹੁੰਦਾ ਸੀਗਾ ਕਿ ਪਤਾ ਨਹੀਂ ਨੈਕਸਟ ਫੂਡ, ਨੈਕਸਟ ਮੀਲ ਕਦੋਂ ਮਿਲਣਾ। ਸੋ ਜਿੰਨਾ ਐਕਸਟਰਾ ਖਾਂਦੇ ਸੀ, ਬੋਡੀ ਉਹਨੂੰ ਫੈਟੀ ਐਸਿਡਸ 'ਚ ਕਨਵਰਟ ਕਰਕੇ ਸੇਵ ਕਰਨ ਲੱਗ ਪਈ, ਕਿ ਜਦੋਂ ਤੁਸੀਂ ਐਮਰਜੈਂਸੀ ਹੋ ਜਾਂ ਸਟਾਰਵੇਸ਼ਨ 'ਚੋਂ ਜਾਂ ਲਾਈਫ ਥ੍ਰੈਟਨਿੰਗ ਸਿਚੁਏਸ਼ਨ 'ਚੋਂ ਜਿੱਥੇ ਫੂਡ ਨਹੀਂ ਅਵੇਲੇਬਲ, ਬੋਡੀ ਫੈਟ ਨੂੰ ਯੂਟੀਲਾਈਜ਼ ਕਰਕੇ ਐਟਲੀਸਟ ਸਰਵਾਈਵ ਕਰੋਗੇ। ਸੋ ਜਦੋਂ ਤੁਸੀਂ
ਇੱਕ ਪੁਆਇੰਟ ਤੋਂ ਘੱਟ ਖਾਣ ਲੱਗ ਪੈਂਦੇ ਹੋ ਤੁਸੀਂ ਉਹ ਚੀਜ਼ ਟ੍ਰਿਪ ਕਰਦੇ ਹੋ, ਬੋਡੀ ਦਾ ਸਰਵਾਈਵਿੰਗ ਮੈਕੈਨਿਜ਼ਮ ਟ੍ਰਿਪ ਹੋ ਜਾਂਦਾ, ਬੋਡੀ ਨੇ ਫਿਰ ਤੁਹਾਡੀ ਫੈਟ ਵੀ ਨਹੀਂ ਯੂਜ਼ ਕਰਨੀ ਕਿਉਂਕਿ ਬੋਡੀ ਬੇਅਰ ਮਿਨੀਮਮ ਫੰਕਸ਼ਨਸ ਤੇ ਚੱਲ ਜਾਂਦੀ ਹੈ। ਨੈਕਸਟ ਚੀਜ਼ ਤੁਹਾਡੇ ਕੋਲ ਮਸਲ ਬਚਦੇ, ਤੁਹਾਡੇ ਅਮੀਨੋ ਐਸਿਡ ਬ੍ਰੇਕਡਾਊਨ ਸ਼ੁਰੂ, ਪ੍ਰੋਟੀਨ ਬ੍ਰੇਕਡਾਊਨ ਸ਼ੁਰੂ, ਫਿਰ ਤੁਸੀਂ ਐਟ ਦੀ ਐਂਡ ਕੀ ਹੁੰਦਾ ਕਿ ਐਨਰਜੀ ਵੀ ਗਈ ਕਿਉਂਕਿ ਫੂਡ ਨਹੀਂ ਸੀ ਖਾ ਰਹੇ, ਇਮਿਊਨ ਸਿਸਟਮ ਵੀ ਵੀਕ ਹੋ ਜਾਣਾ। ਉਹੀ ਜਾਨੀ ਕਿ ਫੈਟ ਲਾਸ ਤੇ weight loss ਦੋ ਡਿਫਰੈਂਟ ਚੀਜ਼ਾਂ ਹੋ ਗਈਆਂ ਹੈ ਨਾ। weight loss ਕਰਦੇ ਨੇ, ਹੁਣ ਦੇਖੋ UFC 'ਚ ਕਿੱਡੀ ਵੱਡੀ ਚੀਜ਼ ਆ, ਕਈ ਵਾਰੀ ਬੋਡੀ ਬਿਲਡਿੰਗ 'ਚ ਵੀ ਹੁੰਦਾ, ਜਿਹੜੇ weight sensitive ਕੰਪੀਟੀਸ਼ਨ ਨੇ ਉਹਨਾਂ ਦੇ ਵਿੱਚ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਹਾਨੂੰ ਵੀ ਤੁਸੀਂ ਹੁਣ ਜਿੱਦਾਂ ਲੈਟਸ ਸੇ ਹੁਣ ਮੇਰਾ ਕੱਟ ਆਫ 182 ਆ, ਜੇ ਮੈਂ ਚੈਕਿੰਗ ਵਾਲੇ ਦਿਨ 183 ਜਾਂ 184 ਆ ਗਿਆ ਫॉर ਵਟਐਵਰ ਰੀਜ਼ਨ, ਉਹਨਾਂ ਨੇ ਮੈਨੂੰ ਦੇਣੇ ਕੁਛ ਘੰਟੇ, ਕੰਪੀਟ ਨਹੀਂ ਕਰ ਸਕਦਾ ਕਿ ਆਪਦਾ ਅੱਜ ਵੇਟ ਕੱਟ ਆਫ ਤੱਕ ਪਹੁੰਚ ਜਾ, ਨਹੀਂ ਤਾਂ ਤੈਨੂੰ ਡਿਸਕੁਆਲੀਫਾਈ ਕਰ ਦੇਣਾ। ਇਹ ਚੀਜ਼ ਹੁੰਦੀ ਬੜੇ ਐਥਲੀਟਸ ਨਾਲ ਹੋਈ ਆ। ਤੇ ਉਹ ਫਿਰ ਉਹ ਤੁਹਾਡੇ ਕੋਲ 2 ਘੰਟੇ 6 ਘੰਟੇ 8 ਘੰਟੇ ਕਈ ਵਾਰੀ 24 ਘੰਟੇ ਹੁੰਦੇ ਨੇ, 24 ਘੰਟਿਆਂ 'ਚ ਜੇ ਤੁਸੀਂ ਕੱਟ ਆਫ ਕਲੀਅਰ ਕਰ ਗਏ ਤੇ ਕਰ ਗਏ, ਉਹ ਅਗਰੈਸਿਵ weight loss, ਇਟਸ ਨਾਟ ਫੈਟ loss। ਉਹ ਫਿਰ ਪਾਣੀ ਬੰਦ ਕਰਦੇ ਨੇ, ਲੂਣ ਬੰਦ ਕਰਦੇ ਨੇ ਕਿ ਵਾਟਰ ਰਿਟੈਂਸ਼ਨ ਜਿੰਨੀ ਘੱਟ ਸਕਦੀ, ਕਾਰਡੀਓ ਕਰੀਓ ਜਿੰਨਾ ਗਲਾਈਕੋਜਨ ਸੀਗਾ ਮਸਲਸ 'ਚ ਉਹ ਵੀ ਜਾਵੇ। ਸੋ ਜਿੰਨਾ ਜ਼ਿਆਦਾ weight ਰਿਡਿਊਸ ਹੋ ਸਕਦਾ ਉਹ ਲਾਈਫ ਔਰ ਡੈਥ ਸਿਚੁਏਸ਼ਨ ਹੁੰਦੀ ਕਿ ਵੀ ਜਾਂ ਆ ਰਹੀਆਂ ਪਾਰ। ਉਸ ਚੀਜ਼ ਨੂੰ ਇੰਨਾ ਲੋਕਾਂ ਨੇ ਬਣਾ ਦਿੱਤਾ ਕਿ ਅੱਛਾ ਭਾਰ ਘਟਾਉਣਾ, ਲੂਣ ਛੱਡ ਦਿਓ, ਪਾਣੀ ਛੱਡ ਦਿਓ, ਹੁਣ ਸੋਡੀਅਮ ਛੱਡਤਾ, ਸਾਲਟ ਛੱਡਤਾ, ਇਲੈਕਟ੍ਰੋਲਾਈਟ ਤੇ ਇਲੈਕਟ੍ਰੋਲਾਈਟਸ ਦਾ ਕੰਮ ਆ ਤੁਹਾਡੇ ਬ੍ਰੇਨ ਸਿਗਨਲਸ ਨੂੰ ਕਮਿਊਨੀਕੇਟ ਕਰਨਾ ਤੁਹਾਡੇ ਮਸਲਸ ਨਾਲ, ਤੁਹਾਡੀ ਬਾਡੀ ਨੂੰ। ਜੇ ਤੁਸੀਂ ਇਲੈਕਟ੍ਰੋਲਾਈਟਸ ਤੇ ਲੋ ਚੱਲ ਰਹੇ ਹੋ, ਤੁਹਾਡਾ ਕਮਿਊਨੀਕੇਸ਼ਨ ਲਿੰਕ ਵੀਕ ਹੋ ਜਾਂਦਾ, ਮਸਲ ਕੰਟਰੈਕਸ਼ਨ ਨਹੀਂ ਹੁੰਦੀ, ਕ੍ਰੈਂਪਸ ਪੈਣੇ ਸ਼ੁਰੂ ਹੋ ਜਾਂਦੇ ਨੇ, ਮੂਡ ਇਸ਼ੂਜ਼ ਆਉਣ ਲੱਗ ਪੈਂਦੇ। ਸੋ ਤੁਹਾਡਾ ਹਾਰਟ ਵੀ ਸੋਡੀਅਮ ਪੋਟਾਸੀਅਮ ਪੰਪ ਆਇਨ ਪੰਪ ਤੇ ਚੱਲਦਾ। ਪੇਸਮੇਕਰ ਸੁਣਿਆ ਹੋਣਾ ਆਪਣਾ, ਨੈਚੁਰਲੀ ਹੁੰਦਾ ਇੱਕ, ਉਹ ਇਸ ਤੇ ਚੱਲਦਾ ਆਪਣੇ ਸੋਡੀਅਮ ਪੋਟਾਸੀਅਮ। ਸੋ ਜੇ ਸੋਡੀਅਮ ਪੋਟਾਸੀਅਮ ਦੀ ਕਮੀ ਆ ਤੇ ਇਟ ਕੈਨ ਲੀਡ ਟੂ ਕਾਰਡੀਅਕ ਅਰੈਸਟ, ਲਾਈਕ ਐਕਸਟ੍ਰੀਮ ਡੀਹਾਈਡਰੇਸ਼ਨ ਜਦੋਂ ਹੁੰਦੀ ਹੈ ਨਾ, ਕਾਰਡੀਅਕ ਅਰੈਸਟ ਵੀ ਹੋ ਸਕਦਾ। ਸੋ ਬੜੀ ਵਾਰੀ ਸਾਡੇ ਫਰੀ ਬਰਡ 'ਚ ਵੀ ਹੋਇਆ, ਕਲਾਇੰਟ ਨੇ ਲੂਣ ਛੱਡਦਾ ਸੀ ਤੇ ਉਹਨੂੰ ਕਿਤੇ ਅੰਡਰਲਾਈਂਗ ਕੰਡੀਸ਼ਨ ਸੀਗੀ ਕਿਡਨੀ ਨੂੰ ਲੈ ਕੇ ਉਹਨੂੰ ਨਹੀਂ ਸੀ ਪਤਾ। ਲੂਣ ਇੰਨਾ ਛੱਡਿਆ 3 ਮਹੀਨੇ ਹੋ ਗਏ ਤੇ ਉਹ ਸਾਡੇ ਕੋਲ ਆ ਕੇ ਕਹਿੰਦਾ ਕਿ ਭਾਜੀ ਮੈਂ ਪਾਣੀ ਪੀਣਾ ਰਾਈਟ ਵੇ ਬਾਥਰੂਮ ਆ ਜਾਂਦਾ ਤੇ ਮੈਨੂੰ ਬਹੁਤ ਥੱਕਿਆ ਫੀਲ ਹੁੰਦਾ, ਹੈਡੇਕ ਹੁੰਦਾ ਰਹਿੰਦਾ ਜਾਂ ਡਰਾਈ ਫੀਲ ਹੁੰਦਾ ਨਾ ਮਾਊਥ, ਕਿ ਮੈਂ ਜਿੰਨਾ ਮਰਜ਼ੀ ਪਾਣੀ ਪੀ ਲਾਂ ਗਲਾ ਸੁੱਕਿਆ ਰਹਿੰਦਾ। ਟੈਸਟਿੰਗ ਹੋਈ, ਉਹਨੂੰ ਇਮੀਡੀਏਟ ਇੰਡੀਆ ਘੱਲਿਆ, ਉਹਦਾ ਉਹ ਮਤਲਬ ਵੈਂਟੀਲੇਟਰ ਤੇ ਰਿਹਾ ਕਿੰਨੇ ਮਹੀਨੇ। ਉਹਦੀ ਬਾਡੀ ਫਲੂਇਡ ਹੋਲਡ ਕਰਨੋਂ ਹੀ ਹਟ ਗਈ ਸੀ, ਉਹ ਕੋਈ ਵੀ ਫਲੂਇਡ ਇੰਜੈਸਟ ਕਰਦਾ ਸੀ ਨਾਲ ਹੀ ਬਾਹਰ। ਉਹਦੇ ਇੰਟਰਨਲ ਗਟਸ ਡੀਹਾਈਡਰੇਟ ਹੋ ਗਏ, ਇੰਨਾ ਬੁਰਾ ਹਾਲ ਹੋ ਗਿਆ, ਕਿਡਨੀਜ਼ ਡੀਹਾਈਡਰੇਟ ਹੋ ਗਈਆਂ। ਉਹਨੂੰ ਰਿਕਵਰੀ ਨੂੰ ਹੀ ਸਾਲ ਲੱਗ ਗਿਆ, ਹੁਣ ਜਾ ਕੇ ਰਿਕਵਰ ਹੋ ਕੇ ਉਹ ਨਾਰਮਲ ਫੰਕਸ਼ਨਿੰਗ ਹੋ ਗਿਆ। ਸੋ ਯੂ ਨੈਵਰ ਨੋ ਕਿ ਅੰਡਰਲਾਈਨ ਕੰਡੀਸ਼ਨ ਕੀ ਹੈ, ਐਗਰੀਵੇਟ ਹੋ ਗਈ। ਸਟੈਰੋਇਡਸ ਦੇ ਕੇਸ 'ਚ ਵੀ ਸੇਮ ਚੀਜ਼ ਆ। ਇਹ ਤਾਂ ਚਲੋ ਕਾਮਨ ਨਿਊਟ੍ਰੀਸ਼ਨ ਹੈ ਨਾ, ਜਦੋਂ ਸਟੈਰੋਇਡਸ ਦੀ ਗੱਲ ਕਰਦੇ ਆ ਪਹਿਲੋਂ ਤੁਹਾਨੂੰ ਤੁਹਾਡੀ ਫਿਜ਼ੀਓਲੋਜੀ, ਤੁਹਾਡੀ ਬਾਇਓਕੈਮਿਸਟਰੀ ਪਤਾ ਹੋਣੀ ਚਾਹੀਦੀ ਹੈ। ਹੁਣ ਮੇਰੀ ਨੈਚੁਰਲੀ ਫੈਮਿਲੀ 'ਚ ਆ ਕੇ ਓਕੇ ਇਹ ਵੀ ਮੇਰੇ ਡੈਡ ਸਾਈਡ 'ਤੇ ਐਕਨੇਸ ਨੇ, ਭੂਆ ਹੁਣਾਂ ਨੂੰ, ਮੇਰੇ ਫਾਦਰ ਨੂੰ, ਗ੍ਰੈਂਡਫਾਦਰ ਸਾਰਿਆਂ ਨੂੰ ਆਇਲੀ ਸਕਿਨ ਅਤੇ ਐਕਨੇਸ ਦੇ ਇਸ਼ੂ ਰਹੇ ਨੇ। ਸੋ ਆਈ ਆਲਰੇਡੀ ਨੋ ਕਿ ਉਹ ਚੀਜ਼ ਮੈਨੂੰ ਹੋਣੀ ਆ। ਅਤੇ ਉਸ ਦੇ ਨਾਲ ਹੁਣ ਜੇ ਮੈਂ ਐਨਹੈਂਸਮੈਂਟਸ ਯੂਜ਼ ਕਰ ਰਿਹਾ, ਸਟੇਰੋਇਡਸ ਲੈ ਰਿਹਾ, ਉਹ ਤੁਹਾਡੇ ਜੈਨੇਟਿਕ ਫੈਕਟਰਸ ਨੂੰ ਬੂਸਟ ਕਰ ਦੇਗੀ। ਸੋ ਜੇ ਮੈਨੂੰ ਆਲਰੇਡੀ ਉਹ ਪ੍ਰੋਬਲਮ ਹੋਏਗੀ ਉਹ ਹੋਰ ਜਲਦੀ ਹੋ ਅਤੇ ਜ਼ਿਆਦਾ ਹੋ। ਸੋ ਜੇ ਆਲਰੇਡੀ ਕਿਸੇ ਦੀ ਫੈਮਿਲੀ ਦੇ ਵਿੱਚ ਜੈਨੇਟਿਕ ਇਸ਼ੂ ਆ ਕਿ ਤੁਹਾਨੂੰ ਇੱਕ ਪਰਟੀਕੂਲਰ ਏਜ 'ਤੇ ਜਾ ਕੇ ਮਾਇਓਕਾਰਡਾਈਟਿਸ ਦੀ ਪ੍ਰੋਬਲਮ ਜਾਂ ਹਾਰਟ ਅਟੈਕ ਆਉਂਦਾ, ਕਈ ਫੈਮਲੀਜ਼ ਹੈਗੀਆਂ, ਕਈ ਜਨਰੇਸ਼ਨਸ ਹੈਗੀਆਂ ਜਿਨ੍ਹਾਂ ਦੇ ਮੇਲਸ ਨੂੰ 50s 60s ਜਾ ਕੇ ਹਾਰਟ ਅਟੈਕ ਆਉਂਦਾ। ਸੋ ਵੈਨ ਯੂ ਆਲਰੇਡੀ ਨੋ ਐਂਡ ਤੁਸੀਂ ਇਹ ਚੀਜ਼ਾਂ ਲੈ ਰਹੇ ਹੋ, ਤੁਸੀਂ ਉਹ ਚਾਂਸ ਇੰਨਾ ਵਧਾ ਰਹੇ ਹੋ ਹਾਰਟ ਅਟੈਕ ਦਾ, ਇੱਕ ਤਾਂ ਅਰਲੀ ਆਉਣ ਦਾ, ਇੱਕ ਡੈਡਲੀ ਹੋਣ ਦਾ। ਸੋ ਉਹ ਪਹਿਲੀ ਗਲਤੀ ਆ। ਸੋ ਸਟੈਰੋਇਡਸ ਨੂੰ ਡੀਫੇਮ ਕੀਤਾ ਜਾਂਦਾ ਜਦੋਂ ਉਹ ਬੋਡੀ ਬਿਲਡਰ ਮਰ ਗਿਆ ਜਾਂ ਐਥਲੀਟ ਮਰ ਗਿਆ, ਸਟੈਰੋਇਡ ਲੈਂਦਾ ਸੀ, ਬਟ ਨੋਬਡੀ ਰੀਅਲੀ ਆਸਕਸ ਕਿ ਐਕਚੁਅਲ 'ਚ ਕੀ ਹੋਇਆ। ਹੁਣ ਇਟ ਕੁਡ ਬੀ ਕਿ ਉਹਨੂੰ ਲਾਈਕ ਬਿਕਾਜ਼ ਸਟੈਰੋਇਡ ਲੈ ਕੇ ਨਹੀਂ ਤੁਸੀਂ ਮਰਨ ਲੱਗੇ, ਸਿੱਧੀ ਜਿਹੀ ਗੱਲ। ਇਹ ਨਹੀਂ ਕਿ ਤੁਸੀਂ ਇੰਜੈਕਟ ਕੀਤਾ ਗੋਲੀ ਮਰ ਗਏ। ਆਰਗਨ ਫੇਲੀਅਰ ਹੀ ਸਭ ਤੋਂ ਵੱਡੀ ਪ੍ਰੋਬਲਮ ਹੈ। ਜਾਂ ਤਾਂ ਤੁਹਾਨੂੰ ਹਾਰਟ ਅਟੈਕ ਆਊਗਾ ਜਾਂ ਤੁਹਾਡਾ ਕਿਡਨੀ ਜਾਂ ਲੀਵਰ ਫੇਲੀਅਰ ਹੋਊਗਾ। ਹੁਣ ਲੀਵਰ ਫੇਲੀਅਰ ਕਿਉਂ ਹੋਊਗਾ? ਕੋਈ ਵੀ ਤੁਸੀਂ ਔਰਲ ਮੈਡੀਕੇਸ਼ਨ ਲੈਂਦੇ ਹੋ, ਕੋਈ ਭਾਵੇਂ ਉਹ ਸਟੈਰੋਇਡਿਕਲ ਆ, ਨੋਨ ਸਟੈਰੋਇਡਿਕਲ ਆ, ਪੇਨ ਕਿਲਰ ਜਿਹੜੇ ਐਨਾਨੋਲ ਤੇ ਆਪਣੀ ਐਡਵਿਲ ਦੀ ਸ਼ੀਸ਼ੀ ਘੁਮਾ ਕੇ ਦੇਖਿਓ ਤੇ ਲਿਖਿਆ ਹੋਇਆ ਪਹਿਲਾ ਸਾਈਡ ਇਫੈਕਟ ਲੀਵਰ ਡੈਮੇਜ। ਸੋ ਇੱਦਾਂ ਦੀ ਕੋਈ ਵੀ ਇੰਟੈਂਸ ਮੈਡੀਕੇਸ਼ਨ ਆ ਤੁਹਾਡੇ ਲੀਵਰ ਨੂੰ ਸਾਈਡ ਇਫੈਕਟ ਦੇਣੇ, ਤੁਹਾਡਾ ALT ਸਾਰਾ ਕੁਛ ਵਧਣਾ। ਸੋ ਤੁਸੀਂ ਉਹਨੂੰ ਵੀ ਰੈਗੂਲਰ ਯੂਜ਼ ਕਰੋਗੇ ਨਾ, ਤੁਹਾਡੇ ਲੀਵਰ ਦੀ ਹੈਲਥ ਖਰਾਬ ਹੁੰਦੇ ਇੱਕ ਪੁਆਇੰਟ ਤੱਕ ਆਇਆ ਨਹੀਂ ਕਿ ਲੀਵਰ ਟੌਕਸਿਸਿਟੀ ਇੰਨੀ ਵੱਧ ਸਕਦੀ ਕਿ ਲੀਵਰ ਫੇਲੀਅਰ ਹੋ ਸਕਦਾ। ਸੋ ਜੇ ਕੋਈ ਬੰਦਾ
ਸਟੈਰੋਇਡਸ ਲੈ ਰਿਹਾ ਜਾਂ ਐਨਾਬੋਲਿਕਸ ਲੈ ਰਿਹਾ ਜਾਂ ਸਾਰਮਸ ਲੈ ਰਿਹਾ, ਬਿਨਾਂ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੇ ਉਹ ਬਲੱਡ ਟੈਸਟ ਨਹੀਂ ਕਰਾ ਰਿਹਾ, ਪਹਿਲੀ ਗੱਲ ਤਾਂ ਉਹਦਾ ਗੋਲ ਹੀ ਹੈ ਨਹੀਂ ਕਹਿ ਲਓ। ਮੈਨੂੰ ਕੋਈ ਅਪਰੋਚ ਕਰਦਾ ਕਿ ਮੈਸੇਜ 'ਚ ਜਾਂ ਫੇਸ ਟੂ ਫੇਸ ਕਿ ਮੈਂ ਵੀ ਲੈਣਾ, ਮੇਰਾ ਫਰਸਟ ਕੁਐਸਚਨ ਹੁੰਦਾ ਕਿ ਕਿਉਂ? ਜੇ ਤਾਂ ਬਾਈ ਦੇਖੋ ਇਹ ਚੱਕਰ ਆ ਕਿ ਲੁੱਕ ਗੁੱਡ ਆ, ਉਹ ਤੁਸੀਂ ਇਦਾਂ ਵੀ ਹੋ ਜੂਗੇ, ਬਸ ਮਾਈਂਡ 'ਚੋਂ ਇਮੇਜ ਕੱਢੋ ਜਿਹੜੇ ਬੰਦੇ ਵਰਗਾ ਦੇਖਣਾ, ਤੁਸੀਂ ਕਿਸੇ ਵਰਗਾ ਨਹੀਂ ਦੇਖ ਸਕਦੇ। ਹੁਣ ਸੋ ਉਹ ਕੰਪੈਰੀਜ਼ਨ ਛੱਡ ਕੇ ਨਾ ਆਪਦੀ ਉਹ ਚੀਜ਼ ਨੂੰ ਫੋਲੋ ਕਰੋ, ਡਾਈਟ, ਨਿਊਟ੍ਰੀਸ਼ਨ, ਵਰਕਆਊਟ, ਸਾਰਾ ਕੁਝ, ਕਿ ਆਪਦਾ ਜੋ ਤੁਹਾਡੀ ਬੋਡੀ ਜੈਨੇਟਿਕਸ ਅਲਾਉ ਕਰਦੇ ਨੇ ਉਦੋਂ ਤਾਈਂ ਪਹੁੰਚੋ। ਉਹੀ ਤੁਹਾਡੀ ਲਿਮਿਟ ਆ। ਤੇ ਜੇ ਤੁਸੀਂ ਕਹੋ ਕਿ ਕੰਪੀਟ ਕਰਨਾ, ਐਂਡ ਜੇ ਮੈਂ ਤੁਹਾਨੂੰ ਐਕਸਪਲੇਨ ਕਰਾਂ ਕਿ ਆਹ ਸਾਈਡ ਇਫੈਕਟਸ ਹੋਣਗੇ ਜਾਂ ਹੋ ਸਕਦੇ ਨੇ, ਐਂਡ ਇਫ ਯੂ ਸਟਿਲ ਥਿੰਕ ਇਟਸ ਵਰਥ ਦ ਰਿਸਕ, ਵੀ ਤੁਹਾਨੂੰ ਉਹ ਚੀਜ਼ ਇੰਨੀ ਜ਼ਰੂਰੀ ਆ, then you can step on, have a good coach, ਕੋਈ ਕੋਚ ਹਾਇਰ ਕਰੋ ਵਧੀਆ, then proper information ਨਾਲ proper programming ਨਾਲ ਚੱਲੋ। ਸੋ ਮੇਰੇ ਬਲੱਡ ਟੈਸਟ ਹੁੰਦੇ ਨੇ, ਚੈੱਕ ਕਰਨਾ ਹੁੰਦਾ ਕਿ ਲੀਵਰ ਹੈਲਥ ਕਿੱਥੇ ਆ, ਮੇਰੇ ਹਾਰਮੋਨਸ ਕਿੱਥੇ ਕੁ ਨੇ, ਮੇਰਾ ਕੋਲੈਸਟਰੋਲ, ਮੇਰਾ ਬਲੱਡ ਗਲੂਕੋਜ਼, ਮੇਰੀ RBC ਕਾਊਂਟ, ਬਲੱਡ ਥਿਕਨੈਸ, ਸਾਰਾ ਕੁਛ। ਓਕੇਜਨਲੀ ਬਲੱਡ ਡੋਨੇਟ ਵੀ ਕਰਨਾ ਪੈਂਦਾ ਕਿਉਂਕਿ ਬਲੱਡ ਜ਼ਿਆਦਾ ਥਿਕ ਹੋ ਜਾਂਦੇ ਨੇ ਚੀਜ਼ਾਂ ਕਰਕੇ। ਸੋ ਹੁਣ ਇੱਕ ਬੰਦਾ ਜਿਹੜਾ ਸਾਲਾਂ ਤੋਂ ਸਟੇਰੋਇਡਸ ਲੈ ਰਿਹਾ, ਕਦੇ ਬਲੱਡ ਟੈਸਟ ਨਹੀਂ ਕਰਾਇਆ, ਨਿਊਟ੍ਰੀਸ਼ਨ ਦਾ ਅੱਗੇ ਨਹੀਂ ਧਿਆਨ, ਜੋ ਮਰਜ਼ੀ ਖਾਈ ਜਾਣਾ, ਬਦਾਮ ਹੀ ਖਾਈ ਜਾਂਦੇ ਵੀ ਪਤਾ ਨਹੀਂ ਕੀ ਹੈ ਬਦਾਮਾਂ 'ਚ, ਉਹ ਇੰਨਾ ਫੈਟ ਉਹ ਖਾ ਰਹੇ ਨੇ, ਭਾਵੇਂ ਗੁੱਡ ਫੈਟ ਆ, ਇੱਕ ਪੁਆਇੰਟ ਤੇ ਉਹਨੇ ਕੋਲੈਸਟਰੋਲ ਜ਼ਿਆਦਾ ਵਧਾ ਦੇਣਾ। ਸੋ ਸਟੇਰੋਇਡਸ ਕਰਕੇ ਵੈਸੇ ਕੋਲੈਸਟਰੋਲ ਵੱਧਦਾ, ਤੁਹਾਡਾ LDL ਵੱਧਦਾ ਤੇ HDL ਘਟਦਾ। ਸੋ ਗੁੱਡ ਕੋਲੈਸਟਰੋਲ ਥੱਲੇ ਜਾਂਦਾ, ਬੈਡ ਵਧ ਜਾਂਦਾ। ਸੋ ਔਨ ਟੌਪ ਤੁਸੀਂ ਡਾਈਟ ਦਾ ਤਾਂ ਜਮਾਂ ਹੀ ਧਿਆਨ ਨਹੀਂ ਰੱਖ ਰਹੇ, ਠੀਕ ਆ, ਤੇ ਉਹਦਾ ਕਰਕੇ ਤੁਹਾਡਾ ਆਲਰੇਡੀ ਕੋਲੈਸਟਰੋਲ ਮੈਸਡ ਅਪ ਸੀ। ਸੋ ਤੁਸੀਂ ਬਿਫੋਰ ਸਟੇਰੋਇਡਸ ਇੰਨੇ ਅਨਹੈਲਦੀ ਲਾਈਫ ਸਟਾਈਲ 'ਚ ਸੀ, ਉਹਨੂੰ ਨਹੀਂ ਸਹੀ ਕੀਤਾ, ਸਟੇਰੋਇਡ ਲੈਣ ਲੱਗ ਪਏ ਇਹ ਸੋਚ ਕੇ ਕਿ ਬਸ ਲੈ ਲਿਆ ਤੇ ਬੋਡੀ ਸਹੀ ਹੋ ਗਈ। ਸੋ ਉਹ ਸ਼ਾਰਟਕਟ ਸੋ ਕੋਲੈਸਟਰੋਲ ਹੋਰ ਵਧਿਆ, ਬਲੱਡ ਥਿਕ ਹੋਇਆ, ਕਿਤੇ ਨਾ ਕਿਤੇ ਹਾਰਟ ਅਟੈਕ ਆ ਜਾਣਾ, ਜਾਂ ਕਿਤੇ ਨਾ ਕਿਤੇ ਤੁਹਾਨੂੰ ਸਟ੍ਰੋਕ ਆ ਜਾਣਾ। ਸੋ ਉਹ ਤੁਹਾਡੀ ਪ੍ਰੋਬਲਮਸ ਉੱਥੋਂ ਸ਼ੁਰੂ ਹੁੰਦੀਆਂ ਨੇ। ਜੇ ਤੁਸੀਂ ਬਲੱਡ ਟੈਸਟ ਨਹੀਂ ਕਰਾਉਂਦੇ, ਆਪਦੀ ਬੋਡੀ ਦਾ ਧਿਆਨ ਨਹੀਂ ਰੱਖਦੇ, ਦੈਨ ਪ੍ਰੀਟੀ ਮਚ ਐਨੀ ਮੈਡੀਕੇਸ਼ਨ ਇਵੈਂਚੁਅਲੀ, ਹੈ ਨਾ, ਜੇ ਕੋਈ ਵੀ ਲੀਵਰ ਇੰਟੈਂਸ ਚੀਜ਼ ਲੈ ਰਹੇ ਹੋ। ਸੋ ਸਟੇਰੋਇਡਸ ਕਰਕੇ ਨਹੀਂ ਬੰਦਾ ਮਰਦਾ, ਅਣਗਹਿਲੀਆਂ ਕਰਕੇ। ਚਲੋ ਇਹਦਾ ਐਡਵਾਂਸ ਵਾਲਿਆਂ ਲਈ ਹੋ ਗਿਆ ਹੈ ਨਾ। ਜੇ ਆਪਾਂ ਕੋਈ ਬਿਗਨਰ ਬੰਦੇ ਦੀ ਗੱਲ ਕਰੀਏ ਹੈ ਨਾ, ਜਿੱਦਾਂ ਹੁਣ ਤੁਸੀਂ ਦੋਨੇ ਟ੍ਰੇਨਰ ਆ, ਜੇ ਕੋਈ ਤੁਹਾਡੇ ਕੋਲ ਬੰਦਾ ਆਉਂਦਾ ਵੀ ਮੈਂ ਬੋਡੀ ਬਣਾਉਣੀ ਆ ਨਾ, ਕਿੰਨੇ ਟਾਈਮ 'ਚ ਬਣੂਗੀ, ਜਾਂ ਇੱਦਾਂ ਦੇ 18-20 ਸਾਲਾਂ ਵਾਲੇ ਦੇ ਇਹੀ ਸਵਾਲ ਹੁੰਦੇ ਆ ਨਾ, ਡੌਲਾ ਬਣੇ ਮੇਰਾ, ਜਾਂ ਜਿਹੜੇ ਮੋਟੇ ਆ ਉਹਨਾਂ ਨੂੰ ਹੁੰਦਾ ਵੀ ਉੱਤੋਂ ਤੇ ਮੈਂ ਠੀਕ ਆ, ਬਸ ਢਿੱਡੇ ਵਿੱਚ ਹੋ ਜਾਵੇ। ਇਹ ਭਾਜੀ 30, 40, 50 ਹਰ ਏਜ 'ਚ ਕੋਈ ਵੀ ਹੁੰਦਾ, ਸੇਮ ਕੁਐਸਚਨ ਹੈ ਨਾ। ਜਿਹੜੇ 20 ਸਾਲ ਵਾਲੇ ਆ ਉਹਨਾਂ ਨੇ ਡੌਲੇ ਬਣਾਉਣੇ ਆ, 40 ਵਾਲਿਆਂ ਨੇ ਇਕੱਲਾ ਹੀ ਢਿੱਡ ਵਿੱਚ ਕਰਨਾ, ਬਸ ਹੈ ਨਾ। ਤੇ ਉਦੋਂ ਤੁਸੀਂ ਕਿੱਦਾਂ ਡਾਈਟ ਪਲਾਨ ਕਿੱਦਾਂ ਵੀ ਆਪਣਾ ਕਸਟਮਾਈਜ਼ ਕਰਦੇ ਆ, ਜਾਂ ਕੀ ਗੋਲ ਦੇ ਹਿਸਾਬ ਨਾਲ, ਜਾਂ ਸਾਰਿਆਂ ਨੂੰ? ਨਹੀਂ, ਡਾਈਟ ਹਰ ਇੱਕ ਦੀ ਲਾਈਕ ਸਪੈਸੀਫਿਕ, ਹਾਈਟ, ਵੇਟ, ਏਜ, ਗੋਲ, ਡੈਫੀਸਿਟ 'ਚ ਪਾਉਣਾ, ਫੀਮੇਲ ਆ ਕਿ ਮੇਲ ਆ, ਕਿੰਨਾ ਡੈਫੀਸਿਟ ਪਾਉਣਾ, ਲਾਈਫ ਸਟਾਈਲ ਕੀ ਆ ਬੰਦੇ ਦਾ। ਸੋ ਡਾਈਟ ਦਾ ਡਿਪਾਰਟਮੈਂਟ ਕੁਲਵਿੰਦਰ ਵੀਰਾ ਸਾਹਮਣੇ, ਬਿਕਾਜ਼ ਉਹਨੂੰ ਪਰਸਨਲੀ ਬਹੁਤ ਸਾਲ ਹੋ ਗਏ ਨੇ, ਉਹਦਾ ਸਭ ਤੋਂ ਐਕਸਪੀਰੀਅੰਸ ਹੈ ਡਾਈਟ। ਮੈਂ ਵੀ ਸਰਟੀਫਾਈਡ ਨਿਊਟ੍ਰੀਸ਼ਨ ਦਾ ਕੋਰਸ ਕੀਤਾ ਹੈ, ਬਟ ਮੈਂ ਲਾਈਕ ਉਹ ਰਿਸਪੋਂਸੀਬਿਲਿਟੀ ਮੈਂ ਨਹੀਂ ਲੈਂਦਾ, ਉਹ ਉਹਨਾਂ ਨੇ ਸ਼ੁਰੂ ਤੋਂ ਲਈ ਹੋਈ। ਸੋ ਸਿਸਟਮ ਹੀ ਇੱਦਾਂ ਸੈਟਲ ਕੀਤਾ, ਡਾਈਟਿੰਗ ਦਾ ਸਾਰਾ ਕੰਮ ਵੀਰਾ ਸਾਹਮਣੇ। ਸੋ ਜੇ ਆਪਾਂ ਬੇਸਿਕ ਗੱਲ ਕਰੀਏ, ਕੋਈ ਵੀ ਬੰਦਾ ਆਉਂਦਾ ਉਹਦੇ ਗੋਲ ਦੇ ਹਿਸਾਬ ਨਾਲ ਤੇ ਉਹਦੀ ਓਵਰਆਲ ਐਕਟੀਵਿਟੀ, ਬਿਕਾਜ਼ ਜੇ ਤੁਸੀਂ ਕਹੋ ਕਿ ਮੈਂ ਭਾਰ ਘਟਾਉਣਾ, ਪਹਿਲੀ ਚੀਜ਼ ਤੇ ਇਹ ਹੈ ਕਿ ਵੀ ਤੁਸੀਂ ਰਾਈਟ ਨੋ, ਹੈ ਨਾ, ਵੀ ਕਿੰਨੇ ਕੁ ਅਨਫਿਟ ਹੋ। ਫਿਰ ਇੱਕ ਐਸਟੀਮੇਟ ਹੁੰਦਾ ਕਿ ਤੁਹਾਡਾ ਕਿੰਨਾ ਕੁ ਬੋਡੀ ਵੇਟ ਜਾਊਗਾ। ਹੁਣ ਬੜੀ ਵਾਰੀ ਕੁਐਸਚਨ ਹੁੰਦਾ ਕਿ ਵੀ ਮੇਰੇ ਐਬਸ, ਜਾਂ ਕਹਿ ਲਓ ਕਿ ਮੇਰੀ ਲਾਈਨ ਢਿੱਡ ਦੀ, ਹੈ ਨਾ, ਕਦੋਂ ਦਿਖਣ ਲੱਗੂਗੀ। ਸੋ ਇੱਕ ਨੰਬਰ ਨਹੀਂ ਦੇ ਸਕਦੇ। ਜਾਂ ਕਈ ਵਾਰੀ ਹੁੰਦਾ ਕਿ ਭਾਜੀ ਮੇਰਾ ਭਾਰ ਕਿੰਨਾ ਕੁ ਹੋਣਾ ਚਾਹੀਦਾ, ਉਹਦਾ ਕੋਈ ਸਹੀ ਆਨਸਰ ਨਹੀਂ ਹੈਗਾ। ਬਿਕਾਜ਼ ਸੇਮ ਬੰਦਾ 150 ਪਾਊਂਡ ਦਾ, ਇੱਦਾਂ ਹੋ ਸਕਦਾ ਕਿ 150 ਪਾਊਂਡ ਦਾ ਢਿੱਡ ਨਿਕਲਿਆ ਹੋਇਆ, ਸੇਮ ਬੰਦਾ 150 ਪਾਊਂਡ ਦਾ ਤੇ ਐਬਸ ਨਿਕਲੇ ਹੋਏ, ਡਿਪੈਂਡ ਕਰਦਾ ਤੁਹਾਡੀ ਬੋਡੀ ਕੰਪੋਜੀਸ਼ਨ, ਫੈਟ ਜ਼ਿਆਦਾ ਕਿ ਮਸਲ ਜ਼ਿਆਦਾ। ਸੋ ਉਹ ਟਰਾਂਸਫੋਰਮੇਸ਼ਨ ਹੁੰਦੀ ਕਿ ਮਸਲ ਵਧਿਆ, ਫੈਟ ਘਟਿਆ, ਇਟ ਟੇਕਸ ਈਅਰਸ, ਸਪੈਸ਼ਲੀ ਜਿਹੜਾ ਬੰਦਾ ਨਵਾਂ ਆ ਰਿਹਾ, ਤੇ ਸਪੈਸ਼ਲੀ ਜਿਹੜਾ ਬੰਦਾ ਮਿਡ 30s ਲੇਟ 40s 'ਚ, ਉਹਨੂੰ ਟਾਈਮ ਲੱਗਣਾ। ਸੋ ਸਕੈਜੂਲਿੰਗ ਤੇ ਆ। ਹੁਣ ਮੈਜੋਰਿਟੀ ਕਲਾਇੰਟਸ ਆਉਂਦੇ ਨੇ ਟਰੱਕ ਡਰਾਈਵਰ ਜਾਂ ਜਿਨ੍ਹਾਂ ਦੀ ਸਿਟਿੰਗ ਜੋਬ ਆ, ਸੋ ਬੋਡੀ ਮੂਵਮੈਂਟ ਜ਼ਿਆਦਾ ਹੈ ਨਹੀਂ, ਐਕਟੀਵਿਟੀ ਹੈ ਨਹੀਂ। ਸੋ ਇਨੀਸ਼ੀਅਲੀ ਭਾਰ ਵਧਿਆ ਹੀ ਤਾਂ ਹੁੰਦਾ ਕਿ ਸੈਡੈਂਟਰੀ ਲਾਈਫ ਸਟਾਈਲ, ਬੈਠੇ ਰਹਿਣਾ। ਸੋ ਹਿਲਜੁਲ ਨਹੀਂ ਹੋਣੀ, ਬੋਡੀ ਦੀ ਐਕਟੀਵਿਟੀ ਨਹੀਂ, ਕੈਲੋਰੀਜ਼ ਬਰਨ ਨਹੀਂ ਹੁੰਦੀਆਂ, ਉਹਦਾ ਕਰਕੇ ਮੈਟਾਬੋਲਿਜ਼ਮ ਸਲੋ, ਤੇ ਡਾਈਟ ਦਾ ਵੀ ਧਿਆਨ ਨਹੀਂ ਰੱਖਣਾ। ਕੁਛ ਵੀ ਖਾ ਲਿਆ, ਹੁਣ ਜਿੰਨਾ ਫਾਸਟ ਫੂਡ ਆ ਉਹ ਕੈਲੋਰੀ ਡੈਂਸ ਆ,
ਹੁਣ ਇੱਕ ਪ੍ਰੋਟੀਨ ਦੇ ਡੱਬੇ 'ਚ 800 ਤੋਂ 1200 ਕੈਲੋਰੀਜ਼ ਆ, ਉਹ ਇੱਕ ਖਾ ਲਓਗੇ ਤੁਹਾਨੂੰ ਘੰਟੇ 2 ਘੰਟੇ ਬਾਅਦ ਫੇਰ ਭੁੱਖ ਲੱਗ ਜਾਣੀ। ਉਹ 1200 ਕਰਕੇ ਤੁਸੀਂ 3 ਵਾਰੀ ਵੀ ਖਾ ਗਏ ਤਾਂ 3600 ਤਾਂ ਹੋ ਗਈਆਂ। ਲੱਗਦਾ ਸਾਰਿਆਂ ਨੂੰ ਅਸੀਂ ਘੱਟ ਖਾਂਦੇ ਟਰੈਕ ਨਹੀਂ ਕਰਦੇ ਨਾ, ਫੂਡ ਟਰੈਕ। 5 ਫੁੱਟ 8 ਇੰਚ ਦਾ ਬੰਦਾ ਜਾਂ ਮੇਰੀ ਹਾਈਟ ਦਾ ਬੰਦਾ ਐਵਰੇਜ ਜੇ ਕਹ ਲਓ ਵੀ 150 ਪਾਉਂਡ ਵੀ ਭਾਰ ਆ, 2200 ਕੈਲੋਰੀਜ਼ ਉਹਦੀਆਂ ਹਾਰਡਲੀ ਹੋਣੀਆਂ। ਸੋ ਆਲਰੇਡੀ ਇੰਨਾ ਓਵਰ ਖਾ ਰਿਹਾ, ਉਹਦਾ ਭਾਰ ਵਧੀ ਜਾ ਰਿਹਾ, ਐਕਟੀਵਿਟੀ ਹੈ ਨਹੀਂ, ਸੋ ਮੈਟਾਬੋਲਿਜ਼ਮ ਹੋਰ ਸਲੋ ਹੋ ਰਿਹਾ। ਸੋ ਪਹਿਲੀ ਚੀਜ਼ ਤੇ ਇਹੀ ਹੁੰਦੀ ਕਿ ਉਹਨਾਂ ਨੂੰ ਐਕਟੀਵੇਟ ਕਰੀਏ। ਸੋ ਜੇ ਉਹ ਬੰਦਾ ਵਾ ਕਿ ਲੌਂਗ ਚੱਲਦੇ ਨੇ, ਕਈ ਨਾ ਲੌਂਗ ਹਾਲ ਲੈ ਕੇ ਚੱਲਦੇ ਨੇ ਅਮਰੀਕਾ ਨੂੰ ਵੀ, ਹਫ਼ਤੇ 'ਚ 3 ਦਿਨ ਹੀ ਜਿੰਮ ਆ ਸਕਦੇ ਨੇ। ਸੋ ਉਹਨਾਂ ਦੀ ਡਾਈਟ ਦੀਆਂ ਕੈਲੋਰੀਜ਼ ਇਸ ਹਿਸਾਬ ਨਾਲ ਹੁੰਦੀਆਂ ਕਿ ਵੀ ਨੋ ਇੰਨਾ ਕਾਰਡੀਓ ਨਹੀਂ ਕਰ ਪਾਉਣਗੇ, ਸੋ ਉਹਨਾਂ ਦਾ ਫੂਡ ਥੋੜ੍ਹਾ ਜ਼ਿਆਦਾ ਘੱਟ ਹੁੰਦਾ, ਉਹਨਾਂ ਨੂੰ ਕੈਲੋਰੀ ਡੈਫਿਸਿਟ ਜ਼ਿਆਦਾ ਦੇਣਾ ਪੈਂਦਾ ਕਿਉਂਕਿ ਉਹਨਾਂ ਦਾ ਕਾਰਡੀਓ ਓਨਾ ਘੱਟ ਆ। ਸੋ ਜਿਹੜਾ ਬੰਦਾ ਕਾਰਡੀਓ ਜ਼ਿਆਦਾ ਕਰ ਸਕਦਾ ਜਾਂ ਐਵਰੀ ਡੇ ਕਰ ਸਕਦਾ, ਉਹਨੂੰ ਫੂਡ ਵੀ ਥੋੜ੍ਹਾ ਜ਼ਿਆਦਾ ਦੇ ਦਿੰਦਾ। ਓਕੇ। ਅਤੇ ਇੱਕ ਜਿੱਦਾਂ ਹੁਣ ਤੁਸੀਂ ਕਹਿੰਦੇ ਕੈਲਰੀਆਂ ਘੱਟ ਕਰਨੀਆਂ ਨਾ, ਉਦੋਂ ਮੈਂ ਜਿੰਨਾ ਕੁ ਮੈਨੂੰ ਸਿੱਖਿਆ ਜਾਂ ਪੜ੍ਹਿਆ ਜਾਂ ਜਿੰਨਾ ਕੁ ਜਾਂਚਿਆ ਨਾ, ਉਹਦੇ ਵਿੱਚ ਅਲੱਗ-ਅਲੱਗ ਡਾਈਟ ਨੂੰ ਫੋਲੋ ਕਰਦੇ ਆ, ਜਿੱਦਾਂ ਕੋਈ ਪੇਲੀਓ ਕਰਦਾ, ਕੋਈ ਕੀਟੋ ਕਰਦਾ ਆ, ਜੋ ਇੰਟਰਮੀਡੀਏਟ ਹੁਣ ਇਹ ਕੀਟੋ ਕਰ ਰਿਹਾ, ਮੈਂ ਵੀ ਕੀਟੋ ਦੇ ਆ ਰਾਈਟ ਨਾਓ। ਸੋ ਉਹ ਕੀ ਲੱਗਦਾ ਉਹ ਅਪਰੋਚ ਵਧੀਆ ਆ ਕੈਲਰੀਜ਼ ਥੱਲੇ ਕਰਨ ਲਈ? ਦੇਖੋ, ਫੈਟ ਲਾਸ ਜਾਂ ਵੇਟ ਲਾਸ ਜਾਂ ਵੇਟ ਗੇਨ, ਬੇਸਿਕ ਲਾਅ ਕੈਲੋਰੀਜ਼ ਇਨ ਕੈਲੋਰੀਜ਼ ਆਊਟ, ਲਾਅ ਆਫ ਥਰਮੋਜੈਨੇਸਿਸ। ਡਾਈਟ ਭਾਜੀ ਸਾਰੀਆਂ ਅਲੱਗ-ਅਲੱਗ ਹੈਗੀਆਂ। ਕੁਝ ਬੰਦੇ ਕੀਟੋ ਇਸ ਲਈ ਕਰ ਪਾਉਂਦੇ, ਉਹਨਾਂ ਕੋਲ ਕਾਰਬਸ ਨਹੀਂ ਕੰਟਰੋਲ ਹੁੰਦੇ, ਕਈਆਂ ਨੂੰ ਮੈਡੀਕਲ ਪ੍ਰੋਬਲਮ ਹੁੰਦੀ ਹੈ। ਕਾਰਬਸ ਇਦਾਂ ਹੁੰਦੇ ਕਿ ਸਭ ਤੋਂ ਈਜ਼ੀਲੀ ਆਪਾਂ ਖਾ ਲੈਂਦੇ ਹਾਂ ਤੇ ਜ਼ਿਆਦਾ ਓਵਰ ਕੰਜ਼ਿਊਮ ਕਰ ਲੈਂਦੇ ਨਾ, ਤੇ ਫਲੈਕਸੀਬਲ ਡਾਈਟਿੰਗ ਹੁੰਦੀ ਨਹੀਂ ਲੋਕਾਂ ਤੋਂ ਕਿਉਂਕਿ ਆਪਸ਼ਨ ਆਪਾਂ ਦੇ ਦਿੰਦੇ ਇੰਨੀਆਂ, ਤੇ ਹਰ ਬੰਦਾ ਹੁੰਦਾ ਕਿ ਆ ਵੀ ਖਾ ਲਓ, ਆ ਵੀ ਖਾ ਲਓ। ਉੱਥੇ ਹਮੇਸ਼ਾ ਲਾਈਕ ਕੈਲੋਰੀ ਡੈਫਿਸਿਟ ਰਹਿ ਨਹੀਂ ਜਾਂਦਾ। ਉੱਥੇ ਫਿਰ ਕੁਝ ਬੰਦਿਆਂ ਲਈ ਕੀਟੋ ਹੈਲਪਫੁਲ ਹੋ ਜਾਂਦੀ ਆ ਕਿਉਂਕਿ ਇੱਕ ਸਟ੍ਰਿਕਟ ਪੈਟਰਨ ਪਲਾਨ ਹੈਗਾ ਨਾ, ਕਾਰਬ ਖਾਣੇ ਨਹੀਂ ਆਪਾਂ, ਤੇ ਵੀਕਨੈਸ ਹਰ ਬੰਦੇ ਦੀ ਉਹੀ ਆ, ਕਾਰਬ ਓਵਰ ਕੰਜ਼ਿਊਮ ਕਰ ਲੈਂਦੇ। ਸੋ ਕਾਰਬੋਹਾਈਡਰੇਟਸ ਲੋਕ ਪ੍ਰਾਇੋਰਟਾਈਜੇਸ਼ਨ ਗਲਤ ਕਰਦੇ ਨੇ, ਕਾਰਬ ਨੂੰ ਮਾੜਾ ਬਣਾ ਦਿੱਤਾ ਗਿਆ ਬੇਸਿਕਲੀ, ਹੈ ਮਾੜੇ ਨਹੀਂਗੇ। ਜਿਹਨੂੰ ਵੀ ਮਾੜਾ ਤਾਂ ਦੇਸੀ ਘੀ ਨੂੰ ਵੀ ਬਣਾਤਾ, ਸੌਰੀ ਮੈਂ ਤੁਹਾਨੂੰ ਰੋਕ ਲਿਆ। ਆਪਣਾ ਬ੍ਰੇਨ ਚੱਲਦਾ ਹੀ ਕਾਰਬਸ ਦੇ, ਮੇਨ ਸੋਰਸ ਆਫ ਏਟੀਪੀ। ਸੋ ਲਾਈਕ ਬੜੀ ਵਾਰੀ ਇਹ ਕੁਐਸਚਨ ਹੁੰਦਾ ਜਾਂ ਕਈ ਵਾਰੀ ਨਾ ਜੇ ਰੈਂਡਮ ਕਿਸੇ ਨੂੰ ਪੁੱਛ ਲਓ, ਕਲਾਇੰਟਸ ਵੀ ਕਈ ਵਾਰੀ ਇਹ ਕਰ ਜਾਂਦੇ ਨੇ ਈਵਨ ਆਫਟਰ ਇੰਸਟਰਕਸ਼ਨਸ। ਐਵਰੇਜ ਬੰਦੇ ਦਾ ਕੁਐਸਚਨ ਹੁੰਦਾ ਕਿ ਵੀ ਮੈਂ ਅੰਡੇ ਦੀ ਗੋਲੀ ਨਹੀਂ ਖਾਂਦਾ, ਮੈਂ ਸਿਰਫ ਐਗ ਵਾਈਟ ਖਾਂਦਾ, ਜਾਂ ਮੇਰੀ ਡਾਈਟ 'ਚ ਮੈਂ ਫੈਟ ਬੰਦ ਕੀਤਾ ਹੈ। ਉਹਨਾਂ ਨੂੰ ਇਹ ਹੁੰਦਾ ਕਿ ਖਨੀ ਫੈਟ ਕਰਕੇ ਆਹ ਫੈਟ ਤੇ ਉਹ ਫੈਟ ਫੈਟ ਨੂੰ ਮੋਟਾਪਾ ਸਮਝਦੇ, ਇਸੇ ਕਰਕੇ ਦੇਸੀ ਘੀ ਜਿੱਦਾਂ ਆਪਾਂ ਕਿਹਾ ਨਾ, ਦੇਸੀ ਘੀ ਨੂੰ ਵੀ ਮਾੜਾ ਵਿਲਨ ਬਣਾਇਆ। ਫੈਟ ਵਰਡ ਗਲਤ, ਇਹ ਐਡੀਪੋਸ ਟਿਸ਼ੂ ਆ, ਇਹਦੇ 'ਚ ਫੈਟੀ ਐਸਿਡ ਆ ਜਮ੍ਹਾਂ ਹੋਇਆ। ਸੋ ਉਹ ਟਰਮ ਗਲਤ ਯੂਜ਼ ਕਰਦੇ ਨੇ ਕਿ ਉਹ ਡਾਈਟ 'ਚ ਫੈਟ ਛੱਡ ਦਿੰਦੇ ਨੇ। ਸੋ ਉਹਨਾਂ ਸਾਰਿਆਂ ਲਈ ਇੱਕ ਚੀਜ਼ ਆ ਕਿ ਤੁਹਾਡੇ ਹਾਰਮੋਨਸ ਜਿੰਨੇ ਵੀ ਨੇ ਕੋਲੈਸਟਰੋਲ ਤੋਂ ਬਣਦੇ ਨੇ, ਸਾਰੇ ਕੋਲੈਸਟਰੋਲ। ਸੋ ਯੂ ਨੀਡ ਗੁੱਡ ਫੈਟਸ ਇਨ ਯੋਰ ਡਾਈਟ। ਨਟਸ ਹੋ ਗਏ, ਐਵੋਕਾਡੋ, ਐਗ ਯੋਕ ਹੋ ਗਿਆ, ਡੇਅਰੀ ਹੋ ਗਈ, ਤੁਹਾਨੂੰ ਗੁੱਡ ਫੈਟ ਚਾਹੀਦਾ ਕਿ ਤੁਹਾਡੇ ਹਾਰਮੋਨ ਹੈਲਥ ਵਧੀਆ ਰਹੇ। ਪੁਰਾਣੇ ਟਾਈਮ 'ਚ ਲੋਕੀ ਦੇਸੀ ਘਿਓ ਖਾਂਦੇ, ਹੈਲਦੀ ਕਿਉਂ ਸੀ? ਐਕਟੀਵਿਟੀ ਬਹੁਤ ਸੀ ਤੇ ਮਿਹਨਤ ਜ਼ਿਆਦਾ ਸੀ, ਤੇ ਕੈਲਰੀਜ਼ ਖਾਂਦੇ ਸੀ ਨੋ ਡਾਊਟ, ਬਟ ਬਰਨ ਵੀ ਕਰਦੇ ਸੀ। ਹੁਣ ਕੀਟੋ ਦੇ ਵਿੱਚ ਤੇ ਹੈ ਹੀ ਫੈਟ, ਸੋ ਇਦਾਂ ਦਾ ਬੰਦਾ ਮੈਂ ਭਾਜੀ 70 ਪਾਉਂਡ ਲੂਜ਼ ਕੀਤਾ ਲਾਸਟ ਈਅਰ ਕੀਟੋ ਤੇ ਮੈਂ ਤਾਂ ਫੈਟ ਮੈਨੂੰ ਲੱਗਦਾ ਆਮ ਬੰਦੇ ਤੋਂ 3-4 ਗੁਣਾ ਜ਼ਿਆਦਾ ਹੀ ਖਾਂਦਾ ਸੀ। ਕੀਟੋ ਵਾਲਿਆਂ ਨੂੰ ਤਾਂ ਫਿਰ ਖਾਣੀ ਵੀ ਮੈਜੋਰਿਟੀ ਪੋਰਸ਼ਨ ਹੀ ਫੈਟ ਹੁੰਦਾ। ਉੱਥੇ ਕੀ ਹੋਇਆ ਕਿ ਕਾਰਬ ਜ਼ੀਰੋ ਹੋ ਗਏ ਤੇ ਮੇਰਾ ਕੰਟਰੋਲ ਸੀ ਕਿ ਮੈਂ ਇੰਨੀ ਫੈਟਸ ਖਾਣੀਆਂ। ਮੈਂ ਕੈਲਰੀਜ਼ ਟਰੈਕ ਕੀਤੀਆਂ ਹੋਈਆਂ ਸੀ ਨਾ, ਤੇ ਮੋਡਰੇਟ ਜਿਹਾ ਪ੍ਰੋਟੀਨ ਰੱਖਣਾ। ਤਾਂ ਕਨਸੈਪਟ ਉਹੀ ਹੈ, ਕੈਲਰੀਕ ਡੈਫਿਸਿਟ ਕੀਟੋ ਦੇ ਵਿੱਚ ਵੀ ਰਹੇ। ਸੋ ਡਾਈਟ ਜਿਹੜੀ ਮਰਜ਼ੀ ਫੋਲੋ ਕਰ ਲਓ, ਕੈਲਰੀ ਡੈਫਿਸਿਟ ਤੁਹਾਨੂੰ ਰਹਿਣਾ ਹੀ ਪੈਣਾ। ਜੇ ਤੁਸੀਂ ਕੀਟੋ ਤੇ ਹੋ ਕੇ 3-4 ਹਜ਼ਾਰ ਕੈਲਰੀਜ਼ ਖਾ ਰਹੇ ਹੋ, ਉੱਥੇ ਵੇਟ ਗੇਨ ਹੋਣਾ, ਵਧਣਾ ਹੀ ਆ। ਸੋ ਕੋਈ ਗਲਤ ਹੋਰ ਗੰਦਾ ਕੁਝ ਇੰਨਾ ਅਗਰੈਸਿਵ ਫੈਟ ਕੰਟੈਂਟ ਆ ਕਿ ਤੁਹਾਡਾ ਕੋਲੈਸਟਰੋਲ ਛੱਤਾਂ ਪਾੜ ਹੋ ਜਾਣਾ, ਟੂ ਮੱਚ। ਹੁਣ ਇੱਕ ਡਾਈਟ ਭਾਈ ਜਿੱਦਾਂ ਫੈਟ ਲਾਸ ਲਈ ਰਾਈਟ, ਉਹ 'ਚ ਹੀ ਆਪਾਂ ਲਾਈਕ 30 ਗ੍ਰਾਮ ਹਰ ਚੀਜ਼ 'ਚ ਵਧਾ ਦਈਏ, ਉਹ ਵੇਟ ਗੇਨ ਦੀ ਡਾਈਟ ਬਣ ਜਾਂਦੀ। ਸੋ ਕੁਛ ਮੈਜਿਕ ਨਹੀਂਗਾ ਉਹ ਚੀਜ਼। ਇਹ ਵੀ ਮਿਸਕਨਸੈਪਸ਼ਨ ਬਹੁਤ ਹੈ ਕਿ ਜਦੋਂ ਕੋਈ ਕੈਲਰੀ ਡੈਫਿਸਿਟ ਜਾਂਦਾ, ਉਹ ਇੰਨਾ ਐਕਸਟ੍ਰੀਮ ਚੱਲ ਜਾਂਦੇ ਨੇ ਕਿ ਬੋਡੀ ਸਫਰ ਕਰਨ ਲੱਗ ਪੈਂਦੀ। ਕੈਲਰੀ ਡੈਫਿਸਿਟ ਇੰਨਾ ਐਕਸਟ੍ਰੀਮ ਜਾਂਦੇ ਆ ਕਿ ਉਹ ਮੋਟੀਵੇਸ਼ਨ ਕੀ ਆ, ਹੋਣਾ ਬਾਅਦ ਚੋਂ ਹੋਣੀ, ਟੈਂਪਰੇਰੀ 2-3 ਹਫ਼ਤੇ ਹੁੰਦੀ ਬੰਦੇ ਦੀ। ਫਿਰ ਹਫ਼ਤਾ ਕੁ ਬੰਦੇ ਨੇ ਰੱਖੀ ਮੋਟੀਵੇਸ਼ਨ, ਕੈਲਰੀ ਡੈਫਿਸਿਟ ਗਿਆ, ਵੀਕਐਂਡ ਤੇ ਆ ਕੇ ਕ੍ਰੇਵਿੰਗ ਹੋਈ, ਜਿੰਨਾ ਡੈਫਿਸਿਟ ਗਿਆ ਤਿੱਗਣਾ ਖਾ ਲਿਆ ਸਾਰਾ, ਤੇ ਉਹ ਨਾਲ ਹੀ ਮੋਟੀਵੇਸ਼ਨ ਡਾਊਨ, ਨਾਲ ਹੀ ਉਹ ਭਾਰ ਫੇ ਗਏ, ਸਗੋਂ ਵੇਟ ਹੋਰ ਵੱਧ ਗਿਆ, ਬੰਦਾ ਡੀਮੋਟੀਵੇਟ। ਤੁਸੀਂ ਜੇ ਲੈਟਸ ਸੇ ਤੁਹਾਡੀ ਮੇਨਟੇਨੈਂਸ 2000 ਆ, ਤੁਸੀਂ 200 ਕੈਲਰੀ ਵੀ ਘਟਾ ਦੋਗੇ,
ਇਨਫ ਤੁਹਾਡੇ ਲਈ ਇਨਫ ਬਿਕਾਜ਼ ਆਈ ਸੈਡ 500 ਕੈਲੋਰੀ ਤੁਸੀਂ ਐਵਰੀ ਡੇ ਡੈਫਿਸਿਟ ਰਹਿ ਰਹੇ ਹੋ ਟੋਟਲ ਤੁਹਾਡਾ ਹਫਤੇ ਵੀਕ ਚ 1 ਪਾਉਂਡ ਪਿਓਰ ਫੈਟ ਲਾਸ ਹੋਊਗਾ ਸੋ ਤੁਸੀਂ 200 ਕੈਲੋਰੀ ਫੂਡ ਚੋਂ ਕੱਢਤੀ ਇੱਕ ਰੋਟੀ ਥੋੜੇ ਚੌਲ ਘਟਾਤੇ ਜਾਂ ਥੋੜੇ ਲੈਟਸ ਸੇ ਕਿ ਓਵਰਆਲ ਘਿਓ ਘੱਟ ਪਾਉਣ ਲੱਗ ਪਿਆ ਉਹਨੇ ਜੀ 200 ਕੈਲੋਰੀ ਘਟ ਗਈਆਂ ਤੇ ਉਹੀ ਘੰਟਾ ਤੁਸੀਂ ਰੋਜ਼ ਵਾਕ ਕਰਨ ਲੱਗ ਪਏ ਟ੍ਰੈਡਮਿਲ ਤੇ 250 ਬਰਨ ਚੱਕੋ 550 ਸੋ ਉਹ ਚੀਜ਼ ਹੁਣ ਉਹ ਤੁਸੀਂ ਤੁਹਾਡੀ ਡਾਈਟ ਕੀਟੋ ਬੇਸਡ ਸੀ ਪੇਲੀਓ ਸੀ ਫੁੱਲੀ ਕਾਰਨੀਵਰ ਸੀ ਜਾਂ ਬੈਲੈਂਸਡ ਸੀ ਡਜ਼ ਨਾਟ ਮੈਟਰ ਉਹ ਚੀਜ਼ਾਂ ਸਪੈਸੀਫਿਕ ਆ ਜਾਂਦੀਆਂ ਨੇ ਹੁਣ ਮੈਂ ਕੀਟੋ ਤੇ ਆ ਰਾਈਟ ਨਾਓ ਕਾਰਬਸ ਜਮਾ ਬੰਦ ਨੇ ਮੇਰਾ ਰੀਜ਼ਨ ਹੈਗਾ ਕੰਪੀਟੀਸ਼ਨ 4 ਹਫ਼ਤੇ ਰਹਿ ਗਏ ਨੇ ਗਲਾਈਕੋਜਨ ਨੂੰ ਡਿਪਲੀਟ ਕਰਨਾ ਕਾਰਬਸ ਨੂੰ ਬੋਡੀ ਫਲੈਟ ਕਰਨੀ ਜਾਵੇਂ ਤੇ ਹੁਣ ਹੁਣ ਪੀਕ ਵੀਕ ਜਿਹੜਾ ਲਾਸਟ ਵੀਕ ਆ ਸ਼ੋ ਦਾ ਉਦੋਂ ਮੈਂ ਕਾਰਬ ਰੀਫਿਲ ਕਰਨੇ ਕਿ ਹੁਣ ਰਾਈਟ ਨਾਓ ਬੋਡੀ ਦੀ ਸੈਂਸਿਟੀਵਿਟੀ ਰੀਸੈਟ ਕਰ ਰਹੇ ਹਾਂ ਅਸੀਂ ਇਨਸੂਲਿਨ ਸੈਂਸਿਟੀਵਿਟੀ ਨਾ ਬੋਡੀ ਦੀ ਰੀਸੈਟ ਹੋ ਰਹੀ ਹੈ ਕਿ ਜਮਾਂ ਹੀ ਕਾਰਬਸ ਨਹੀਂ ਦੇ ਰਹੇ ਲਾਸਟ ਵੀਕ 'ਚ ਜਦੋਂ ਮੈਂ ਦਊਂਗਾ ਬੋਡੀ ਬਹੁਤ ਵਧੀਆ ਰਿਸਪੌਂਡ ਕਰੇਗੀ ਸਾਰੇ ਮਸਲਸ ਪੌਪ ਆਊਟ ਕਰਨਗੇ ਸੋ ਇਹ ਇੱਕ ਪਰਪਸਲੀ ਕਰ ਰਹੇ ਹਾਂ ਸੋ ਪਰ ਕੀਟੋ ਹੁਣ ਇਹ ਵੀ ਇਦਾਂ ਕਿ ਕੀਟੋ ਹਮੇਸ਼ਾ ਮੇਰਾ ਮੈਂ ਦੱਸਦਾ ਲਾਸਟ ਮੈਂ ਇਸ ਲਈ ਕੀਤੀ ਮੈਨੂੰ ਕ੍ਰੋਨਿਕ ਫੈਟਿਗ ਸਿੰਡਰੋਮ ਆ ਰਾਈਟ ਸੋ ਮੇਰੀ ਬੋਡੀ ਕਾਰਬੋਹਾਈਡਰੇਟਸ ਨੂੰ એનર્ਜੀ ਚ ਨਹੀਂ ਕਨਵਰਟ ਨਹੀਂ ਕਰਦੀ ਮੈਂ ਕੁਝ ਵੀ ਖਾਣਾ ਮੈਨੂੰ ਫੀਲ ਹੀ ਨਹੀਂ ਹੁੰਦਾ ਖਾਦਾ ਉਹਨੇ 1 ਗ੍ਰਾਮ ਕਾਰਬ ਤੇ 4 ਕੈਲਰੀਆਂ ਤੇ ਫੈਟ ਦੇ ਵਿੱਚ ਹੁੰਦੀਆਂ 9 ਕੈਲਰੀਆਂ ਸੋ ਡਾਕਟਰ ਨਾਲ ਮੈਂ ਇੱਕ ਵਾਰ ਡਿਸਕਸ ਕੀਤਾ ਹੋਇਆ ਸੀ ਉਹ ਡਾਕਟਰ ਕਹਿੰਦਾ ਵਾਈ ਨਾਟ ਕੀ ਕੀਟੋ ਟਰਾਈ ਕਰ ਇੱਕ ਵਾਰ ਕਾਰਬ ਜ਼ੀਰੋ ਹੋ ਗਏ ਫੈਟ ਖਾਣੇ ਆਪਾਂ ਫੈਟ ਦੀ ਲਾਈਕ એનર્ਜੀ ਡਬਲ ਆਲਮੋਸਟ ਕਾਰਬ ਤੋਂ ਤਾਂ ਮੈਨੂੰ ਇਵੈਂਚੁਅਲੀ ਥੋੜਾ ਬੈਟਰ ਵੀ ਫੀਲ ਹੋਣ ਲੱਗ ਪਿਆ ਇੱਕ ਤਾਂ weight loss ਵਾਲਾ ਬੈਨੀਫਿਟ ਹੋ ਗਿਆ ਦੂਜਾ ਮੈਨੂੰ ਅੰਦਰੋਂ ਹੈਲਦੀ ਫੀਲ ਇਹੀ ਬਟ ਜੇ ਮੈਂ ਕਹਾਂ ਬਈ ਮੈਨੂੰ ਰਿਜ਼ਲਟ ਆਏ ਤੂੰ ਵੀ ਫੋਲੋ ਕਰ ਲੈ ਨਹੀਂ ਹਰ ਬੰਦੇ ਨੂੰ ਕੋਈ ਸੂਟ ਨਹੀਂ ਕਰਦੀ ਹਰ ਇੱਕ ਦੀ ਲਾਈਫ ਸਟਾਈਲ ਦੇ ਉੱਤੇ ਸਪੈਸੀਫਿਕ ਆ ਕਿ ਚਾਹੁੰਦੇ ਕੀ ਹੋ ਤੁਸੀਂ ਉਸ ਚੀਜ਼ ਤੋਂ ਇੰਟਰਮਿਟੈਂਟ ਫਾਸਟਿੰਗ ਦਾ ਵੀ ਇਹੀ ਹਿਸਾਬ ਆ ਹੁਣ ਬੇਸਿਕਲੀ ਤੁਸੀਂ 8 ਘੰਟੇ 10 ਘੰਟੇ 12 ਘੰਟੇ ਦੀ ਵਿੰਡੋ ਰੱਖਦੇ ਹੋ ਹੁਣ ਕਈ ਲੋਕ ਨੇ ਉਹ ਮਾਰਨਿੰਗ ਉੱਠਦੇ ਬਹੁਤ ਭੁੱਖ ਲੱਗਦੀ ਹੈ ਦੇ ਕਾਂਟ ਉਹਨਾਂ ਨੂੰ ਬ੍ਰੇਕਫਾਸਟ ਚਾਹੀਦਾ ਕਈ ਲੋਕ ਨੇ ਉਹ 12 ਵਜੇ ਤੱਕ ਵੀ ਉਹ ਕਈਆਂ ਨੂੰ ਹੁੰਦਾ ਕਿ ਮੈਨੂੰ ਉੱਠਦੇ ਭੁੱਖ ਨਹੀਂ ਲੱਗਦੀ ਸੋ ਲਾਈਫ ਸਟਾਈਲ ਤੇ ਆ ਕਿ ਜੇ ਤੇ ਤੁਸੀਂ ਉਹ ਚੀਜ਼ ਮੇਨਟੇਨ ਕਰ ਸਕਦੇ ਹੋ ਕਿ 12 ਘੰਟੇ 18 ਘੰਟੇ ਭੁੱਖੇ ਰਹਿ ਕੇ ਉਹ 4 ਤੋਂ 6 ਘੰਟੇ ਦੀ ਵਿੰਡੋ 'ਚ ਸਾਰਾ ਫੂਡ ਖਾਣਾ if you are able to do it every day good for you ਮੈਂ ਪਰਸਨਲੀ ਮੈਂ ਨਹੀਂ ਕਰ ਸਕਦਾ ਹੁਣ ਕਾਈਂਡ ਆਫ ਹੋ ਰਿਹਾ ਮੇਰਾ ਰੀਜ਼ਨ ਇਹ ਆ ਫੂਡ ਥੋੜਾ ਭੁੱਖ ਜ਼ਿਆਦਾ ਲੱਗਦੀ ਆ ਜੇ ਮੈਂ ਅਰਲੀ ਡਾਈਟ ਸ਼ੁਰੂ ਕਰਦਾ ਸਵੇਰੇ ਮੀਲ ਲੈਣੇ ਮੇਰੇ ਸ਼ਾਮ ਤੱਕ ਹੀ ਫੂਡ ਮੁੱਕ ਜਾਂਦਾ ਰਾਤ ਨੂੰ ਭੁੱਖ ਲੱਗੀ ਤੇ ਨੀਂਦ ਨਹੀਂ ਆਉਂਦੀ ਸੋ ਮੈਂ ਸ਼ੁਰੂ ਹੀ ਲੇਟ ਕਰਦਾ ਜਾਣ ਬੁੱਝ ਕੇ ਸਵੇਰੇ ਭੁੱਖ ਜਰ ਲੈਣਾ ਕਿ ਰਾਤ ਤਾਈਂ ਮੇਰੇ ਡਿਨਰ ਬੈੱਡ ਟਾਈਮ ਤੱਕ ਇੱਕ ਮੀਲ ਪਿਆ ਹੋਵੇ ਕਿ ਮੈਂ ਖਾਂਦਿਆਂ ਸੌਂ ਜਾ ਤੇ ਮੈਨੂੰ ਨੀਂਦ ਆ ਜਾਏ ਕਿਉਂਕਿ ਜੇ ਮੈਂ ਨਾ ਸੁੱਤਾ ਗਰਲ ਨਹੀਂ ਕੀਤੀ ਸੋ ਉਹ ਰੀਜ਼ਨਸ ਨੇ ਸਪੈਸੀਫਿਕ ਬਟ ਜੇ ਕੋਈ ਕਹੇ ਕਿ ਉਹ ਇੰਟਰਮਿਟੈਂਟ ਫਾਸਟਿੰਗ ਕੀਤੀ ਸੀ ਤਾਂ ਭਾਰ ਘਟ ਗਿਆ ਨਹੀਂ ਕੈਲਰੀ ਡੈਫਿਸਿਟ ਸੀਗੇ ਤਾਂ ਮੇਰੇ ਨਾਲ ਹੀ ਇਦਾਂ ਹੀ ਹੋਇਆ ਹੁਣ ਮੈਂ ਲਾਈਕ ਟ੍ਰਾਂਸਫਰਮੇਸ਼ਨ ਆਪਣੀ ਪੋਸਟ ਕੀਤੀ ਲਾਸਟ ਈਅਰ ਹੈ ਨਾ ਸਾਰੇ ਕਲਾਇੰਟਸ ਮੇਰੇ ਪਰਸਨਲੀ ਮੈਨੂੰ ਕਹਿਣ ਲੱਗੇ ਬਈ ਕੀਟੋ ਦੇ ਉਹ ਸਾਰਿਆਂ ਨੂੰ ਹੁੰਦਾ ਵੀ ਪਤਾ ਨਹੀਂ ਕਿਹੜਾ ਮੈਜਿਕ ਵਾਲੀ ਛੜੀ ਆ ਇਹੀ ਗੱਲ ਕਹਿੰਦੇ ਮੈਂ ਕੀਟੋ ਜੇ ਅੱਜ 2 ਮਹੀਨੇ ਕਰ ਲਈ ਤੀਜੇ ਮਹੀਨੇ ਸ਼ੁਰੂ ਕੀਤੀ weight regain ਹੋਣਾ ਹੀ ਹੋਣਾ ਕਿਉਂਕਿ ਰਿਵਰਸ ਕਰਨਾ ਹੁੰਦਾ ਤੁਸੀਂ ਇੱਕ ਵਾਰ ਕਰ ਲਈ weight loss ਅਚੀਵ ਹੋ ਗਿਆ ਉਹ 'ਚ ਵਾਟਰ ਰਿਟੈਂਸ਼ਨ ਜਿੰਨੀ ਹੁੰਦੀ ਉਹ ਵੀ ਗਿਆ ਫੈਟ ਥੋੜਾ ਲਾਸ ਹੋਇਆ ਇੱਕੋਦਮ ਕਾਰਬ ਐਡ ਕੀਤੇ ਫਿਰ ਉਹ ਚੀਜ਼ ਬੈਕ ਹੋ ਜਾਣੀ ਸੋ ਆਹ ਚੀਜ਼ ਆ ਇੱਕ ਕੀਟੋ ਦੀ ਜਿਹਦਾ ਕਰਕੇ ਲੋਕ ਇੰਪ੍ਰੈਸ ਹੁੰਦੇ ਨੇ ਇਨੀਸ਼ੀਅਲ weight loss ਜਿਹੜਾ ਕਾਰਬਸ ਨੇ ਉਹ ਗਲਾਈਕੋਜਨ ਚ ਕਨਵਰਟ ਹੋ ਕੇ ਸਾਡੇ ਮਸਲਸ ਤੇ ਜਾਂਦੇ ਨੇ ਐਂਡ ਉਹ ਵਾਟਰ ਵੀ ਹੋਲਡ ਕਰਦੇ ਸੋ ਵਾਟਰ ਵੇਟ ਤੇ ਗਲਾਈਕੋਜਨ ਵੇਟ ਮਸਲ 70% ਪਾਣੀ ਹੈ ਸੋ ਉਹ ਆਟੋਮੈਟਿਕਲੀ ਜਦੋਂ ਤੁਸੀਂ ਕਾਰਬਸ ਕੱਟ ਆਫ ਕਰਤੇ 3-4 ਦਿਨ ਬਾਅਦ ਕੰਪਲੀਟਲੀ ਡਿਪਲੀਟ ਬੋਡੀ ਫਲੈਟ ਉਹ ਕਾਰਬਸ ਦਾ ਜਿਹੜਾ ਗਲਾਈਕੋਜਨ ਤੇ ਵਾਟਰ ਵੇਟ ਜਿਹੜਾ ਜਾਣਾ ਉਹ 7-8 ਪਾਉਂਡ ਕਈਆਂ ਦਾ ਜਾਂਦਾ ਤੇ ਤੁਸੀਂ ਕਹਿ ਨਹੀਂ ਰਹੇ ਇੱਕ ਵੀਕ 'ਚ 7 ਪਾਉਂਡ ਸੋ ਇਹ ਕੇਸ 'ਚ ਹੁੰਦਾ ਸੋ ਹਫਤੇ 'ਚ 7 ਪਾਉਂਡ ਗਿਆ ਅਗਲਾ ਇੰਪ੍ਰੈਸਡ ਬਟ ਦਾ ਰਿਐਲਿਟੀ ਇਜ਼ ਉਹ ਵਾਟਰ ਵੇਟ ਤੇ ਗਲਾਈਕੋਜਨ ਜ਼ਰੂਰੀ ਆ ਇਟਸ ਨਾਟ ਹਾਰਮਿੰਗ ਯੂ ਉਹ ਐਕਸਟਰਾ ਬੋਡੀ ਵੇਟ ਨਹੀਂ ਪਾਰਟ ਆਫ ਯੂਰ ਬੋਡੀ ਵੇਟ ਉਹ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਦੁਬਾਰਾ ਕਾਰਬਸ ਇੰਜੈਸਟ ਕਰੋਗੇ ਥੋੜੇ ਜਿਹੇ ਵੀ ਉਹ ਫੇਕ ਰਿਵਰਸ ਹੋ ਜਾਣੀ ਫਿਰ ਵਾਟਰ ਵੇਟ ਆ ਜਾਣਾ ਐਂਡ ਇਟਸ ਅ ਗੁੱਡ ਥਿੰਗ ਮਸਲਸ ਦੇ ਵਿੱਚ ਪਾਣੀ ਹੋਣਾ ਹਾਈਡਰੇਸ਼ਨ ਹੋਣਾ ਵਧੀਆ ਚੀਜ਼ ਸਾਰੇ ਨਿਊਟ੍ਰੀਐਂਟਸ ਜਾਓਗੇ ਮਸਲ ਗਰੋ ਕਰੂਗਾ ਸੋ ਇਹੀ ਹੈ ਜਿੱਦਾਂ ਮੇਰਾ ਇੱਕ ਫਰੈਂਡ ਆ ਨਾ ਉਹ 70 ਕਿਲੋ ਦਾ ਨਾ ਤੇ ਉਹ ਕਹਿੰਦਾ ਹੁੰਦਾ ਮੈਂ ਤਾਂ ਯਾਰ ਜਿਮ ਵੀ ਜਾਈ ਜਾਂਦਾ ਨਾ ਖਾਈ ਦਾ ਵੀ ਆਪਾਂ ਖੁੱਲਾ ਬਸ ਆਪਣੇ ਫੈਟ ਨਹੀਂ ਚੜ੍ਹਦੀ ਮਸਲ ਨਹੀਂ ਬਣਦੇ ਜਿੱਦਾਂ ਕਈ ਹੁੰਦੇ ਨਹੀਂ ਚੀੜੇ ਜਿਹੇ ਹਨਾ ਉਹ ਵੀ ਮੈਨੂੰ ਲੱਗਦਾ ਵੀ ਜੇ ਤੁਸੀਂ ਖਾਏ ਨਿਊਟ੍ਰੀਸ਼ਨ ਨਹੀਂ ਸਾਡਾ ਵਧੀਆ ਤੇ ਉਹ ਤੁਸੀਂ ਮਸਲ ਵੀ ਜਾਂ ਫੈਟ ਵੀ ਕਿੱਦਾਂ ਗੇਨ ਕਰੋਗੇ ਹਨਾ ਨਿਊਟ੍ਰੀਸ਼ਨ ਕਿੰਨਾ ਇੰਪੋਰਟੈਂਟ ਹੈ ਨਾ ਉਹਦੇ 'ਚ ਦੇਖੋ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਕੈਲਰੀਜ਼
ਬਿਲਕੁਲ ਪਹਿਲੀ ਚੀਜ਼ ਉਹ ਆ, ਫਿਰ ਜੈਨੇਟਿਕਸ ਦੂਜੇ ਜੈਨੇਟਿਕਸ, ਫਿਰ ਤੀਸਰਾ ਆਉਂਦਾ ਕਿ ਕੈਲੋਰੀਜ਼ ਦੀ ਜਿਹੜੀ ਡਿਵੀਜ਼ਨ ਉਹ ਕਿਵੇਂ ਰੇਸ਼ੀਓ ਵੀ ਕਾਰਬਸ ਪ੍ਰੋਟੀਨ ਫੈਟਸ ਦੀ ਕਿਵੇਂ। ਹੁਣ ਸਾਡੇ ਕੋਲ ਵੀ ਕਈ ਕਲਾਇੰਟਸ ਨੇ ਉਹਨਾਂ ਦਾ ਇਹੀ ਹੁੰਦਾ ਕਿ ਮੈਂ ਜੋ ਮਰਜ਼ੀ ਖਾ ਲਾਂ ਮੇਰਾ ਭਾਰ ਨਹੀਂ ਲੱਗਦਾ ਨਹੀਂ। ਉਹਨਾਂ ਦਾ ਕਈਆਂ ਦਾ ਨੈਚੁਰਲੀ ਥਾਇਰੋਇਡ ਇੰਨਾ ਹਾਈਪਰ ਐਕਟਿਵ ਹੁੰਦਾ, ਉਹਨਾਂ ਦਾ ਮੈਟਾਬੋਲਿਜ਼ਮ ਇੰਨਾ ਤੇਜ਼ ਹੁੰਦਾ ਕਿ ਉਹ ਐਕਟਿਵਲੀ ਇੰਨੀਆਂ ਕੈਲੋਰੀਜ਼ ਬਰਨ ਕਰ ਰਹੀ ਹੁੰਦੀ ਬੋਡੀ ਕਿ ਉਹਨਾਂ ਨੂੰ ਫੂਡ ਬਹੁਤ ਚਾਹੀਦਾ। ਤੁਹਾਨੂੰ ਲੱਗਦਾ ਤੁਸੀਂ ਬਹੁਤ ਖਾ ਰਹੇ ਹੋ ਭੁੱਖ ਦੇ ਹਿਸਾਬ ਨਾਲ, ਪਰ ਬੋਡੀ ਦੀ ਲੋੜ ਦੇ ਹਿਸਾਬ ਨਾਲ ਤੁਸੀਂ ਬਹੁਤ ਨਹੀਂ ਖਾ ਰਹੇ। ਜਦੋਂ ਤੁਸੀਂ ਖਾਂਦੇ ਹੁੰਦੇ ਤੁਹਾਡਾ ਭਾਰ ਵਧਣਾ। ਉਹੀ ਮੋਟੇ ਬੰਦੇ ਕਹਿੰਦੇ ਅਸੀਂ ਥੋੜਾ ਖਾਂਦੇ ਬਟ ਉਹ ਜ਼ਿਆਦਾ ਕਹਿੰਦੇ ਭਾਈ ਮੈਂ ਤਾਂ ਖਾਣੇ ਇੱਕ ਵਾਰੀ ਆ ਦਿਨ ਚ, ਮੇਰਾ ਵੇਟ ਖਾਂਦੇ ਪੀਜ਼ਾ ਇੱਕ ਟਾਈਮ ਤੇ 2500 ਇੱਕ ਟਾਈਮ ਹੀ ਇੱਕ ਤਾਂ ਖਾਂਦੇ ਇੱਕ ਟਾਈਮ, ਉਹ ਗਲਤ ਆ। ਕ੍ਰੈਸ਼ ਡਾਈਟਿੰਗ ਹੋ ਗਈ, ਮੈਟਾਬੋਲਿਜ਼ਮ ਵੈਸੇ ਹੀ ਕ੍ਰੈਸ਼ ਹੋਈ ਜਾ ਰਿਹਾ ਇੱਕ ਟਾਈਮ ਤੇ ਕਿੰਨਾ ਕੁ ਡਾਈਜੈਸਟ ਕਰ ਲੂਗੀ। ਤੇ ਉਹ ਚੀਜ਼ ਆ। ਤੇ ਉੱਤੋਂ ਜਦੋਂ ਖਾਂਦੇ ਨੇ ਫਿਰ ਇਕੱਠਾ ਹੀ ਖਾਂਦੇ ਨੇ, ਕੈਲੋਰੀਜ਼ ਜ਼ਿਆਦਾ ਹੋ ਜਾਂਦੀਆਂ ਉਹਨਾਂ ਨੂੰ ਲੱਗਦਾ ਉਹ ਘੱਟ ਖਾ ਰਹੇ ਨੇ, ਬਟ ਬੋਡੀ ਭੁੱਖ ਦੇ ਹਿਸਾਬ ਨਾਲ, ਬੋਡੀ ਦੇ ਹਿਸਾਬ ਨਾਲ ਨਹੀਂ। ਸੋ ਉਹ ਚੀਜ਼ ਬਹੁਤ ਜ਼ਰੂਰੀ। ਸੋ ਜਦੋਂ ਵੀ ਕਲਾਇੰਟ ਨਵਾਂ ਆਉਂਦਾ ਉਹਨਾਂ ਨੂੰ ਪਹਿਲਾਂ ਤਾਂ ਮੈਂਟਲੀ ਰੀਸੈਟ ਕਰਨਾ ਪੈਂਦਾ ਵੀ ਕੀ ਸਾਨੂੰ ਗੋਲ ਕੀ, ਬੋਡੀ ਦੀ ਲੁੱਕ ਕਿਵੇਂ ਵੀ ਅਪਰੋਚ ਕੀ ਰੱਖੋ ਮੈਂਟਲੀ, ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਫੋਟੋਜ਼ ਵੀਡੀਓਜ਼ ਦੇਖ ਕੇ ਉਹਨਾਂ ਨੂੰ ਭੁੱਲ ਜਾਓ, ਉਹ ਰੀਅਲਿਸਟਿਕ ਨਹੀਂ ਹੈਗੀਆਂ, ਮੋਸਟਲੀ ਤਾਂ ਐਨਹਾਂਸ ਨੇ। ਸੈਕੰਡਰੀ ਐਡੀਟਿੰਗ ਸਰਜਰੀਜ਼ ਬੜਾ ਕੁਛ ਹੁੰਦਾ ਹੁਣ। ਤੇ ਦੂਸਰਾ ਡਾਈਟ ਨੂੰ ਲੈ ਕੇ ਕਿ ਵੀ ਤੁਸੀਂ ਵੀ ਆਹ ਫੋਲੋ ਕਰੋਗੇ ਤੇ ਨੀਸ਼ ਦੀ ਮੈਂ ਕੁਛ ਨਹੀਂ, ਕੈਲੋਰੀ ਡੈਫਿਸਿਟ ਰਹੋ, ਟਰਸਟ ਦ ਪ੍ਰੋਸੈਸ, ਰਿਜ਼ਲਟ ਆਪੇ ਆਉਣਗੇ। ਯਾ ਇੱਕ ਤਾਂ ਸੋਸ਼ਲ ਮੀਡੀਆ ਤੇ ਉਹੀ ਹੈ ਨਾ, ਵੇਟ ਲਾਸ ਨੂੰ ਤਾਂ ਏਦਾਂ ਰੌਕਟ ਸਾਇੰਸ ਜਿੱਦਾਂ ਹੈ ਨਾ ਵੀ ਜਿੱਦਾਂ ਪਤਾ ਨਹੀਂ ਗੋਡੇ ਦਾ ਆਪਰੇਸ਼ਨ ਇੰਨਾ ਹੈ ਨਾ ਕੰਪਲੀਕੇਟਡ ਬਣਾ ਕੇ ਉਹਨੂੰ ਦਿਖਾਲਦੇ ਆ। ਇੱਕ ਉਹ ਥੋੜਾ ਇਮੋਸ਼ਨਲ ਜਿਹਾ ਕਰ ਦਿੰਦੇ ਆ, ਮੈਂ ਪ੍ਰੈਗਨੈਂਸੀ ਤੋਂ ਬਾਅਦ ਮੇਰਾ ਇੰਨਾ ਵੱਧ ਗਿਆ, ਹੁਣ ਮੈਂ ਆਹ ਲਿਆ ਚੂਰਨ ਤਾਂ ਮੇਰਾ ਘਟ ਗਿਆ, ਹੈ ਨਾ। ਮੈਂ ਲੱਗਾ ਸੀ ਗੱਲ ਕਰਨ ਉਹਨਾਂ ਦੀ। ਹੁਣ ਆ ਯੂਨੀਮਾਰਟੇ ਯੂਨੀਮਾਰਟੇ ਚਲੋ MLM ਕੰਪਨੀ ਕਨਸੈਪਟ ਬੜੇ ਚੱਲਦਾ, ਇੰਡੀਆ ਐਵੇਂ ਚੱਲਦੀ। ਨਹੀਂ ਮੈਨੂੰ ਨਾ ਬਿਜ਼ਨਸ ਮਾਡਲ ਬਹੁਤ ਵਧੀਆ ਲੱਗਦਾ ਆ। ਮਲਟੀ ਨਹੀਂ ਵਧੀਆ, ਪਰ ਉਹ ਪ੍ਰੋਡਕਟ 'ਚ ਜਾਣ ਹੈ ਨਹੀਂ, ਹੈ ਹੀ ਉਹ ਬਿਜ਼ਨਸ ਹੀ ਆ। ਉਹ ਗੱਲ ਉਹ ਪ੍ਰੋਡਕਟ ਨੂੰ ਐਜ਼ ਇਟ ਇਜ਼ ਵੇਚੋ ਤੇ ਇਟਸ ਓਕੇ। ਮੈਂ ਹੁਣੇ ਇੱਕ ਡਰਿੰਕ ਪੀ ਕੇ ਆਇਆ, ਉਹਦੇ 'ਚ ਕੈਫੀਨ ਤੇ ਯਰਬਾ ਮਾਟੇ ਐਕਸਟਰੈਕਟ ਸੀਗਾ, ਜੋ ਕਿ ਯੂਨੀਮਾਟੇ ਦੇ ਵਿੱਚ ਆ। ਹੁਣ ਉਹ ਗ੍ਰੀਨ ਟੀ ਐਕਸਟਰੈਕਟ ਆ। ਮੇਰਾ ਰੀਜ਼ਨ ਆ ਮੈਂ ਸਟਿਮੂਲੇਟ ਹੋਣਾ ਸੀ ਕਿ ਥੋੜਾ ਐਕਟਿਵ ਹੋਵੇ ਮੈਂਟਲੀ, ਐਂਡ ਦੂਸਰਾ ਕੋਈ ਵੀ ਸਟਿਮੂਲੈਂਟ ਲੈਂਦੇ ਹੋ ਤੁਹਾਡੀ ਭੁੱਖ ਪੈ ਜਾਂਦੀ। ਹੁਣ ਜੇ ਤੁਸੀਂ ਉਹਨੂੰ ਵੇਚੋਗੇ ਕਿ ਹਾਂ ਇਹ ਕਾਈਂਡ ਆਫ ਅ ਗ੍ਰੀਨ ਟੀ ਆ, ਇਹਨਾਂ ਤੁਹਾਡੀ ਭੁੱਖ ਬੈਠੂਗੀ, ਸੋ ਤੁਸੀਂ ਆਟੋਮੈਟਿਕਲੀ ਤੁਹਾਨੂੰ ਕ੍ਰੇਵਿੰਗਸ ਘੱਟ ਹੋਣਗੀਆਂ, ਉਹ ਕੂਲ ਆ ਕਿਉਂਕਿ ਉਹ ਪ੍ਰੋਡਕਟ ਦਾ ਮੇਨ ਪਰਪਸ ਹੀ ਇਹ ਆ। ਬਟ ਉਹਨੂੰ ਕੋਈ ਜਾਦੂਈ ਚੂਰਨ ਆ, ਇਹ ਖਾ ਕੇ ਇਹ ਪੀ ਕੇ ਜੋ ਮਰਜ਼ੀ ਖਾਈ ਜੋ। ਮੈਂ ਟਿਕਟੋਕ ਤੇ ਪਹਿਲੀ ਵੀਡੀਓ ਇਹ ਪਾਈਆਂ ਸੀ, ਆਊਟ ਆਫ ਬਲੂਜ਼, ਮੈਂ ਯੂਨੀਮਾਰਟੇ ਤੇ ਪਾਈ ਵੀਡੀਓ, ਉੱਤੋਂ ਹੀ ਮੇਰਾ ਉਹ ਵਾਇਰਲ ਹੋਈ, ਅਰਾਊਂਡ 100K ਵਿਊ ਗਿਆ। ਤੇ ਬੜੀ ਕ੍ਰਿਟਿਸ, ਬੜੇ ਕਮੈਂਟ, ਮੈਜੋਰਿਟੀ ਇੱਕ ਸੀ ਕਿ ਭਾਜੀ ਬਹੁਤ ਫਰਾਡ ਹੋਇਆ ਸਾਡੇ ਨਾਲ। ਬੜੀ ਦੁਨੀਆ, ਜਿਹੜੇ ਲੋਕ ਵੇਚਦੇ ਸੀ ਉਹੀ ਗਾਲਾਂ ਕੱਢ ਰਹੇ ਸੀ, ਕਈਆਂ ਨੇ ਤਾਂ ਇਹ ਲਿਖਿਆ ਕਿ ਯਾਰ ਤੂੰ ਸਾਡਾ ਬਿਜ਼ਨਸ ਖਰਾਬ ਕਰ। ਸੋ ਦ ਥਿੰਗ ਇਜ਼ ਕਿ ਤੁਸੀਂ ਵੇਚੋ ਉਹਨੂੰ ਐਜ਼ ਇਟ ਇਜ਼। ਹਾਂ ਨਹੀਂ ਉਹੀ ਹੈ ਨਾ, ਥੋੜੇ ਓਨੈਸਟ ਰਹੋ, ਹੈ ਨਾ। ਠੀਕ ਹੈ, ਉਹਨਾਂ ਦਾ ਬਿਜ਼ਨਸ ਮਾਡਲ ਵੀ ਵਧੀਆ ਆ, ਕਮਿਸ਼ਨ ਵੀ ਵਧੀਆ ਹੋ ਸਕਦਾ ਹੈ, ਹਨਾ। ਕਮਿਸ਼ਨ ਬਹੁਤ ਵਧੀਆ ਭਾਜੀ, ਤੇ ਫਾਲਸ ਇਨਫੋਰਮੇਸ਼ਨ ਤੇ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਵਧੀਆ ਆ। ਤਾਂ ਘੱਟੋ ਘੱਟ ਤੁਸੀਂ ਓਨੈਸਟ ਤਾਂ ਰਹੋ ਵੀ ਹੈਗਾ ਕੀ ਆ ਨਾ, ਏਦਾਂ ਉਹਨੂੰ ਜਾਦੂ ਜਿਹਾ ਨਾ ਬਣਾ ਕੇ ਪੇਸ਼ ਕਰੋ। ਸਾਨੂੰ ਉਹੀ ਚੀਜ਼ ਚੁੱਭਦੀ ਕਿ ਬਈ ਉਹੀ ਤੁਸੀਂ ਕਰ ਰਹੇ ਹੋ ਵਧੀਆ, ਬਟ ਟ੍ਰਾਂਸਪੇਰੈਂਟ। ਬੜੇ ਲੋਕ ਦੇਖੋ ਦੇਖੀ ਵੇਚੀ ਜਾਂਦੇ ਨੇ ਯੂਨੀਮਾਰਟੇ ਤੇ ਆਪਣਾ ਬੈਲੈਂਸ ਪ੍ਰੋਡਕਟ ਜਿਹੜਾ ਹੁੰਦਾ, ਬੈਲੈਂਸ ਫਾਈਬਰ ਆ ਯਾਰ। ਆਖੇ ਮੈਂ ਬੈਲੈਂਸ ਲਿਆ, ਮੇਰਾ ਕੋਲੈਸਟਰੋਲ ਘਟ ਗਿਆ, ਮੈਂ ਯੂਨੀਮਾਰਟੇ ਲਿਆ, ਮੇਰਾ ਭਾਰ। ਤੁਸੀਂ ਐਪੀਟਾਈਟ ਸਪਰੈਸੈਂਟ ਲਿਆ, ਤੁਹਾਡੀ ਭੁੱਖ ਘਟ ਗਈ, ਤੁਸੀਂ ਮੂੰਹ ਚਲਾਉਣਾ ਘਟਾ ਲਿਆ, ਕੈਲੋਰੀਜ਼ ਡੈਫਿਸਿਟ ਆ ਗਿਆ, ਵੇਟ ਲਾਸ ਹੋਇਆ। ਫਿਰ ਬੈਲੈਂਸ ਚ ਫਾਈਬਰ ਆ। ਐਵਰੇਜ ਬੰਦਾ ਡਾਈਟ ਜਿਹੜਾ ਪੂਅਰ ਰੱਖਦਾ ਉਹਦੇ ਫਾਈਬਰ ਘੱਟ, ਫਾਈਬਰ ਦੀ ਕਮੀ, ਕੋਲੈਸਟਰੋਲ ਹਾਈ ਹੋ ਜਾਂਦਾ। ਫਾਈਬਰ ਹੈਲਪਸ ਕਿ ਕੋਲੈਸਟਰੋਲ ਦੀ ਅਬਜ਼ੌਰਪਸ਼ਨ ਘੱਟ ਹੋਵੇ, ਫਾਈਬਰ ਜਦੋਂ ਜ਼ਿਆਦਾ ਹੁੰਦਾ ਡਾਈਟ 'ਚ। ਸੋ ਜਦੋਂ ਤੁਸੀਂ ਨੈਚੁਰਲੀ ਫਾਈਬਰ ਜ਼ਿਆਦਾ ਲਓਗੇ, ਕੋਲੈਸਟਰੋਲ ਦੀ ਅਬਜ਼ੌਰਪਸ਼ਨ ਬਲੱਡ 'ਚ ਘੱਟ ਜਾਂਦੀ, ਤੁਹਾਡਾ ਕੋਲੈਸਟਰੋਲ ਥੱਲੇ ਆਉਣਾ ਹੀ ਆਉਣਾ। ਤੁਸੀਂ ਉਹੀ ਸਬਜ਼ੀਆਂ ਵੱਧ ਖਾ ਲਓ, ਸੇਮ ਚੀਜ਼ ਹੋਣੀ। $4 ਦਾ ਕਿਸੇ ਲੋਕਲ ਗਰੋਸਰੀ ਸਟੋਰ ਤੋਂ ਫਾਈਬਰ ਸਪਲੀਮੈਂਟ ਲੈ ਲਓ, ਸੇਮ ਚੀਜ਼ ਹੋਣੀ ਆ। 100-200 ਲਾਉਣ ਦਾ ਕੋਈ ਫਾਇਦਾ ਨਹੀਂ। ਤੇ ਜਾਂ ਜੇ ਵੇਚਣਾ ਇਹਨੂੰ ਐਜ਼ ਇਟ ਇਜ਼ ਹੀ ਵੇਚੋ ਕਿ ਇਹਦੀ ਕੁਆਲਿਟੀ ਬਹੁਤ ਸੁਪੀਰੀਅਰ ਆ, ਇਹ ਜੀ ਫਾਈਬਰ ਆ, ਆਹ ਗ੍ਰੀਨ ਟੀ ਐਕਸਟਰੈਕਟ ਆ, ਬਸ। ਪਰ ਇਹ ਨਹੀਂ ਕਿ ਵੀ ਆਹ ਲਿਆ ਹੀ ਤੇ ਮੇਰੇ ਆ ਵੀ ਸਹੀ ਹੋ ਗਿਆ, ਮੇਰਾ ਕੈਂਸਰ ਵੀ ਸਹੀ ਹੋ ਗਿਆ। ਉਹੀ ਜਿਸ ਬੰਦੇ ਨੂੰ ਮਾੜੀ ਮੋਟੀ ਨੌਲੇਜ ਹੈ ਨਾ, ਉਹਨੂੰ ਫਿਰ ਬੁਰਾ ਲੱਗਦਾ ਆਪਣੇ ਆਪ ਨੂੰ, ਹਨਾ, ਗਿਲਟ ਜਿਹਾ ਫੀਲ ਹੁੰਦਾ ਯਾਰ ਮੈਂ। ਕਈ ਲੋਕ ਨੇ, ਸੌਰੀ ਟੂ ਕੱਟ ਯੂ, ਕਈ ਲੋਕ ਨੇ ਉਹ ਹੁਣ ਸਭ ਤੋਂ ਜਿੱਥੋਂ ਮੈਨੂੰ ਪਤਾ ਲੱਗਾ ਸੀ, ਰਵੀ ਮਲਿਕ ਕਰਕੇ ਜਿਹੜਾ ਬੰਦਾ, ਜਿਹੜਾ ਮੇਨ, ਮੈਨੂੰ ਉਹਨਾਂ ਦੀ ਈਮੇਲ ਆਉਂਦੀ, ਮੈਂ ਕਿਹਾ ਯਾਰ ਮੈਂ ਤਾਂ ਤੈਨੂੰ ਸਬਸਕ੍ਰਾਈਬ ਹੀ ਨਹੀਂ ਕੀਤਾ, ਹਨਾ। ਉਹ ਈਮੇਲ ਮੈਨੂੰ ਮਿਲੀਅਨਸ ਆਫ ਫਾਲੋਅਰਸ ਟਿਕਟੋਕ ਤੇ, ਉਹਨੇ ਹੀ ਸਾਰਿਆਂ ਨੂੰ ਲਾਇਆ
ਇੱਥੇ ਉਹਦੇ ਅੰਡਰ ਉਹਦਾ ਗਰੁੱਪ ਹੀ ਆ ਜਿਹੜੀਆਂ 2 ਫੀਮੇਲ ਆਈ ਥਿੰਕ ਮੈਨੂੰ ਆਈ ਗੈਸ ਮਦਰ ਡਾਟਰ ਨੇ ਉਹ ਜਿਹੜੇ ਆਈ ਗੈਸ ਉਹਨਾਂ ਨੇ ਫੋਟੋਜ਼ ਇਕੱਠੀਆਂ ਨੇਬਰ ਹੀ ਨੇ ਆਈ ਗੈਸ ਇਕੱਠੇ ਨੇ। ਸੋ ਉਹ ਬੰਦਾ ਉਹਦੀ ਜਿੰਨਾ ਕੁ ਮੈਂ ਦੇਖਿਆ ਕਿ ਉਹਦੀ ਮੈਡੀਕਲ ਸਟੂਡੈਂਟ ਹਿਸਟਰੀ ਰਹੀ ਆ ਕਿ ਉਹ ਆਪਦਾ ਲਾਈਕ ਕਿਨੇਸੋਲੋਜੀ ਵਗੈਰਾ ਜਾਂ ਮੈਡੀਕਲ ਸਕੂਲ 'ਚ ਸੀਗਾ। ਸੋ ਉਹ ਕੀ ਕਰਦਾ, ਉਹਦੀ ਪ੍ਰੈਜੈਂਟੇਸ਼ਨ ਇੰਨੀ ਡੈਡ ਸਟਰੋਂਗ ਹੈ ਨਾ ਕਿ ਕੁਛ ਕੁ ਚੀਜ਼ਾਂ ਮੈਂ ਵੀ ਡਿਨਾਈ ਨਹੀਂ ਕਰ ਸਕਦਾ ਕਿ ਹਾਂ ਇਹ ਫੈਕਟ ਨੇ, ਬਟ ਬੇਸਿਕ ਇਨਫੋਰਮੇਸ਼ਨ ਬੋਡੀ ਕਿਵੇਂ ਕੰਮ ਕਰਦੀ, ਇਨਸੂਲਿਨ ਸਪਾਈਕ ਕਿਵੇਂ ਹੁੰਦਾ, ਬਲੱਡ ਗਲੂਕੋਜ਼ ਸ਼ੂਗਰ ਕਿਵੇਂ ਵੱਧਦੀ, ਸਾਰਾ ਕੁਛ ਉਹ ਚੀਜ਼ਾਂ ਦੇ ਨਾਲ ਹੀ ਆ ਪ੍ਰੋਡਕਟ ਜੋੜ ਦਿੰਦੇ ਆ। ਉਹ ਚੀਜ਼ ਗਲਤ ਆ ਕਿ ਤੁਸੀਂ ਮਿਸ ਰੈਪਰੈਜ਼ੈਂਟ ਕਰ ਰਹੇ ਹੋ ਐਂਡ ਆਪਦੀ ਜੇ ਤੁਹਾਡੇ ਕੋਲ ਸੁਪੀਰੀਅਰ ਨੌਲੇਜ ਹੈਗੀ ਨਾ ਉਹਦਾ ਹੋਰ ਹੀ ਕੁਛ ਬਣਾ ਕੇ ਲੋਕਾਂ ਨੂੰ ਟਾਰਗੇਟ ਕਰ। ਉਹੀ ਆ ਨਾ, weight loss ਹੋਇਆ, gut health ਹੋਈ, ਇਹਨੂੰ ਤਾਂ ਜਾਣੀ ਕਿ ਇੰਨਾ ਕੁ ਜਾਣੀ ਕਿ ਹਊਆ ਬਣਾਤਾ ਨਾ ਤੇ ਚੰਗੇ ਭਲੇ ਬੰਦੇ ਨੂੰ ਵੀ ਲੱਗਦਾ ਰਹਿੰਦਾ ਮੇਰਾ ਕਿਤੇ ਭਾਰ ਤਾਂ ਨਹੀਂ ਵੱਧ ਗਿਆ ਹਨਾ। ਉਹ ਬਹੁਤ ਜ਼ਿਆਦਾ ਲਾਈਕ ਉਹੀ ਨਾ ਸੈਲਫ ਕੌਨਸ਼ੀਅਸ ਹੋ ਜਾਂਦਾ ਬੰਦਾ ਅਗਰੈਸਿਵਲੀ। ਬਾਈ ਇੰਨੇ ਇਸ਼ੂਜ਼ ਵਧੇ, ਈਟਿੰਗ ਡਿਸਆਰਡਰਸ ਹੋ ਗਏ ਕਿਉਂਕਿ ਨੌਲੇਜ ਇੱਦਾਂ ਸਪਰੈਡ ਕਰਦੇ ਕਿ ਬਈ ਕਾਰਬ ਮਾੜੀ ਆ, ਤੁਸੀਂ ਕਾਰਬ ਮਾੜੀ ਕਹੀ ਜਾਓਗੇ ਬੰਦਾ ਡਰਦਾ ਖਾਣ ਲੱਗੇ, ਹਮੇਸ਼ਾ ਡਰੂਗਾ। ਦੇਖੋ ਹੁਣ ਮਿਹਨਤ ਤਾਂ ਲੱਗਦੀ, ਜੇ ਤੁਸੀਂ ਖਾਣ ਲੱਗੇ ਨਹੀਂ ਸੋਚਿਆ ਤੇ ਭਾਰ ਵਧਿਆ ਤੇ ਹੁਣ ਤੁਹਾਨੂੰ ਮਿਹਨਤ ਤਾਂ ਕਰਨੀ ਪੈਣੀ ਆ, ਠੀਕ ਆ। ਹੁਣ ਤੇ ਉਸ ਚੀਜ਼ ਤੋਂ ਸਾਰੇ ਭੱਜਦੇ ਨੇ। ਆਪਣੀ ਹਿਊਮਨ ਸਾਈਕੋਲੋਜੀ ਹੀ ਇੱਦਾਂ ਦੀ, ਜੇ ਮੈਂ ਤੁਹਾਨੂੰ ਕਹਾਂ ਕਿ ਆਹ ਚੀਜ਼ ਮੈਂ ਤੁਹਾਡੀ ਕਰਵਾ ਸਕਦਾ ਅਚੀਵ ਜਾਂ ਆਹ ਚੀਜ਼ ਤੁਹਾਨੂੰ ਮਿਲ ਜੂਗੀ ਘੱਟ ਐਫਰਟ ਪਾ ਕੇ, ਤੁਸੀਂ ਇੱਕ ਵਾਰੀ ਸੁਣੋਗੇ ਜ਼ਰੂਰ। ਬਿਲਕੁਲ। ਸੋ ਇਹ ਉਹ ਇਮੋਸ਼ਨ ਦੇ ਥਰੂ ਵੇਚਦੇ ਨੇ ਕਿ ਹਰ ਇੱਕ ਦੇ ਮਾਈਂਡ 'ਚ ਇਹ ਚੀਜ਼ ਹੁੰਦੀ ਹੈ ਕਿ ਸ਼ਾਇਦ ਕੁਛ ਹੈਗਾ ਜਿਹੜਾ ਮੈਨੂੰ ਨਹੀਂ ਪਤਾ, ਕੋਈ ਮੈਜਿਕ ਪਿੱਲ ਜਾਂ ਕੋਈ ਫਾਰਮੂਲਾ ਕਿ ਇਹ ਇੰਨੇ ਫਿੱਟ ਨੇ, ਮੈਂ ਕਿਉਂ ਨਹੀਂ ਹੋ ਰਿਹਾ। ਉਹ ਪਿੱਛੇ ਜਿਹੜਾ ਇਨਪੁਟ ਉਹ ਨਹੀਂ ਵੇਖਦੇ, ਜਾਂ ਜਿਹੜਾ ਬੰਦਾ ਇਹਨਾਂ ਨੂੰ ਚੀਜ਼ਾਂ ਵੇਚ ਰਿਹਾ ਉਹ ਐਨਹੈਂਸਡ ਆ ਜਾਂ ਉਹਦੀ ਕ੍ਰੈਡੀਬਿਲਿਟੀ ਬੈਕਗਰਾਊਂਡ ਕੀ ਆ, ਉਹਦੀ ਜਰਨੀ ਕੀ ਰਹੀ, ਉਹ ਚੀਜ਼ਾਂ ਐਕਸਪੋਜ਼ ਨਹੀਂ ਕਰਦੇ ਉਹ। ਸੋ ਉਹ ਬੰਦੇ ਨੂੰ ਇਹੀ ਲੱਗੀ ਜਾਂਦਾ ਕਿ ਸ਼ਾਇਦ ਮੈਂ ਹੀ ਕੁਝ ਗਲਤ ਕਰ ਰਿਹਾ ਵੀ ਜਿਹੜਾ ਮੈਨੂੰ ਨਹੀਂ ਪਤਾ। ਲਿਵਰ ਕਿੰਗ ਦੀ ਐਗਜ਼ਾਮਪਲ ਲੈ ਲਓ, ਹੁਣ ਉਹ ਵੀ ਕਹਿੰਦਾ ਸੀ ਮੀਟ ਖਾਓ, ਜਿਹੜਾ ਆਰਗਨ ਖਾਓਗੇ ਤੁਹਾਡਾ ਆਰਗਨ ਸਹੀ ਹੋ ਜਾਊਗਾ। ਕੱਚੇ ਮੀਟ ਖਾਈ ਜਾਂਦਾ ਸੀ। ਕੁਛ ਚੀਜ਼ਾਂ ਉਹਨੇ ਸਹੀ ਯੂਜ਼ ਕੀਤੀਆਂ, ਕੁਝ ਗੱਲਾਂ ਫੈਕਟ ਨੇ, ਪਰ ਉਹ ਫੈਕਟਸ ਦਾ ਉਹਦੀ ਫਿਜ਼ੀਕ ਨਾਲ ਕੁਛ ਲੈਣਾ ਦੇਣਾ ਨਹੀਂ। ਸਭ ਤੋਂ ਮੇਨ ਪੁਆਇੰਟ ਦੱਸਣਾ ਭੁੱਲ ਗਿਆ ਕਿ ਮੈਂ ਐਨਹੈਂਸਡ ਆ, ਮੈਂ $15,000 ਮਹੀਨੇ ਦਾ ਡਰੱਗਸ ਤੇ ਕਰਾਇਆ ਤਾਂ। ਉਹ ਮੇਨ ਗੱਲ ਦੱਸੀ ਨਹੀਂ, ਉਹ ਕੱਚਾ ਮੀਟ ਖਾ ਖਾ ਦਾਲੀ ਜਾਂਦਾ। ਫਾਰਮਾਸਿਊਟੀਕਲ ਗਰੋਥ ਹਾਰਮੋਨ ਲੈ ਰਿਹਾ ਉਹ ਬੰਦਾ, ਉਹ ਇੰਨਾ ਮਹਿੰਗੀ ਚੀਜ਼ ਆ। ਫਾਰਮਾਸਿਊਟੀਕਲ ਗਰੋਥ ਹਾਰਮੋਨ ਸਭ ਤੋਂ ਮਹਿੰਗਾ ਡਰੱਗ ਆ ਬਾਈ ਬੋਡੀ ਬਿਲਡਿੰਗ ਦੀ ਦੁਨੀਆ 'ਚ। ਯਾ ਉਹ ਲੈ ਰਿਹਾ, ਇੰਨਾ ਕੁਛ ਲੈ ਰਿਹਾ। ਸੋ ਪਲੱਸ ਉਹ ਕੋ ਪੈਸਾ ਹੀ ਇੰਨਾ, ਉਹਦਾ ਸਾਰਾ ਦਿਨ ਹੀ ਡਾਈਟ ਵਰਕਆਊਟ ਐਂਡ ਚਿੱਲ। ਉਹੀ ਆਡੀਅנס ਉਹਦੇ ਨਾਲ ਜੁੜ ਗਈ ਸੀ, ਉਹੀ ਚੀਜ਼ ਰਿਪੀਟ ਕਰ ਉਹ ਆਈਡੀਅਲਿਸਟਿਕ ਲਾਈਫ ਸਟਾਈਲ ਆ ਵੀ ਹਰ ਬੰਦਾ ਚਾਹੁੰਦਾ ਆਹ ਫਿਜ਼ੀਕ, ਆਹ ਲਾਈਫ ਫੁਲੀ ਚਿੱਲ ਲਾਈਫ ਹੋਵੇ। ਹਾਂ ਉਹ ਚੀਜ਼ ਨੂੰ ਉਸ ਆਈਡੀਆ ਨੂੰ ਵੇਚਦੇ ਨੇ, ਮੋਨੇਟਾਈਜ਼ ਕਰਦੇ ਨੇ, ਪਰ ਉਹ ਕਿੰਨਾ ਪੈਸਾ ਕਿੱਥੋਂ ਆ? ਉਹ ਕੋ ਕੀ ਪ੍ਰੋਗਰਾਮ ਵੇਚ ਰਿਹਾ, ਸਪਲੀਮੈਂਟ ਵੇਚ ਰਿਹਾ, ਆਹ ਲੀਵਰ ਪਾਊਡਰ ਪਿੱਲ ਆ, ਤੁਹਾਡੀ ਆਹ ਚੀਜ਼ ਹੈਲਥ ਦੀ ਪਿੱਲ, ਉਹ ਸਾਰੇ ਜਿੰਨੇ ਆਪਦੇ ਰॉ ਖਾਂਦਾ ਸੀਗਾ ਆਰਗਨਸ ਵਗੈਰਾ, ਉਹਦੀਆਂ ਪਿਲਸ ਬਣਾ ਵੇਚੀ ਜਾਂਦਾ। ਉਹਦਾ ਕਨਸੈਪਟ ਸੀ ਕਿ ਜੇ ਕਿਡਨੀ ਖਾਓਗੇ ਤੁਹਾਡਾ ਕਿਡਨੀ ਵਧੀਆ ਹੋ ਜਾਊਗਾ, ਲਿਵਰ ਖਾਓਗੇ ਤੁਹਾਡਾ ਲਿਵਰ ਵਧੀਆ ਹੋ ਜਾਊਗਾ। ਹਾਂ, ਆਹ ਕਨਸੈਪਟ ਤੇ ਚੱਲ ਰਿਹਾ ਸੀ ਉਹ ਬੰਦਾ। ਨਾਲੇ ਦੁਨੀਆ ਦੇ ਤੁਸੀਂ ਕੋਈ ਵੀ ਹੈ ਨਾ ਅਮੀਰ ਬੰਦਾ, ਬਿਲੀਅਨਰ ਬੰਦਾ ਦੇਖ ਲਓ, ਉਹਦੀ ਡੇਲੀ ਰੂਟੀਨ ਉਹਨੇ ਇੰਟਰਵਿਊ 'ਚ ਦੱਸੀ ਹੋਊਗੀ ਜਾਂ ਇੰਟਰਨੈਟ 'ਤੇ ਪਈ ਹੁੰਦੀ ਹੈ ਨਾ। ਉਹ ਹਰੇਕ ਕੋਈ ਕਹਿੰਦਾ ਮੈਂ ਅੱਧਾ ਘੰਟਾ ਉੱਠ ਕੇ ਸਵੇਰੇ ਵਰਕਆਊਟ ਕਰਦਾ ਹੈ ਨਾ। ਜੇ ਉਹਨਾਂ ਨੂੰ ਕੋਈ ਸ਼ਾਰਟਕੱਟ ਪਤਾ ਹੋਵੇ, ਕੋਈ ਇੱਦਾਂ ਦਾ ਸਪਲੀਮੈਂਟ, ਉਹਨਾਂ ਕੋਲ ਇੰਨਾ ਪੈਸਾ ਬਣਾ ਹੀ ਸਕਦੇ ਆ। ਉਹ ਆਪਣਾ ਅੱਧਾ ਘੰਟਾ ਸੇਵ ਕਰਕੇ ਉਹ ਹੋਰ ਕਿਤੇ ਲਾਉਣ ਗੋਲੀ ਖਾ ਕੇ, ਹੈ ਨਾ। ਬਈ ਸਭ ਤੋਂ ਵੱਡੀ ਐਗਜ਼ਾਮਪਲ ਅੰਬਾਨੀ ਦੇ ਮੁੰਡੇ ਨੇ ਵੇਟ ਘਟਾਇਆ ਹੈ ਨਾ ਇੱਕ ਵਾਰੀ। ਉਹਨੇ ਇੰਟਰਵਿਊ 'ਚ ਕਿਹਾ, ਕਹਿੰਦਾ ਮੈਨੂੰ ਐਟ ਦਾ ਐਂਡ ਡਾਈਟ ਕਰਨੀ ਪਈ। ਕਹਿੰਦਾ ਮੇਰੇ ਕੋਲ ਇੰਨਾ ਪੈਸਾ, ਕਹਿੰਦਾ ਸ਼ੈਫ ਹੈਗੇ, ਡਾਈਟੀਸ਼ੀਅਨ ਹੈਗੇ, ਬਟ ਮੈਨੂੰ ਖਾਣਾ ਪਿਆ ਉਹ ਫੂਡ, ਮੈਨੂੰ ਆਪਣਾ ਮਿਹਨਤ ਕਰਨੀ ਪਈ, ਬੈਠੇ ਵੇਟ ਨਹੀਂ ਘਟਿਆ। ਮੂੰਹ ਤੇ ਕਾਬੂ ਤੁਹਾਨੂੰ ਹੀ ਰੱਖਣਾ ਪੈਣਾ ਤੇ ਹੱਡ ਵੀ ਤੁਹਾਨੂੰ ਹੀ ਹਿਲਾਉਣੇ ਪੈਣੇ, ਕੋਈ ਨਹੀਂ ਕਰ ਸਕਦਾ। ਹਾਂ, ਉਹ ਤਾਂ ਸਾਡਾ ਵੀ ਕੰਮ ਤਾਂ ਹੀ ਇੰਨਾ ਲਾਈਕ ਵੀ ਚਲੋ ਵਧੀਆ ਚੱਲ ਰਿਹਾ, ਬਾਬੇ ਦੀ ਮਿਹਰ ਆ ਕਿ ਫਰੀਵਰਡ ਗਰੋ ਕਰ ਰਿਹਾ। ਰੀਜ਼ਨ ਬੀਇੰਗ ਕਿ ਅਸੀਂ ਇਸ ਚੀਜ਼ ਨੂੰ, ਓਨੈਸਟੀ ਨੂੰ ਮੋਹਰੇ ਰੱਖਦੇ ਆ। ਇਹ ਰੀਅਲ ਆ, ਦਿਸ ਇਜ਼ ਅ ਫੈਕਟ। ਐਂਡ ਮੈਂ ਆਪਦੀ ਚੀਜ਼ ਨੂੰ ਕਿਉਂ ਓਪਨ ਰੱਖਿਆ ਕਿ ਮੈਂ ਐਨਹੈਂਸਡ ਆ ਕਿ ਕਲਾਇੰਟਸ ਦੇ ਮਾਈਂਡ 'ਚ ਮਿਸਕਨਸੈਪਸ਼ਨ ਨਾ ਹੋਵੇ। ਮੈਨੂੰ ਬੜੇ ਲੋਕ ਕਹਿੰਦੇ ਨੇ ਭਾਜੀ ਤੁਹਾਡੇ ਵਰਗੀ ਫਿਜ਼ੀਕ ਕਿਵੇਂ ਬਣੂਗੀ? ਮੈਂ ਕਿਹਾ ਭਾਜੀ ਨਹੀਂ ਬਣਨੀ, ਸਿੰਪਲ। ਮੇ ਵੀ ਤੁਸੀਂ ਮੇਰੇ ਤੋਂ ਬੈਟਰ ਵੀ ਦੇਖੋ, ਤੁਹਾਡੇ ਜੈਨੇਟਿਕਸ ਅਲਾਓ ਕਰਦੇ ਨੇ। ਮੈਂ ਐਨਹੈਂਸ ਹੋਣ ਤੋਂ ਪਹਿਲਾਂ ਵੀ ਲੀਨ ਸੀ, ਮੇਰੇ ਐਪ ਸੀ, ਮੇਰੇ ਜੈਨੇਟਿਕਸ ਐਵਰੇਜ ਤੋਂ ਥੋੜ੍ਹੇ ਉੱਪਰ ਨੇ। ਮੈਂ ਉਹ ਚੀਜ਼ ਮੰਨਦਾ, ਨਾਟ ਬੈਸਟ ਇਨ ਦਾ ਵਰਲਡ, ਥੋੜ੍ਹੀ ਆ ਵੀ ਮੇਰੀ ਬੋਡੀ ਵਧੀਆ ਰਿਸਪੌਂਡ ਕਰਦੀ, ਐਥਲੈਟਿਕ ਫਿਜ਼ੀਕ। ਸ਼ੁਰੂ ਤੋਂ ਹੀ ਮੈਂ ਲੀਨ ਰਿਹਾ, ਸ਼ੁਰੂ ਤੋਂ ਸ਼ਰੈਡ ਸੀਗਾ, ਐਬ ਸੀ, ਸਾਰਾ ਕੁਛ। ਸੋ ਹੁਣ ਜਿਹੜਾ ਸਾਈਜ਼ ਆ ਰਿਹਾ, ਮਸਲ ਦੀ ਡੈਂਸਿਟੀ ਆ ਰਹੀ, ਸਾਰਾ ਕੁਛ, ਬਿਕੋਜ਼ ਮੈਂ ਐਨਹੈਂਸਡ ਆ। ਆਈ ਡੋਂਟ ਵਾਂਟ ਕਿ ਸਾਹਮਣੇ ਵਾਲੇ ਬੰਦਾ ਮੈਨੂੰ ਦੇਖ ਕੇ ਚਲੋ ਮੋਟੀਵੇਟ ਹੋਵੇ,
ਬਟ ਅਗਲੇ ਦੇ ਮਾਈਂਡ 'ਚ ਗਲਤ ਆਈਡੀਆ ਨਾ ਜਾਵੇ ਕਿ ਯਾਰ ਵੀ ਮੈਂ ਵੀ ਇੱਦਾਂ ਦੀ ਫਿਜ਼ੀਕ ਬਣਾਉਣੀ, ਸ਼ਾਇਦ ਮੈਂ ਇੱਕੋ ਟ੍ਰੇਨਿੰਗ ਲਊਂਗਾ ਸੋ ਮੈਂ ਇਹ ਜਿਹੜਾ ਵੀ ਕਲਾਇੰਟ ਜਾਂ ਕੋਈ ਬੰਦਾ ਮੈਨੂੰ ਇਸ ਚੀਜ਼ ਬਾਰੇ ਪੁੱਛਦਾ, ਮੈਂ ਲਾਈਟ ਵੇ ਕਿ ਮੈਂ ਐਨਹੈਂਸ ਦਿਸ ਇਜ਼ ਦਾ ਰੀਜ਼ਨ ਯੂ ਸ਼ੁੱਡ ਨਾਟ। ਮੈਂ ਕਿਸੇ ਨੂੰ ਕਦੀ ਰੈਕਮੈਂਡ ਨਹੀਂ ਕਰਦਾ। ਮੇਰੀ ਪਹਿਲੀ ਚੀਜ਼ ਹੁੰਦੀ ਹੈ ਮੈਂ ਸਾਈਡ ਇਫੈਕਟ ਹੀ ਸੁਣਾਉਣੇ ਕਿ ਆਹ ਹੋਣੇ, ਬੰਦਾ ਉਦੋਂ ਹੀ ਡਰ ਜਾਂਦਾ ਕਿ ਭਾਜੀ ਸਾਨੂੰ ਤਾਂ ਪਤਾ ਹੀ ਨਹੀਂ, ਨੁਕਸਾਨ ਦੱਸਦੇ ਆ ਕਹਿੰਦੇ ਸਾਨੂੰ ਭਾਜੀ ਪਤਾ ਹੀ ਨਹੀਂ ਸੀ ਅੱਛਾ ਇੰਨੀ ਪ੍ਰੋਬਲਮ ਹੁੰਦੀ ਆ। ਸਭ ਤੋਂ ਕਾਮਨ ਚੀਜ਼ ਵਾਸ਼ ਕਰ ਲਾਂਗੇ। ਉਹਨਾਂ ਨੂੰ ਲੱਗਦਾ ਕਿ ਬਈ ਸਟੀਰੋਇਡ ਯੂਜ਼ ਕਰ ਲੈ, ਕੁਛ ਕੀਤਾ ਤੇ ਜੋ ਇਫੈਕਟ ਹੈ ਖਤਮ। ਉਹ ਟਰਮ ਬਹੁਤ ਗਲਤ ਆ, ਬਹੁਤ ਗਲਤ। ਉਹ ਜਿਹੜਾ ਅੱਛਾ ਮੇਰਾ ਹੁਣ ਇੱਕ ਸਵਾਲ ਇੱਥੇ ਆ ਗਿਆ, ਜਿਹੜੇ ਕਲੇਮ ਕਰਦੇ ਆ ਦੇਖੋ ਜੀ ਮੈਂ ਟੈਸਟ ਕਰਾਇਆ ਨੈਟੀ ਆ, ਉਹ ਸਟੀਰੋਇਡ ਲੈ ਤੋਂ ਬਾਅਦ ਜਿੱਦਾਂ ਮੰਨ ਲਓ ਵਾਸ਼ ਕਰਾ ਲਿਆ ਜਾਂ ਸਾਲ 2 ਸਾਲ ਬਾਅਦ ਉਹ ਕਲੀਨ ਆ ਜਾਂਦਾ ਹੈ ਕਿ ਨਹੀਂ? ਡਿਪੈਂਡ ਕਰਦਾ ਤੁਸੀਂ ਕਿਹੜੀ ਡਰਗ। ਹੁਣ ਜਿਹੜਾ ਡੋਪ ਟੈਸਟਿੰਗ ਹੁੰਦੀ ਆ ਸਪੋਰਟਸ ਦੇ ਵਿੱਚ ਨਾ, ਸਪੈਸ਼ਲੀ UFC ਦੇ ਵਿੱਚ ਤਾਂ ਰੈਂਡਮ ਟੈਸਟਿੰਗ ਕਰਦੇ ਨੇ। ਹੁਣ ਡਰੱਗਸ ਦੀ ਲਿਸਟ ਇੰਨੀ ਹੋ ਗਈ ਆ, ਇੰਨੇ ਜ਼ਿਆਦਾ ਐਨਹੈਂਸਮੈਂਟਸ ਨੇ। ਚਲੋ ਐਨਾਬੋਲਿਕ ਸਟੀਰੋਇਡ ਸਭ ਤੋਂ ਕਲਾਸਿਕ ਐਗਜ਼ਾਮਪਲ ਆ, ਸਾਮਸ ਹੋ ਗਏ, ਹੋਰ ਵੀ ਅੰਡਰ ਦਾ ਟੇਬਲ ਪੈਪਟਾਈਡਸ ਵਗੈਰਾ ਬੜਾ ਕੁਛ ਆਉਂਦਾ ਤੇ ਉਹ ਹਰ ਸਾਲ ਕੋਈ ਨਾ ਕੋਈ ਨਵਾਂ ਕੰਪੋਨੈਂਟ ਬਣਦਾ। ਉਹ ਹਾਲੇ ਉਹਦੀ ਟੈਸਟਿੰਗ ਮੈਥਡਸ ਵੀ ਨਹੀਂ ਤਿਆਰ ਹੋਏ ਹੁੰਦੇ। ਸੋ ਜੇ ਕੋਈ ਬੰਦਾ ਐਨਹੈਂਸ ਹੋ ਕੇ ਆਪਦੇ ਬਲੱਡ ਟੈਸਟ ਤੇ ਵੀ ਕਲੇਮ ਕਰ ਜੇ ਨੈਟੀ, ਸੋ ਡਿਪੈਂਡ ਕਰਦਾ ਉਹਨੇ ਕੀ ਲਿਆ ਸੀ। ਸੋ ਨਾਰਮਲੀ ਬਲੱਡ ਟੈਸਟ ਕੀ ਚੈੱਕ ਕਰਦੇ ਨੇ? ਟੈਸਟੋਸਟਰੋਨ ਲੈਵਲਸ। ਸੋ ਤੁਸੀਂ ਕੋਈ ਵੀ ਸਟੀਰੋਇਡ ਲੈਂਦੇ ਹੋ ਇੰਜੈਕਟੇਬਲ ਜਾਂ ਔਰਲ, ਤੁਹਾਡਾ ਟੈਸਟੋਸਟਰੋਨ ਵਧਣਾ ਕਿਹੜਾ ਲਿਆ, ਇਕੱਲਾ ਟੈਸਟੋਸਟਰੋਨ ਨਾਲ ਕਿਹੜੀ ਕੋਈ ਹੋਰ ਲਾਈਕ ਡੈਕਾ ਇਕਪੋਜ਼ ਜਾਂ ਇਹੋ ਜਿਹਾ ਕੁਛ, ਉਹਦੀ ਹਾਫ ਲਾਈਫ ਹੁੰਦੀ ਆ। ਕੋਈ ਡਰੱਗ 6 ਮਹੀਨੇ ਤੁਹਾਡੇ ਬਲੱਡ 'ਚ ਟ੍ਰੇਸਿਸ ਰਹਿੰਦੇ ਨੇ, ਕੁਝ ਸਾਲ ਵੀ ਰਹਿੰਦੇ ਆ। ਸੋ ਜਿਹੜੇ ਲੋਕ ਸੋ ਐਸਟਰਸ ਹੁੰਦੇ ਨੇ, ਜਿੱਦਾਂ ਟੈਸਟੋਸਟਰੋਨ ਬੜੇ ਤਰ੍ਹਾਂ ਦਾ ਹੁੰਦਾ, ਡਿਫਰੈਂਟ ਐਸਟਰਸ, ਤੇ ਉਹ ਰਿਲੀਜ਼ ਟਾਈਮ ਹੁੰਦਾ ਕਿ ਅੱਛਾ ਜੇ ਟੈਸਟੋਸਟਰੋਨ ਸਿਪਿਨੇਟ ਲਿਆ ਤੇ ਇਹਦੀ ਹਾਫ ਲਾਈਫ 14 ਦਿਨ ਆ। ਤੇ ਸੋ ਸਭ ਤੋਂ ਕਾਮਨ ਯੂਜ਼ ਹੁੰਦਾ ਪ੍ਰੋਪਨੇਟ, ਉਹਦੀ ਹਾਫ ਲਾਈਫ ਹੈਗੀ 12 ਘੰਟੇ। ਸੋ ਜਿਹੜਾ ਬੰਦਾ ਹੁਣ ਉਹ ਇੰਜੈਕਟ ਕਰ ਰਿਹਾ 12 ਘੰਟੇ ਬਾਅਦ ਉਹ ਹਾਫ ਹੋ ਜਾਣੀ ਉਹਦੀ ਪੋਟੈਂਸੀ, 14-12 ਘੰਟੇ ਬਾਅਦ ਹੋਰ ਹਾਫ, ਉਹ ਡਿਮਿਨਿਸ਼ ਹੋ ਜਾਣਾ ਬਹੁਤ ਛੇਤੀ। ਸੋ ਉਹਦੀ ਟ੍ਰੇਸੇਬਿਲਿਟੀ ਬਹੁਤ ਛੇਤੀ ਖਤਮ ਹੋ ਜਾਂਦੀ। ਸੋ ਜਿਹੜੇ ਲੋਕ ਇਹ ਚੀਜ਼ ਕਰ ਲੈਂਦੇ ਨੇ ਉਹ ਡਰੱਗਸ ਉਹੀ ਯੂਜ਼ ਕਰਦੇ ਨੇ ਕੁਇਕ ਐਕਟਿੰਗ। ਇਟ ਇਜ਼ ਵੈਰੀ ਸਮਾਰਟਲੀ ਵਰਕ ਕਰਕੇ ਆਪਣੇ ਆਪ ਨੂੰ ਬਾਅਦ ਚੋਂ ਇਟ ਇਜ਼ ਵੈਰੀ ਪੋਸੀਬਲ, ਇਟ ਇਜ਼ ਵੈਰੀ ਪੋਸੀਬਲ। ਬਹੁਤ ਸਾਰੇ ਬੋਡੀ ਬਿਲਡਰਸ, ਦੇਖੋ ਕੈਨੇਡਾ ਦੇ ਵਿੱਚ ਸਕੈਜੂਅਲ 4 ਡਰੱਗਸ ਨੇ ਆਈ ਗੈਸ ਸਟੀਰੋਇਡਸ। ਸੋ possession of steroids illegal ਨਹੀਂ ਹੈਗਾ ਇੱਥੇ। ਸੋ ਇਫ ਯੂ ਗੈਟ caught with steroids in your house ਜਾਂ ਗੱਡੀ 'ਚ ਕਿਤੇ ਵੀ, ਉਹਦਾ ਕੋਈ ਚੱਕਰ ਨਹੀਂ। ਜੇ ਤੁਸੀਂ ਮੈਨੂਫੈਕਚਰ ਐਂਡ ਸੈਲ ਐਕਸਚੇਂਜ ਕਰ ਸਕਦੇ ਹਾਂ ਦੇ ਵਿੱਚ ਫੜੇ ਗਏ, ਦੈਨ ਇਟਸ ਅ ਚਾਰਜੇਬਲ ਆਫੈਂਸ, ਫੈਡਰਲ ਆਫੈਂਸ ਹੈ ਨਾ। ਅਮਰੀਕਾ 'ਚ ਸਕੈਜੂਅਲ 3 ਆ, ਉੱਥੇ ਪੋਜੈਸ਼ਨ ਵੀ ਇਲੀਗਲ ਆ। ਸੋ ਮੈਜੋਰਿਟੀ ਬੋਡੀ ਬਿਲਡਰਸ ਤਾਂ ਉੱਥੇ ਤਾਂ ਹੀ ਨਹੀਂ ਓਪਨ ਅਪ ਹੁੰਦੇ ਕਿ ਮੈਂ ਚੀਜ਼ਾਂ ਲੈ ਰਿਹਾ, ਬਿਕਾਜ਼ ਉਹ ਚਾਰਜਿਸ ਦਾ ਡਰ ਆ। ਦੂਸਰਾ, ਸੋ ਉਹਦੇ ਚੱਕਰ 'ਚ ਨਾ ਕਾਫੀ ਬੋਡੀ ਬਿਲਡਰਸ ਐਕਚੁਅਲ ਡਾਕਟਰ ਥਰੂ TRT ਲੈਂਦੇ ਨੇ, ਟੈਸਟੋਸਟਰੋਨ ਰਿਪਲੇਸਮੈਂਟ ਥੈਰੇਪੀ। ਉਹ ਲੀਗਲ ਸਿਸਟਮ ਚ ਆ ਜਾਂਦੀ। ਇਹਦੇ ਬਾਰੇ ਮੈਂ ਗੱਲ ਕਰੂੰਗਾ। ਇਹ ਸਭ ਤੋਂ ਮਤਲਬ ਅਸੀਂ ਕੋਈ ਬਿਮਾਰੀ ਨੂੰ ਟ੍ਰੀਟ ਕਰਨ ਲਈ, ਇਹ ਮੇਰਾ ਲੌਂਗ ਟਰਮ ਗੋਲ ਆ, TRT ਬਾਰੇ ਲੋਕਾਂ ਨੂੰ ਅਵੇਅਰ ਕਰਨਾ। ਇਹ ਤੋਂ ਮੈਂ ਸਟੀਰੋਇਡਸ ਬਾਰੇ ਜਾਣਨਾ ਸ਼ੁਰੂ ਕੀਤਾ ਸੀ 16 ਜਦੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ TRT ਵਰਡ ਹੁੰਦਾ ਕੀ ਹੈ। ਮੈਜੋਰਿਟੀ ਮੇਲ ਡਿਪਰੈਸ਼ਨ ਸ਼ੁਰੂ ਹੀ ਹੁੰਦਾ ਲੋ ਟੈਸਟੋਸਟਰੋਨ ਤੋਂ। ਇੰਡੀਆ 'ਚ ਤਾਂ ਅਵੇਅਰਨੈਸ ਹੀ ਹੈ ਨਹੀਂ ਹੈਗੀ। ਇੰਡੀਆ ਦਾ ਕਿੱਥੇ? ਇੰਡੀਆ ਤਾਂ ਜਿੱਥੇ ਸਟੀਰੋਇਡ ਵਰਡ ਜੁੜ ਗਿਆ, ਉਹ ਅਗਲੇ ਨੂੰ ਮੈਂਟਲੀ ਹਰੈਸ ਹੀ ਇੰਨਾ ਕਰ ਦਿੰਦੇ ਨੇ ਵੀ ਪਤਾ ਨਹੀਂ ਕੀ ਕਰ ਲਿਆ। ਈਵਨ ਸਟੀਰੋਇਡ ਨੂੰ ਛੱਡੋ ਬਾਈ, ਨਾਰਮਲ ਸਪਲੀਮੈਂਟਸ, ਕ੍ਰੀਏਟਿਨ, ਪ੍ਰੋਟੀਨ, ਉਹਨਾਂ ਨੂੰ ਸਟੀਰੋਇਡ ਮੰਨਦੇ ਵੀ ਡੱਬਾ ਲੈ ਕੇ ਸਰੀਰ ਬਣਾਇਆ। ਸੋ ਜੇ ਆਪਾਂ ਇੱਕ ਸੀਰੀਅਸ ਇਸ਼ੂ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਤੁਸੀਂ ਜੇ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਹੋ ਰਿਹਾ ਕੁਝ, ਉਹ ਐਡੀ ਵੱਡੀ ਗੱਲ ਬਣ ਜਾਂਦੀ ਹੈ ਸੋਸਾਇਟੀ ਦੇ ਵਿੱਚ। ਉਹ ਵੀ ਮਰਦਾਨਗੀ ਦੀ ਗੱਲ ਹੈ ਨਾ, ਲਿਟਰਲੀ ਉਹ ਚੀਜ਼ ਐਡੀ ਗਲਤ ਆ। ਸੋ ਬੜੇ ਲੋਕ ਡਿਪਰੈਸ਼ਨ 'ਚ ਨੇ ਜਾਂ ਬੜੇ ਲੋਕ ਸੈਕਸ਼ੂਅਲ ਇਸ਼ੂਜ਼ ਨੇ, ਮੈਂਟਲ ਇਸ਼ੂਜ਼ ਨੇ, ਬਿਕਾਜ਼ ਉਹਨਾਂ ਦਾ ਟੈਸਟੋਸਟਰੋਨ ਲੋ ਆ। ਕੁਡ ਬੀ ਫਿਜ਼ੀਕਲ ਹੈਲਥ ਐਂਡ ਡਾਈਟ, ਕੁਡ ਬੀ ਜੈਨੇਟਿਕ ਫੈਕਟਰਸ, ਕੁਡ ਬੀ ਸਟ੍ਰੈਸ। ਸੋ ਸਾਈਕੋਲੋਜੀਕਲ, ਫਿਜ਼ੀਓਲੋਜੀਕਲ ਕੋਈ ਵੀ ਰੀਜ਼ਨ ਹੋ ਸਕਦਾ ਹੈ, ਬਟ ਕਦੀ ਗੱਲ ਹੀ ਨਹੀਂ ਹੁੰਦੀ ਕਿ ਅੱਛਾ ਆਪਾਂ ਇੱਕ ਵਾਰੀ ਬਲੱਡ ਟੈਸਟ ਕਰਦੇ ਹਾਂ, ਡਾਕਟਰ ਕਹੇ ਕਿ ਵੀ ਆ ਯਾਰ ਟੈਸਟੋਸਟਰੋਨ ਚੈੱਕ ਕਰਦੇ, ਮੇ ਬੀ ਟੈਸਟੋਸਟਰੋਨ ਲੋ ਆ, ਤੁਹਾਨੂੰ ਤਾਂ ਫੀਲ ਹੋ ਰਿਹਾ। TRT ਤੇ ਗਿਆ 2 ਮਹੀਨੇ ਬਾਅਦ ਸਭ ਕੁਝ ਨਾਰਮਲ, ਬੈਟਰ ਦੈਨ ਲਾਈਫ। ਜਿੰਨੇ ਆਹ ਐਕਟਰਸ ਨੇ, ਜਿੰਨੇ ਆਹ ਇਨਫਲੂਐਂਸਰਸ ਨੇ, ਸਲਮਾਨ ਖਾਨ ਹੋ ਗਿਆ ਜਾਂ ਇਵਨ ਲਾਈਕ ਹਾਲੀਵੁੱਡ ਟੌਮ ਕਰੂਜ਼ 50s ਦੇ ਵਿੱਚ, ਮਿਡ 50s 'ਚ ਨੇ,
ਦੇ ਆਰ ਸਟਿਲ ਐਕਟਿਵ ਯੰਗ। ਸੋ ਇੱਕ ਤਾਂ ਚਲੋ ਕਾਸਮੈਟਿਕ ਸਰਜਰੀਜ਼, ਦੂਸਰਾ ਗਰੋਥ ਹਾਰਮੋਨ ਜਿੰਦਾਬਾਦ, ਤੀਸਰਾ ਟੈਸਟੋਸਟੇਰੋਨ ਰਿਪਲੇਸਮੈਂਟ ਥੈਰੇਪੀ, TRT ਲੈਂਦੇ ਹੀ ਲੈਂਦੇ ਨੇ ਕਿ ਆਫਟਰ 30 ਤੁਹਾਡਾ ਟੈਸਟੋਸਟੇਰੋਨ ਘਟਣਾ ਥੱਲੇ ਆਉਣਾ ਹੀ ਆ। ਸਟੀਰੋਇਡ ਦੀ ਇਨਵੈਂਸ਼ਨ ਹੀ ਤਾਂ ਹੋਈ ਸੀ, ਟੈਸਟੋਸਟੇਰੋਨ ਜਿਹੜਾ ਆਰਟੀਫੀਸ਼ੀਅਲ ਬਣਿਆ ਹੀ ਤਾਂ ਸੀ, TRT ਹਾਰਮੋਨਲ ਇਸ਼ੂਜ਼ ਨੂੰ ਟ੍ਰੀਟ ਕਰਨ ਲਈ। ਉਹ ਤਾਂ ਬਾਅਦ ਚ ਬਾਡੀ ਬਿਲਡਿੰਗ ਦੇ ਸਦਕੇ ਵੀ ਕਾਸਮੈਟਿਕ ਪਰਪਸ ਲਾਈਕ ਬਾਡੀ ਬਿਲਡਿੰਗ। ਸੋ ਇਨੀਸ਼ੀਅਲ ਉਹ ਇਨੀਸ਼ੀਅਲ ਯੂਜ਼ ਤੇ ਗੱਲ ਹੀ ਨਹੀਂ ਹੁੰਦੀ ਆਪਣੀ ਦੇਸੀ ਕਮਿਊਨਿਟੀ ਦੇ ਵਿੱਚ। ਸੋ ਉਹੀ ਨਾ ਆਪਣੇ ਤਾਂ ਪ੍ਰੋਟੀਨ ਪਾਊਡਰ ਨੂੰ ਹੀ ਹੈ ਨਾ, ਜਿੱਦਾਂ ਹੁਣ ਸਾਡੀ ਮੰਮੀ ਡੈਡੀ ਦੀ ਏਜ ਦੇ ਹੈ ਨਾ, ਅਸੀਂ ਉਹ ਲੈ ਲਿਆ ਕਹਿੰਦੇ ਪਾਊਡਰ ਜਾਂ ਕੀ ਖਾਈ ਜਾਂਦਾ, ਰੋਟੀ ਖਾਓ। ਇੰਡੀਆ ਮੈਂ ਬਥੇਰੀ ਵਾਰੀ ਪ੍ਰੋਟੀਨ ਮਾਈਕਰੋਨਿਊਟ੍ਰੀਐਂਟਸ ਘਰ ਹਟਿਆ ਮੰਮੀ ਹੁਣਾਂ ਨੂੰ ਸਾਰੇ ਘਰੇ, ਤੇ ਉਹ ਇੱਦਾਂ ਹੀ ਪਏ ਨੇ, ਡੱਬੇ ਐਕਸਪਾਇਰ ਹੋਈ ਜਾਂਦੇ। ਤੇ ਹੁਣ ਰੀਸੈਂਟਲੀ ਮੇਰੇ ਮਦਰ ਦੇ ਬਲੱਡ ਟੈਸਟ, ਕਿਉਂਕਿ ਮੈਂ ਇਸ ਚੀਜ਼ ਤੇ ਜਦੋਂ ਦਾ ਮੈਂ ਵੜਿਆ, ਮੈਂ ਜਿਹੜੇ ਮੇਰੇ ਜਿੰਨਾ ਕੁ ਮੇਰਾ ਸਰਕਲ ਆ, ਮੇਰੀ ਸਿਸਟਰ ਹੋ ਗਈ, ਮੇਰੇ ਫਾਦਰ ਮਦਰ ਸਾਰੇ, ਮੈਂ ਉਹਨਾਂ ਨੂੰ ਫਰੀਕੁਐਂਟ ਚੈੱਕ 'ਚ ਰੱਖਦਾ ਹੁੰਦਾ ਕਿ ਚੀਜ਼ਾਂ ਕਰਾਉਂਦੇ ਰਹੋ। ਕੋਲੈਸਟਰੋਲ ਹੋ ਗਿਆ, ਤੁਹਾਡੀ ਲੀਵਰ ਹੈਲਥ ਹੋ ਗਈ, ਬਲੱਡ ਸ਼ੂਗਰ ਸਾਰਾ ਕੁਛ। ਤੇ ਉਹਨਾਂ ਦਾ ਰੀਸੈਂਟਲੀ ਕੋਲੈਸਟਰੋਲ ਹਾਈ ਆਇਆ ਤੇ HDL ਘਟਿਆ ਹੋਇਆ, ਵਾਈਟ ਬਲੱਡ ਸੈਲ ਥੋੜ੍ਹੇ ਥੱਲੇ ਗਏ ਹੋਏ। ਤੇ ਉਹ ਡਾਈਟ ਥੋੜ੍ਹੀ ਜਿਹੀ, ਚਲੋ ਤੁਹਾਨੂੰ ਪਤਾ ਹੀ ਆ ਇੰਡੀਆ ਵਿੱਚ ਚਾਹ ਪੀ ਜਾਣੀ, ਭੁੱਖ ਮਾਰੀ ਜਾਣੀ, ਖਾਣਾ ਹੈ ਨਹੀਂ, ਮਿੱਠਾ ਪਾ ਜੇ ਖਾਣਾ ਵੀ ਆ ਤੇ ਪਰੌਂਠੇ ਖਾ ਲਏ, ਕਾਰਬ ਰਿਚ ਡਾਈਟ, ਕੋਈ ਪ੍ਰੋਟੀਨ ਨਹੀਂ, ਕੋਈ ਗੁੱਡ ਫੈਟ ਨਹੀਂ, ਕੋਈ ਕੁਛ ਨਹੀਂ। ਤੇ ਉਹਨਾਂ ਨੂੰ ਹੁਣ ਮੈਂ ਚੀਜ਼ਾਂ ਘੱਲੀਆਂ, ਮਾਈਕਰੋ ਨਿਊਟ੍ਰੀਐਂਟਸ, ਬਹੁਤ ਕੋਲੈਸਟਰੋਲ ਵਧਿਆ, ਬਹੁਤ ਈਜ਼ੀ ਆ ਫਿਕਸ ਕਰਨਾ। ਤੁਹਾਡਾ ਇਮਿਊਨਿਟੀ ਵੀਕ ਆ, ਬਹੁਤ ਈਜ਼ੀ ਆ ਫਿਕਸ ਕਰਨੀ ਕੁਛ ਕੁ ਚੀਜ਼ਾਂ ਡਾਈਟ 'ਚ। ਇਹੀ ਡਾਕਟਰ ਕੋਲ ਜਾਓਗੇ, ਬਹੁਤ ਰੇਅਰ ਆ ਸਪੈਸ਼ਲੀ ਕੈਨੇਡਾ 'ਚ ਕਿ ਡਾਕਟਰ ਤੁਹਾਨੂੰ ਡਾਈਟ ਤੇ ਤੁਹਾਡੀ ਫਿਜ਼ੀਕਲ ਹੈਲਥ ਪੁੱਛ ਲਵੇ। ਉਹਨੇ ਕਹਿਣਾ ਆਹ ਚੱਕ ਸ਼ੂਗਰ ਦੀ ਗੋਲੀ, ਆਹ ਚੱਕ ਕੋਲੈਸਟਰੋਲ ਦੀ ਗੋਲੀ, ਤੇ ਆਹ ਮੈਟਫੋਰਮਿਨ ਚੱਕ ਵੀ ਤੇਰੀ ਜਿਹੜੀ ਤੈਨੂੰ ਇੰਨੇ ਸਾਲ ਲੈਣੀ ਪੈਣੀ ਆ। ਡਰੱਗਸ ਹੈਗੇ ਹਫ਼ਤੇ ਬਾਅਦ ਰਿਜ਼ਲਟ ਨਾਰਮਲ ਹੋ ਜਾਣੇ, ਫਿਰ ਛੱਡ ਦੇ, ਫਿਰ ਲੈਵਲ ਉੱਥੇ ਚੱਲ ਜਾਣੇ ਤੁਹਾਡੇ। ਉਹੀ ਜੇ ਇੱਕ ਮਲਟੀ ਵਾਈਟਾਮਿਨ ਦਾ ਵੀ ਕੁਐਸਚਨ ਇਹੀ ਰੇਜ਼ ਹੁੰਦਾ ਵੀ ਜਿੱਦਾਂ ਹੁਣ ਆਪਾਂ ਟੈਸਟ ਕਰਾਈਦੇ ਆ, ਉਹਦੇ ਵਿੱਚ ਆਪਣੇ ਸਾਰੇ ਨਾਰਮਲ ਹੁੰਦੇ ਆ ਨਾ, ਵਿਟਾਮਿਨ D ਘਟੇ ਹੁੰਦੇ ਮੋਸਟਲੀ ਜਾਂ B ਹੁੰਦੇ ਆ, ਪਰ ਜਿੰਨੇ ਕਿ ਜਿੱਦਾਂ ਆਪਣੇ ਫਰੈਂਡ ਸਰਕਲ 'ਚ ਮੈਂ ਲਾ ਲਵਾਂ ਜਾਂ ਆਪਣੀ ਫੈਮਿਲੀ 'ਚ ਲਾ ਲਵਾਂ, ਮਲਟੀ ਵਾਈਟਾਮਿਨ ਸਾਰੇ ਲੈਂਦੇ ਹੁੰਦੇ ਆ। ਕੀ ਉਹਨਾਂ ਨੂੰ ਮਲਟੀ ਵਾਈਟਾਮਿਨ ਲੈਣਾ ਚਾਹੀਦਾ ਹੈ ਜਾਂ ਇਕੱਲਾ D ਜਿਹ 'ਚ ਡਿਫੀਸ਼ੀਐਂਸੀ ਆ ਉਹਨਾਂ ਦੀ, ਜਾਂ ਉਹ ਲੈਣਾ ਚਾਹੀਦਾ ਹੈ? ਇਹਦਾ ਦੇਖੋ, ਦੇਰ ਇਜ਼ ਨਥਿੰਗ ਐਜ਼ ਇਨ ਕਿ ਤੁਸੀਂ ਓਵਰਡੋਜ਼ ਨਹੀਂ ਕਰੋਗੇ ਵਾਈਟਾਮਿਨਸ ਤੇ। ਮੈਜੋਰਿਟੀ ਵਾਈਟਾਮਿਨਸ ਵਾਟਰ ਸੋਲੂਬਲ ਨੇ, ਤੁਸੀਂ ਲੈ ਥਰੂ ਯੂਰ ਯੂਰਿਨ ਐਂਡ ਸਵੈਟ ਉਹ ਨਿਕਲ ਕੁਛ ਕੁ ਫੈਟ ਸੋਲੂਬਲ ਹੈਗੇ। ਸੋ ਇੱਦਾਂ ਨਹੀਂ ਕਿ ਉਹ ਤੁਸੀਂ ਅਗਰੈਸਿਵ ਓਵਰਡੋਜ਼ ਕੀਤੀ ਕਿਸੇ ਵਾਈਟਾਮਿਨ ਦੀ ਤੇ ਵੀ ਤੁਹਾਨੂੰ ਬਹੁਤ ਸਾਈਡ ਇਫੈਕਟਸ ਆਉਣਗੇ। ਜਾਂ ਕੁਛ ਕੁ ਚੀਜ਼ਾਂ ਨੇ ਜਿੱਦਾਂ ਵਿਟਾਮਿਨ B5 ਹੋ ਗਿਆ, ਉਹਨੂੰ ਤੁਸੀਂ ਬਹੁਤ ਅਗਰੈਸਿਵ ਲਓਗੇ, ਇਟ ਵਰਕਸ ਐਜ਼ ਅ ਰੈਮੇਡੀ ਫॉर ਐਕਨੇਸ। ਮੈਂ ਉਹ ਕੁਝ ਮੇਰਾ ਪਰਸਨਲ ਐਕਸਪੀਰੀਅੰਸ ਆ, ਇੱਥੇ ਐਕੋਟੈਨ ਪ੍ਰਿਸਕ੍ਰਾਈਬ ਹੁੰਦੀ ਆ ਐਕਨੇਸ ਦੀ, ਉਹ ਦਾ ਲਾਸਟ ਸਟੇਜ ਆ ਵੀ ਉਹ ਲੈਣੀ ਆ। ਉਹ ਉਸ ਤੋਂ ਬਾਅਦ ਵੀ ਜੇ ਉਹਨੇ ਕੁਛ ਨਾ ਕੀਤਾ ਤਾਂ ਕਿਸੇ ਨੇ ਕੁਛ ਨਹੀਂ ਕਰਨਾ। ਐਕੋਟੇਨ ਬਣਦੀ ਹੀ ਵਿਟਾਮਿਨ B5 ਤੋਂ ਆ, ਉਹ ਬਹੁਤ ਹਾਈਲੀ ਕੰਸਨਟਰੇਟਡ B5 ਹੁੰਦਾ, ਲੀਵਰ ਇੰਟੈਂਸ ਬਹੁਤ ਆ, ਉਹ ਲੈਂਦੇ ਲੀਵਰ ਫੰਕਸ਼ਨ ਹਾਈ। ਬਲੱਡ ਟੈਸਟ ਆਉਣੇ ਤਾਂ ਦਾਰੂ ਪੀਤੀ ਹੁੰਦੀ ਤੁਸੀਂ ਵੀ, ਤੁਹਾਡਾ ਲੀਵਰ ਇੰਨਾ ਜ਼ਿਆਦਾ ਸਟ੍ਰੈਸ 'ਚ ਚਲਾ ਜਾਂਦਾ, ਸਕਿਨ ਡਰਾਈ ਹੋਣ ਲੱਗ ਪੈਂਦੀ। ਸੋ ਉਹ ਕੁਛ ਕੁ ਚੀਜ਼ਾਂ ਨੇ, ਬਟ ਤੁਸੀਂ ਵਿਲਿੰਗਲੀ ਜਾਂ ਗਲਤੀ ਨਾਲ ਵੀ ਇੰਨੀ ਡੋਜ਼ ਨਹੀਂ ਲੈ ਸਕਦੇ। 10 ਗੋਲੀਆਂ ਤੁਸੀਂ ਇੱਕ ਦਿਨ 'ਚ ਨਹੀਂ B5 ਦੀਆਂ ਲੈਣ ਲੱਗੇ। ਸੋ ਮਲਟੀ ਵਾਈਟਾਮਿਨ ਯੈਸ, ਪਰ ਨਾਲ ਤੁਹਾਨੂੰ ਸਪੈਸੀਫਿਕ ਚਾਹੀਦੇ ਨੇ ਜਿਹੜੇ ਸਾਡੇ ਲੋ ਆ ਨਾ। ਲੋ ਆ ਜਿਹੜੀ ਕਾਮਨ ਡੈਫੀਸ਼ੀਐਂਸੀ ਹੁੰਦੀ ਹੈ। ਦੇਖੋ ਜਦੋਂ ਤੁਸੀਂ ਲੈਂਦੇ ਹੋ ਮਲਟੀ ਵਾਈਟਾਮਿਨ, ਤੁਹਾਨੂੰ ਲੇਬਲ ਦੇਖਣਾ ਚਾਹੀਦਾ ਕਿ ਪਰ ਪਿਲ ਕਿਹੜੇ ਇੰਗਰੀਡੀਐਂਟਸ 'ਚ ਕਿੰਨੀ ਡੋਜ਼ ਆ। ਹੁਣ ਔਨ ਐਵਰੇਜ ਤੁਹਾਨੂੰ ਲਾਈਕ 200 ਤੋਂ 400 ਮਿਲੀਗ੍ਰਾਮ ਮੈਗਨੀਜ਼ੀਅਮ ਡੇਲੀ ਚਾਹੀਦਾ। ਐਵਰੀਬਡੀ ਸ਼ੁੱਡ ਟੇਕ ਮੈਗਨੀਜ਼ੀਅਮ। ਹੁਣ ਇਹ ਆਉਂਦਾ ਕਿ ਕਿਹੜੇ ਵਾਲਾ ਮੈਗਨੀਜ਼ੀਅਮ ਬਿਸਗਲਾਈਸਿਨੇਟ ਵੀ ਆਉਂਦਾ, ਹੋਰ ਵੀ ਫਾਰਮਸ ਆਉਂਦੀਆਂ ਨੇ, ਅਬਜ਼ੌਰਪਸ਼ਨ ਦਾ ਹਿਸਾਬ ਹੁੰਦਾ। ਸਿੰਥੈਟਿਕ ਹੈਗੇ ਨਾ ਬਹੁਤ ਸਾਰੇ ਅਲੱਗ-ਅਲੱਗ ਵੇਰੀਏਸ਼ਨ ਮਿਲ ਜਾਣੀਆਂ ਤੁਹਾਨੂੰ। ਫਿਰ ਆਉਂਦੀ ਤੁਹਾਡੀ ਬਾਇਓ ਅਵੇਲੇਬਿਲਿਟੀ, ਵੀ ਜਿਹੜੀ ਗੋਲੀ ਲੈ ਰਹੇ ਹੋ ਉਹਦੇ 'ਚ ਅਬਜ਼ੌਰਬ ਹੋ ਕੇ ਬਲੱਡ 'ਚ ਕਿੰਨਾ ਜਾ ਰਿਹਾ। ਮਲਟੀ ਵਾਈਟਾਮਿਨ ਦੀ ਪ੍ਰੋਬਲਮ ਇਹ ਹੈ, ਜਦੋਂ ਇੱਕੋ ਗੋਲੀ 'ਚ ਇੰਨਾ ਕੁਛ ਪਾਇਆ ਹੁੰਦਾ ਨਾ, ਇੱਕ ਤਾਂ ਗੋਲੀ ਜ਼ਿਆਦਾ ਵੱਡੀ ਨਹੀਂ ਹੋਣੀ, ਸੋ ਉਹਦੇ 'ਚ ਪਰ ਇੰਗਰੀਡੀਐਂਟ ਡੋਜ਼ ਘੱਟ ਆ, ਉਦੋਂ ਇੰਨਾ ਚੀਜ਼ਾਂ ਮਿਕਸ ਕਰਨ ਕਰਕੇ ਉਹ ਬਲੱਡ 'ਚ ਅਬਜ਼ੌਰਬ ਨਹੀਂ ਸਹੀ ਹੁੰਦੀ। ਸੋ ਇੱਕ ਤਾਂ ਡੋਜ਼ ਆਲਰੇਡੀ ਘੱਟ ਮਿਲ ਰਹੀ ਸੀ, ਉੱਤੋਂ ਅਬਜ਼ੌਰਪਸ਼ਨ ਹੋਰ ਘੱਟ ਗਈ। ਸੋ ਪਰਸਨਲ ਜਿਹੜੀ ਸੁਜੈਸ਼ਨ ਹੈ ਜਾਂ ਮੇਰੀ ਪਰਸਨਲ ਰੈਕਮੈਂਡੇਸ਼ਨ ਇਹੀ ਹੈ ਕਿ ਮਲਟੀ ਵਾਈਟਾਮਿਨ ਦੀ ਜਗ੍ਹਾ ਉਹ ਜਿਹੜੇ ਗਿਣੇ ਚੁਣੇ ਇਕੱਲੇ ਵਾਈਟਾਮਿਨਸ ਐਂਡ ਮਿਨਰਲਸ ਨੇ ਜਿਨ੍ਹਾਂ ਦੀ ਕਮੀ ਹੁੰਦੀ ਨੇ, ਮੈਗਨੀਜ਼ੀਅਮ, ਜ਼ਿੰਕ, ਫੀਮੇਲਸ ਦੇ ਕੇਸ ਆਇਰਨ ਹੋ ਗਿਆ, ਤੁਹਾਡਾ ਟੌਰੀਨ ਹੋ ਗਈ ਤੁਸੀਂ ਸਪੈਸ਼ਲੀ ਵਰਕਆਊਟ ਕਰਦੇ ਹੋ, ਅਤੇ ਤੁਹਾਡੇ ਫਿਸ਼ ਆਇਲਸ ਹੋ ਗਏ, ਕੁਡ ਬੀ ਲਾਈਕ ਤੁਹਾਨੂੰ ਓਮੇਗਾ 3 ਚਾਹੀਦਾ। ਜੇ ਤੁਸੀਂ ਵੈਜੀਟੇਰੀਅਨ ਹੋ ਜਾਂ ਅੰਮ੍ਰਿਤਧਾਰੀ ਹੋ, ਇਟਸ ਓਕੇ, ਤੁਸੀਂ ਪਲਾਂਟ ਬੇਸਡ ਓਮੇਗਾ ਲੈ ਸਕਦੇ ਹੋ, ਜ਼ਰੂਰੀ ਤੁਸੀਂ ਫਿਸ਼ ਆਇਲ ਆਉਂਦੇ ਨੇ।
ਤੇ ਵਿਟਾਮਿਨ C ਹੋ ਗਿਆ, ਵਿਟਾਮਿਨ B12 ਤੇ D3, ਇਹ ਚੀਜ਼ਾਂ ਤਾਂ ਡੇਲੀ ਲਓ। ਇਹਦੀ ਕੋਜ਼ ਤੁਹਾਨੂੰ ਤੁਹਾਡੀ ਡਾਈਟ ਇੰਨੀ ਵਰਸਟਾਈਲ ਹੋਣ ਰਹੀ ਤੇ ਤੁਸੀਂ ਇੰਨਾ ਨਹੀਂ ਖਾਓਗੇ। ਡਾਈਟ ਦੀ ਗੱਲ ਹੀ ਕਰਨੀ ਸੀ। ਫਰੂਟ ਵੈਜੀਟੇਬਲ ਆਪਾਂ ਖਾ ਹੀ ਨਹੀਂ ਪਾਉਂਦੇ। ਨਹੀਂ ਉਹ ਕਿੱਥੇ ਖਾਦੀਆਂ ਜਾਂਦੀਆਂ। ਕੈਨੇਡਾ ਫੂਡ ਗਾਈਡ ਕਹਿੰਦੀ ਲਾਈਕ 3 ਤੋਂ 6 ਸਰਵਿੰਗ ਖਾਣੀਆਂ ਵੈਜੀਟੇਬਲ ਦੀਆਂ, ਕੋਈ ਵੀ ਨਹੀਂ ਖਾ ਸਕਦਾ। ਜਿਹੜਾ ਖਾਂਦਾ ਫਿਰ ਇਦਾਂ ਖਾਂਦਾ ਭਾਰ ਵਧਣਾ। ਉਹ ਉਦਾਂ ਲੰਘਦੀਆਂ ਨਹੀਂ। ਵੈਜੀਟੇਬਲ ਤੇ ਵੀ ਓਲਿਵ ਆਇਲ ਡਰੈਸਿੰਗ ਡਰੂਸਿੰਗ ਪਾ ਕੇ ਖਾਣੀਆਂ ਪੈਂਦੀਆਂ, ਉਹ ਫਿਰ ਲੋਕੀ ਸੈਲਡ ਕੈਲੋਰੀਕ ਹੋ ਜਾਂਦੀਆਂ। ਲੋਕੀ ਸੈਲਡ ਖਾਂਦੇ ਉੱਤੇ ਰੈਂਚ ਮੇਯੋ ਪਾ ਕੇ, ਕਹਿੰਦੇ ਅਸੀਂ ਸੈਲਡ ਖਾ ਲਿਆ, ਬਟ ਅਨਹੈਲਦੀ ਸਟਫ ਹੋ ਗਿਆ। ਰੈਂਚ ਮੇਯੋ ਦੀਆਂ 400-500 ਕੈਲੋਰੀ ਫੈਟ ਆ, ਕੋਲੇਸਟ੍ਰੋਲ ਫਿਰ ਵੱਧ ਜਾਣਾ, ਫਾਇਦਾ ਘੱਟ ਨੁਕਸਾਨ ਜ਼ਿਆਦਾ ਹੋ ਗਿਆ ਉਸ ਚੀਜ਼ ਦੇ ਨਾਲ। ਜਾਨੀ ਕਿ ਮੌਕੇ ਦੀ ਗੱਲ ਵੀ ਮਲਟੀ ਵਿਟਾਮਿਨ ਤੇ ਤੁਸੀਂ ਓਵਰਡੋਜ਼ ਨਹੀਂ ਕਰ ਸਕਦੇ। ਫਲਸ਼ ਹੋ ਜਾਂਦੇ ਆ, ਜਾਨੀ ਕਿ ਜਾਨੀ ਕਿ ਐਕਸੈਸ ਵੀ ਹੋ ਜਾਣਾ। ਤੁਸੀਂ ਦੇਖਿਆ ਹੋਣਾ ਐਕਸੈਸਿਵ ਹੋ ਗਿਆ, ਟੌਕਸਿਕ ਵੀ ਹੋ ਸਕਦੇ। ਓਕੇ, ਤੁਸੀਂ ਦੇਖਿਆ ਹੋਣਾ ਕਿ B12 ਲੈਂਦੇ ਆ ਜਦੋਂ ਤੁਸੀਂ ਬਾਥਰੂਮ ਜਾਂਦੇ ਹੋ ਔਰੇਂਜ ਹੋ ਜਾਂਦਾ। B12 ਵਾਟਰ ਸੋਲੂਬਲ ਨਿਕਲ ਜਾਂਦਾ ਮੈਜੋਰਿਟੀ, ਬਹੁਤ ਮਾਈਨਿਊਟ ਅਮਾਉਂਟ ਅਬਜ਼ੌਰਬ ਹੁੰਦਾ। ਸੋ ਅਬਜ਼ੌਰਬ ਵੀ ਬਹੁਤ ਥੋੜਾ ਹੋ ਰਿਹਾ ਆਲਰੇਡੀ, ਸੋ ਤੁਹਾਨੂੰ ਉਹ ਨਹੀਂ ਡਰ ਹੈਗਾ ਕਿ ਓਵਰਡੋਜ਼ ਹੋ ਜਾਊਗੀ। ਓਕੇ, ਬਟ ਮਲਟੀਵਿਟਾਮਿਨ ਤੇ ਪੈਸੇ ਲਾਉਣ ਨਾਲੋਂ ਥੋੜੇ ਵੱਧ ਲਾ ਕੇ ਇੰਡੀਵਿਜੂਅਲ ਲੈ ਆਓ, ਕਿਉਂਕਿ ਇੰਡੀਵਿਜੂਅਲ ਜਿਹੜੀ ਗੋਲੀ ਹੈ ਜੇ ਇਕੱਲੀ ਮੈਗਨੀਜ਼ੀਅਮ ਦੀ ਆ, ਉਹਦੀ ਬਾਇਓ ਅਵੇਲੇਬਿਲਿਟੀ ਜ਼ਿਆਦਾ ਅਬਜ਼ੌਰਬ ਜ਼ਿਆਦਾ, ਤੇ ਉਹਦੀ ਫਾਰਮ ਵੀ ਵਧੀਆ ਹੋਊਗੀ ਜਿਹੜੀ ਬੋਡੀ ਅਬਜ਼ੌਰਬ ਕਰਦੀ। ਕਿਉਂ ਉਦਾਂ ਮਲਟੀ ਦੇ ਵਿੱਚ ਤਾਂ ਉਹ ਥੋੜੀ ਜਿਹੀ ਬਾਈ ਦੇ ਜਿਹੜੇ ਵਾਲਮਾਰਟ ਤੋਂ ਮਿਲਦੇ ਨੇ ਪ੍ਰੋਡਕਟ ਹੈਗਾ, ਉਹਨਾਂ ਨੇ ਸਾਰੇ ਲਿਖਤੇ ਵਿਟਾਮਿਨ ਬਣਾ ਤੇ ਵਿੱਚ ਪਾਤੇ। ਜਿੱਦਾਂ ਲਾਈਕ ਬਾਇਓ ਅਵੇਲੇਬਿਲਿਟੀ ਦੀ ਗੱਲ ਕਰ ਲਓ, ਘੱਟ ਗਈ, ਫਾਰਮ ਵਧੀਆ ਨਹੀਂ, ਕੁਆਲਿਟੀ ਵਧੀਆ ਨਹੀਂ, ਉਹੀ ਕੱਲਾ ਲੈ ਲਓ ਤੁਹਾਨੂੰ ਪ੍ਰੋਪਰ ਮਿਲ ਜੂਗਾ। ਤੇ ਇੰਡੀਵਿਜੂਅਲ ਡੋਜ਼ਿੰਗ ਵੀ ਕਰਨੀ ਸੌਖੀ ਆ। ਲੈਟਸ ਸੇ ਤੁਹਾਡਾ D3 ਜ਼ਿਆਦਾ ਘੱਟ ਆਇਆ, ਜੇ ਤੁਹਾਡੀ ਬਲੱਡ ਟੈਸਟ ਤੁਹਾਨੂੰ ਹੁਣ ਐਕਸਟਰਾ ਡੋਜ਼ ਚਾਹੀਦੀ, ਸੋ D3 ਵੱਖਰਾ ਤੁਸੀਂ ਐਕਸਟਰਾ ਲੈ ਸਕਦੇ ਹੋ। ਫਿਰ ਮੇਨਟੇਨੈਂਸ ਵੀ ਕਰਨੀ ਹੁੰਦੀ। ਹੁਣ ਇੱਥੇ ਗਲਤੀ ਇਹ ਕਰਦੇ ਨੇ, ਹੁਣ ਆਫਟਨ ਕਲਾਇੰਟਸ ਦਾ D3 ਬਹੁਤ ਘੱਟ ਹੁੰਦਾ, ਕਿਸ ਤੋਂ ਭੁੰਨੀ ਕਿ ਨਿਕਲਦੀ ਆ D3 ਬੋਡੀ ਬਣਾਉਂਦੀ। ਸੋ D3 ਜਦੋਂ ਘਟਦਾ, ਡਾਕਟਰ 50,000 ਆਯੂ ਦੀ ਗੋਲੀ ਪ੍ਰਿਸਕ੍ਰਾਈਬ ਕਰਦਾ ਵੀ ਇੱਕ ਵਾਰੀ ਲੈਣੀ ਵੀਕ 'ਚ। ਉਹ ਮੈਡੀਕਲ ਗ੍ਰੇਡ ਹੁੰਦਾ, ਉਹ ਤੁਸੀਂ ਓਵਰ ਦਾ ਕਾਊਂਟਰ ਨਹੀਂ ਲੈ ਸਕਦੇ। ਤੇ ਅਮਰੀਕਾ 'ਚ ਮਿਲ ਜਾਂਦੀ। ਇਹ ਬਹੁਤ ਇਸ਼ੂ ਹੈ ਹੈਲਥ ਕੈਨੇਡਾ ਤੇ FDA ਦਾ ਬਹੁਤ ਆਪਸ 'ਚ ਨਾ ਵੀ। ਉਹਦਾ 2500 ਵਾਲੀ ਵੀ ਆ ਜਾਂਦੀ ਵਿਟਾਮਿਨ D ਦੀ ਤਾਂ 2500 ਸਭ ਤੋਂ ਜ਼ਿਆਦਾ ਇੱਥੇ। 2500 ਸਭ ਤੋਂ ਜ਼ਿਆਦਾ। ਜੇ ਤੁਸੀਂ 10,000 ਵੀ ਲੈਣੀ ਹੈ ਤੇ ਉਹ ਅਮਰੀਕਾ ਤੋਂ ਸ਼ਿਪ ਹੁੰਦੀ ਆ, ਇੰਪੋਰਟ ਹੋ ਜਾਂਦੀ ਆ ਜਾਂਦੀ ਸ਼ਿਪ ਹੋ ਕੇ। ਮੈਂ ਉਹੀ ਯੂਜ਼ ਕਰਦਾ। ਉਹ 10,000 ਦੀ ਰੋਜ਼ ਇੱਕ ਲੈਣੀ। ਸੋ ਬੜੀ ਵਾਰੀ ਹੁੰਦਾ ਤੁਸੀਂ ਲੈ ਰਹੇ ਹੋ ਲੈਟਸ ਸੇ 50,000 ਦੀ, ਤੁਹਾਡਾ ਬਲੱਡ ਲੈਵਲ D3 ਨਾਰਮਲ, ਉਸ ਤੋਂ ਬਾਅਦ ਤੁਹਾਨੂੰ ਮਿਨੀਮਮ 5,000 ਡੇਲੀ ਚਾਹੀਦਾ ਮੇਨਟੇਨ। ਜੇ ਤੁਸੀਂ ਮੁੜ ਕੇ ਫੇਰ ਬੰਦ ਕਰ ਦੂੰਗੇ, ਕਿਉਂਕਿ ਲਾਈਫ ਸਟਾਈਲ ਤਾਂ ਉਹੀ ਆ, ਧੁੱਪ 'ਚ ਤਾਂ ਉਹਨਾਂ ਕੀ ਨਿਕਲ ਉਹ ਫੇਰ ਕੱਢ ਜਾਣਾ। ਤੇ ਜਿਹੜੀ ਤੁਸੀਂ ਲੈ ਰਹੇ ਹੋ ਮਲਟੀ ਵਿਟਾਮਿਨ, ਉਹ 'ਚ ਵੇਖਿਓ D3 ਹਾਰਡਲੀ 1000 ਆਯੂ ਹੋਊਗਾ, 500,000 ਇੰਨਾ ਕੀ ਹੁੰਦਾ। ਸੋ ਤੁਹਾਨੂੰ ਫੇਰ ਸਾਈਡ ਤੇ ਲੈਣਾ ਹੀ ਪੈਣਾ। ਆਲਵੇਜ਼ ਇਹ ਹੈ ਕਿ ਤੁਹਾਨੂੰ ਸਾਰੇ ਵਿਟਾਮਿਨ ਨਹੀਂ ਚਾਹੀਦੇ, ਪਰ ਜਿਹੜੇ ਮੈਂ ਮੈਂਸ਼ਨ ਕੀਤੇ, ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ ਓਵਰਆਲ ਡਾਈਟ ਦੇ ਵਿੱਚ। ਤੁਹਾਡੀ ਮੈਂਟਲ ਹੈਲਥ, ਸਲੀਪ, ਸਟ੍ਰੈਸ ਨੂੰ ਲੈ ਕੇ ਸਪੈਸ਼ਲੀ ਮੈਗਨੀਜ਼ੀਅਮ ਤਾਂ ਬਹੁਤ ਜ਼ਰੂਰੀ ਹੈ। ਸੋ ਇਹ ਚੀਜ਼ਾਂ ਐਡ ਕਰੋ, ਮਲਟੀਵਿਟਾਮਿਨ ਤੇ ਸਪੈਂਡ ਕਰਨ ਨਾਲੋਂ ਤਾਂ ਬੈਟਰ ਆ। ਚਲੋ ਠੀਕ ਹੈ। ਸਾਡੀ ਟਿਕਟੋਕ ਸਕਰੋਲ ਕਰ ਰਿਹਾ ਸੀ, ਕਮੈਂਟਾਂ ਦੇ ਵਿੱਚ ਦੇਖਿਆ ਵੀ ਤੁਸੀਂ ਐਨਾਬੋਲਿਕਸ ਨੂੰ ਲੈ ਕੇ ਨਾ ਬੜੇ ਓਪਨ ਹੋ, ਹੈ ਨਾ। ਕਮੈਂਟਾਂ 'ਚ ਵੀ ਕਿਹਾ ਤੁਸੀਂ ਵੀ ਹਾਂ ਲੈਣਾ ਹੈ ਨਾ, ਹੋਰ ਨੈਗੇਟਿਵ ਕਮੈਂਟ ਵੀ ਆਉਂਦੇ ਆ, ਚਲੋ ਆਉਂਦੀ ਹੈ ਨਾ। ਅਤੇ ਕਿੱਦਾਂ, ਕੀ ਐਕਸਪੀਰੀਅੰਸ ਰਿਹਾ ਤੁਹਾਡਾ, ਕਦੋਂ ਕੁ ਸਟਾਰਟ ਕੀਤਾ ਸਾਈਕਲ ਤੁਸੀਂ? ਫਸਟ ਟਾਈਮ ਸੀਗਾ ਮੇਰਾ 2019 ਦੇ ਅਰਾਊਂਡ ਐਂਡ 'ਤੇ ਜਾ ਕੇ। ਓਕੇ। ਸੋ 2020 'ਚ ਕੋਵਿਡ ਹੋਇਆ, ਰਾਈਟ। ਸੋ ਮਾਰਚ 15 ਨੂੰ ਲਾਕਡਾਊਨ ਹੋਇਆ। ਮੈਂ ਉਦੋਂ ਗੁੱਡ ਲਾਈਫ ਜੋਬ ਕਰਦਾ ਸੀ, ਅਤੇ ਮੈਂ ਵਰਕ ਪਰਮਿਟ 'ਤੇ ਟ੍ਰਾਂਜੀਸ਼ਨ ਹੋਇਆ ਹੀ ਸੀ। ਸਟੂਡੈਂਟ ਲਾਈਫ ਵਾਲੇ ਮੇਰੀ ਮਤਲਬ ਉੱਥੇ ਰੁਕੀ, ਅਤੇ ਮੈਂ ਵਰਕ ਪਰਮਿਟ 'ਤੇ ਆਇਆ ਸੀ। ਵਰਕ ਪਰਮਿਟ 'ਤੇ ਆਉਂਦੇ ਹੀ ਗੁੱਡ ਲਾਈਫ ਜੋਬ ਸ਼ੁਰੂ ਕਰਤੀ। ਅਤੇ ਉਦੋਂ ਉਸ ਤੋਂ ਪਹਿਲਾਂ ਇਹ ਸੀਗਾ ਕਿ ਪਤਾ ਸੀ, ਐਂਡ ਇਹ ਵੀ ਪਤਾ ਸੀ ਕਿ ਹਾਲੇ ਇਹਨਾਂ ਚੀਜ਼ਾਂ ਦਾ ਟਾਈਮ ਨਹੀਂ ਯੂਜ਼ ਕਰਨੀਆਂ, ਫਿਊਚਰ 'ਚ ਦੇਖਾਂਗੇ। ਅਤੇ ਨੈਚੁਰਲੀ ਬਾਡੀ ਬਿਲਡਿੰਗ ਕਰਨੀ ਆ, ਜਾਂ ਉਦੋਂ ਐਕਸਪੈਕਟੇਸ਼ਨਸ ਹੋਰ ਸੀ। ਜਦੋਂ ਦੇਖਿਆ ਲਾਈਕ ਇਨ ਡੈਪਥ ਜਾ ਕੇ ਕਿ ਹਰ ਦੂਜਾ ਬੰਦਾ ਇਨਹੈਂਸ ਆ, ਐਂਡ ਜੇ ਤੁਸੀਂ ਪ੍ਰੋ ਬਾਡੀ ਬਿਲਡਿੰਗ 'ਚ ਅੱਗੇ ਜਾਣਾ, ਯੂ ਹੈਵ ਟੂ ਬੀ ਇਨਹੈਂਸਡ। ਉੱਥੇ ਕੋਈ ਸੈਕਿੰਡ ਓਪੀਨੀਅਨ ਨਹੀਂ ਹੈਗਾ। ਅਤੇ ਪ੍ਰੋ ਬਾਡੀ ਬਿਲਡਰਸ ਆਪਸ 'ਚ ਇਹ ਨਹੀਂ ਪੁੱਛਦੇ ਕਿ ਤੂੰ ਇਨਹੈਂਸ ਆ ਕਿ ਨਹੀਂ। ਪ੍ਰੋ ਸ਼ੋਜ਼ 'ਤੇ ਜਦੋਂ ਤੁਸੀਂ ਜਾਓਗੇ, ਸੋ ਜੇ ਤੁਸੀਂ ਵੱਡੇ ਸਟੇਜਸ 'ਤੇ ਜਾਣਾ ਨਾ, ਇਫ ਯੂ ਥਿੰਕ ਕਿ ਬਾਡੀ ਬਿਲਡਿੰਗ ਤੁਹਾਡੇ ਲਈ ਇੰਨੀ ਇੰਪੋਰਟੈਂਟ ਆ, ਯੂ ਆਰ ਵਿਲਿੰਗ ਟੂ ਟੇਕ ਦ ਰਿਸਕ, ਜਿਹੜੇ ਸਾਈਡ ਇਫੈਕਟਸ ਤੁਹਾਨੂੰ ਹੋਣੇ ਨੇ। ਸੋ ਉਹ ਚੀਜ਼ ਨੂੰ ਮਾਈਂਡ 'ਚ ਰੱਖਦੇ ਹੋਏ ਆਈ ਸਟਾਰਟਡ। ਨਾਲ ਹੀ ਕੋਵਿਡ ਆ ਗਿਆ, ਜਿਮ ਬੰਦ, ਸਾਈਕਲ ਬੰਦ, ਸਭ ਬੰਦ, ਬਿਕੋਜ਼ ਪ੍ਰੋਗਰੈਸ ਹੋਣੀ ਨਹੀਂ। ਸੋ ਉੱਥੇ ਪੌਜ਼ ਲੱਗਾ। 2021 'ਚ ਜਦੋਂ ਫਿਰ ਖੁੱਲਿਆ, ਫਿਰ ਬੰਦ ਹੋਇਆ। ਸੋ ਔਨ ਐਂਡ ਆਫ ਵਿੱਚੋਂ 2 ਵਾਰੀ ਮੈਂ ਸਾਈਕਲ 'ਤੇ ਗਿਆ, ਫਿਰ ਆਫ ਆਇਆ। ਉਹਦਾ ਚੱਕਰ ਇਹ ਸੀਗਾ ਕਿ ਉਦੋਂ ਕੋਚ ਨਹੀਂ ਸੀ, ਸਭ ਤੋਂ ਵੱਡੀ ਗਲਤੀ।
ਪ੍ਰੋਪਰ ਕੋਚ ਨਹੀਂ ਸੀਗਾ ਪ੍ਰੋਪਰ। ਹਾਂ, ਮੇਰਾ ਫਰੈਂਡ ਸੀ, ਹੈਲਪ ਕਰਦਾ ਸੀ, ਹੁਣ ਵੀ ਫਰੈਂਡ ਮੇਰਾ ਹੈਲਪ ਕਰਦਾ, ਤੇ ਉਹ ਬਹੁਤ ਐਜੂਕੇਟਡ ਆ। ਬਟ ਇੱਕ ਹੁੰਦਾ ਨਾ ਕਿ 24/7 ਬੰਦਾ ਅਵੇਲੇਬਲ ਹੈ, ਤੁਸੀਂ ਅਕਾਊਂਟੇਬਿਲਿਟੀ ਰੱਖਦੇ ਹੋ। ਹਾਂ, ਕੋਈ ਗੇਮ ਪਲਾਨ ਨਹੀਂ। ਸੋ ਗਿਆ ਔਨ ਐਕਸਪੀਰੀਅੰਸ ਹੋਇਆ, ਫੀਲ ਹੋਇਆ ਕੀ ਚੀਜ਼ਾਂ ਕਿਵੇਂ ਫੀਲ ਹੁੰਦੀਆਂ ਨਾ। ਤੇ ਉਸ ਤੋਂ ਬਾਅਦ ਫਿਰ ਔਨ ਉਹ ਪ੍ਰੋਸੈਸ ਹੁੰਦਾ, ਇੱਕ ਪ੍ਰੋਸੈਸ ਹੁੰਦੀ ਕਿ ਤੁਸੀਂ ਕੋਈ ਵੀ ਐਨਾਬੋਲਿਕ ਲੈ ਰਹੇ ਹੋ, ਉਹਦੀ ਹਾਫ ਲਾਈਫ ਕਿੰਨੀ ਹੈ ਨਾ, ਕੈਮੀਕਲੀ ਬੋਡੀ 'ਚ ਕਿੰਨੀ ਛੇਤੀ ਘਟਦਾ, ਤੇ ਉਹਦੀ ਡੋਜ਼ਿੰਗ ਕਿਵੇਂ ਰੱਖਣੀ ਆ। ਜੇ ਤੁਸੀਂ ਦੂਸਰੀ ਚੀਜ਼ ਮਿਕਸ ਕਰ ਰਹੇ ਹੋ, ਉਹਦੀ ਡੋਜ਼ਿੰਗ ਕਿੰਨੀ, ਉਹਦੇ ਲਾਈਕ ਰੇਸ਼ੋ ਕੀ ਹੋਣੀ ਚਾਹੀਦੀ, ਕੁਛ ਨਹੀਂ ਸੀ ਪਤਾ। ਸੋ ਬੋਡੀ ਦਾ ਐਸਟ੍ਰੋਜਨ, ਪ੍ਰੋਲੈਕਟਿਨ ਸਾਰਾ ਉੱਪਰ ਥੱਲੇ, ਡਿਫਰੈਂਟ ਇਮੋਸ਼ਨਲ ਇਸ਼ੂਜ਼, ADHD ਕਰਕੇ ਵੈਸੇ ਇਮੋਸ਼ਨਲ ਕੰਟਰੋਲ ਮੇਰਾ ਬਹੁਤ, ਉਦੋਂ ਮੈਨੂੰ ਪਤਾ ਨਹੀਂ ਕਿ ਮੈਨੂੰ ADHD ਹੈਗੀ ਹੈ ਜਦੋਂ ਮੈਂ ਪਹਿਲੀ ਵਾਰੀ ਸਾਈਕਲ 'ਤੇ ਗਿਆ। ਤੇ ਉਹ ਐਨਾਬੋਲਿਕਸ 'ਤੇ ਗਿਆ। ਹੁਣ ਹਾਰਮੋਨਸ ਨੇ, ਜੇ ਤੁਸੀਂ ਟੈਸਟੋਸਟੇਰੋਨ ਇੰਜੈਕਟ ਕਰ ਰਹੇ ਹੋ, ਤੁਹਾਡਾ ਐਸਟ੍ਰੋਜਨ ਵੀ ਵਧਣਾ, ਪ੍ਰੋਲੈਕਟਿਨ ਵੀ ਵਧਣਾ, DHT ਡਿਪੈਂਡ ਕਰਦਾ ਤੁਹਾਡੀ ਬੋਡੀ DHT ਡੋਮੀਨੇਟ ਆ ਕਿ ਐਸਟ੍ਰੋਜਨ। ਸੋ ਉਹ ਵਧਿਆ, ਉਹਦਾ ਕਰਕੇ ਮੈਂ ਓਵਰ ਇਮੋਸ਼ਨਲ ਹੋ ਗਿਆ, ਪਲੱਸ ADHD ਦੇ ਸਿੰਪਟਮਸ ਹੋਰ ਵੱਧ ਗਏ। ਉਹ ਕਾਫੀ ਗੰਦਾ ਐਕਸਪੀਰੀਅੰਸ ਸੀਗਾ ਮੇਰੇ ਲਈ, ਕਿ ਇੱਦਾਂ ਹੁੰਦੀ ਹੈ। ਮੈਂ ਕਿਹਾ ਯਾਰ ਵੀ ਇਹ ਚੀਜ਼ ਡੀਲ ਕਰਨੀ ਪਊਗੀ, ਐਂਡ ਵੀ ਜੇ ਕਰੀਅਰ ਰੱਖਣਾ। ਸੋ ਆਫ ਗਿਆ, ਥੋੜਾ ਸੋਚਿਆ ਕਿ ਵਰਥ ਹੈਗਾ ਕਿ ਨਹੀਂ। ਤੇ ਉਦੋਂ ਕੋਈ ਬ੍ਰੇਕਅਪ ਹੋ ਗਿਆ, ਤੇ ਉਦੋਂ ਮੇਰੇ ਤੇ ਕਾਫੀ ਲਾਈਕ ਵੀ ਉਦੋਂ ਮੈਂ ਪ੍ਰੋਪਰ ਕਹਿੰਦੇ ਨਾ, ਜਦੋਂ ਵੀ ਪਹਿਲੀ ਵਾਰੀ ਲਾਈਫ 'ਚ ਪੈਨਿਕ ਫੀਲ ਕੀਤਾ ਸੀਗਾ ਕਿ ਅੱਛਾ ਇਹਨੂੰ ਪੈਨਿਕ ਅਟੈਕ ਕਹਿੰਦੇ। ਅੱਗੇ ਕਦੀ ਇੰਨਾ ਹੁੰਦਾ ਨਾ ਕਰ ਲਾਂਗੇ, ਕੋਈ ਪਰਵਾਹ ਨਹੀਂ ਹੈ ਨਾ, ਕੇਅਰਲੈਸ ਐਜ਼ ਇਨ ਕਿ ਲਾਈਫ ਨੂੰ ਲੈ ਕੇ ਨਹੀਂ, ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਨੂੰ ਇੰਨੀ ਕੇਅਰ ਨਹੀਂ ਸੀ ਹੁੰਦੀ। ਕੋਈ ਹੈ ਲਾਈਫ 'ਚ, ਕੋਈ ਨਹੀਂ ਹੈ, ਆਪਾਂ ਗਾਂਹ ਵਧੀਆ, ਰੂਟ ਕਲੀਅਰ ਸੀਗੇ, ਆਹੀ ਚੀਜ਼ ਕਰਨੀ ਹੈ। ਗੁੱਡ ਲਾਈਫ 'ਚ ਸੀਗੇ, ਪ੍ਰੋਗਰੈਸ ਹੋ ਰਹੀ। ਉਹ ਇੱਕੋ ਦਿਨ ਉਦੋਂ ਹੀ ਬ੍ਰੇਕਅਪ ਹੋ ਗਿਆ, ਕੋਵਿਡ ਲੋਕਡਾਊਨ 'ਚ, ਉਸੇ ਮੰਥ 'ਚ ਜੌਬ ਚੱਲ ਗਈ, ਉਸੇ ਮੰਥ 'ਚ ਜਿਮ ਬੰਦ, ਕਿਉਂਕਿ ਉਹੀ ਜੌਬ ਸੀ। ਸੋ ਮੇਰਾ ਆਊਟਲੈਟ ਵੀ ਗਿਆ ਜਿੱਥੇ ਮੈਂ ਜਾ ਕੇ ਆਪਦਾ ਸਟ੍ਰੈਸ ਕੱਢਦਾ ਸੀ, ਜੌਬ ਵੀ ਗਈ, ਸੋ ਸੋਸ਼ਲ ਇੰਟਰੈਕਸ਼ਨ ਵੀ ਖਤਮ, ਇਮੋਸ਼ਨਲ ਤੇ ਫਿਜ਼ੀਕਲ ਸਪੋਰਟ ਵੀ ਗਈ ਐਟ ਅ ਟਾਈਮ। ਰੂਮਮੇਟ ਸੀਗਾ, ਉਹ ਚਲਾ ਗਿਆ ਆਪਦੇ ਯਾਰਾਂ ਦੋਸਤਾਂ ਕੋਲ ਥੋੜ੍ਹੇ ਚਿਰ ਲਈ, ਬਿਕੋਜ਼ ਲੋਕਡਾਊਨ ਸੀ, ਉਹ ਵੀ ਨਾਲ ਹੀ ਕੰਮ ਕਰਦਾ ਸੀ ਮੇਰਾ। ਸੋ ਮੈਂ ਇਕੱਲਾ ਉਦੋਂ ਟਾਈਮ ਮਿਲਿਆ, ਤੇ ਉੱਤੋਂ ਮੈਂ ਸਾਈਕਲ 'ਤੇ ਸੀਗਾ, ਆਫ ਸਹੀ ਤਰੀਕੇ ਨਾਲ ਨਹੀਂ ਗਿਆ, PCT ਨਹੀਂ ਕੀਤੀ, ਧਿਆਨ ਨਹੀਂ ਰੱਖਿਆ, ਆਪਦੇ ਮਾਈਂਡ 'ਚ ਨਹੀਂ ਸੀ ਕਿ ਵੀ ਮੇਰਾ ਹੁਣ ਮੈਂ ਜੇ ਟੈਸਟੋਸਟੇਰੋਨ ਲੈ ਰਿਹਾ ਆਰਟੀਫਿਸ਼ਲੀ, ਜੇ ਤੁਸੀਂ ਸਟੀਰੋਇਡਸ ਲੈਂਦੇ ਹੋ, ਡਜ਼ਨਟ ਮੈਟਰ ਉਹ ਕਿਹੜਾ ਸਟੀਰੋਇਡ ਹੈ, ਤੁਹਾਡੇ ਨੈਚੁਰਲ ਟੈਸਟੋਸਟੇਰੋਨ ਪ੍ਰੋਡਕਸ਼ਨ ਸਪਰੈਸ ਹੋ ਕੇ ਬੰਦ ਹੋਣੀ। ਸੋ ਜੇ ਤੁਸੀਂ ਇੰਜੈਕਟ ਕਰ ਰਹੇ ਹੋ ਫ੍ਰੀਕੁਐਂਟਲੀ, ਤੁਹਾਡਾ ਟੈਸਟੋਸਟੇਰੋਨ ਲੈਵਲ ਸਸਟੇਨਡ ਆ ਫਾਈਨ। ਜਦੋਂ ਬੰਦ ਕਰੋਗੇ ਨਾਲ ਹੀ ਤੁਹਾਡਾ ਟੈਸਟੋਸਟੇਰੋਨ ਘਟਣਾ ਸ਼ੁਰੂ। ਸੋ ਜੇ ਤੁਸੀਂ PCT ਨਹੀਂ ਕਰਦੇ ਹੋ ਪ੍ਰੋਪਰ, ਤੁਹਾਡਾ ਨੈਚੁਰਲ ਰੀਪਰੋਡਕਸ਼ਨ ਨਹੀਂ ਸ਼ੁਰੂ ਹੋਣੀ ਟੈਸਟੋਸਟੇਰੋਨ ਦੀ, ਇਵੈਂਚੁਅਲੀ ਲੋ ਟੈਸਟੋਸਟੇਰੋਨ ਜਦੋਂ ਇੱਕ ਪੁਆਇੰਟ ਤੋਂ ਥੱਲੇ ਗਿਆ, ਯੂ ਵਿਲ ਬੀ ਡਿਪਰੈਸਡ। ਸੋ ਉਹ ਇੱਕ ਹਾਰਮੋਨਲ ਡਿਪਰੈਸ਼ਨ ਪਲੱਸ ਉਹ ਇਮੋਸ਼ਨਲ ਤੇ ਸਾਈਕੋਲੋਜੀਕਲ ਸਟ੍ਰੈਸ, ਬ੍ਰੇਕਅਪ ਦੀ, ਜੌਬ ਦੀ ਐਂਡ ਆਲ, ਪਲੱਸ ਉਦੋਂ ਕੋਵਿਡ ਆਇਆ ਸੀ, ਉਹ ਵਹੀ ਇੰਨਾ ਸੀਗਾ ਵੀ ਬਾਹਰ ਨਹੀਂ ਜਾਣਾ, ਮਿਲਣਾ ਨਹੀਂ ਕਿਸੇ ਨੂੰ। ਸੋ ਘਰੋਂ ਬਾਹਰ ਪੈਰ ਰੱਖਣ ਲੱਗੇ ਵੀ ਹੁੰਦਾ ਕਿ ਯਾਰ ਨਹੀਂ ਕੋਈ ਨਾ। ਸੋ ਮੈਂ 1-2 ਮਹੀਨੇ ਨਾ ਉਹ ਆਈਸੋਲੇਟ ਰਿਹਾ ਆਪਦੇ ਮਤਲਬ ਕਮਰੇ 'ਚ ਹੀ, ਘਰ 'ਚ ਹੀ ਫੂਡ ਮੰਗਾ ਲੈਣਾ ਜਾਂ ਕੁੱਕ ਕਰ ਲੈਣਾ ਆਪ। ਤੇ ਉਦੋਂ ਇੰਟਰੋਡਿਊਸ ਹੋਈ ਐਲਕੋਹਲ ਮੇਰੀ ਲਾਈਫ 'ਚ। ਮੈਂ ਉਸ ਤੋਂ ਪਹਿਲਾਂ ਐਲਕੋਹਲ ਕਦੇ ਵੀ ਨਹੀਂ, ਬਿਕਾਜ਼ ਮੈਨੂੰ ਸੀ ਕਿ ਸਟੀਰੋਇਡਸ, ਐਲਕੋਹਲ ਬੈਡ ਕੰਬੀਨੇਸ਼ਨ। ਇਹ ਤਾਂ ਪੂਰਾ ਗਲਤ ਕੰਬੀਨੇਸ਼ਨ, ਜਿਮ ਵਾਲੇ ਬੰਦੇ ਨੂੰ ਤਾਂ ਉਦਾਂ ਵੀ ਠੀਕ ਨਹੀਂ ਹੈਗੀ ਹੈ ਨਾ। ਲੀਵਰ ਹੈਲਥ ਲਈ ਸਭ ਤੋਂ ਭੈੜੀ ਆ, ਤੇ ਓਵਰਆਲ ਤੁਹਾਡੀ ਮਸਲ ਬਿਲਡਿੰਗ ਕਪੈਸਿਟੀ ਵੀ ਬਹੁਤ ਖਰਾਬ ਹੁੰਦੀ ਜਦੋਂ ਤੁਸੀਂ ਐਲਕੋਹਲ ਇੰਜੈਸਟ ਕਰਦੇ ਹੋ। ਕੁਛ ਫੈਮਿਲੀ ਹਿਸਟਰੀ ਕਰਕੇ ਵੀ ਐਲਕੋਹਲ ਤੋਂ ਦੂਰ ਰਹਿਣਾ। ਉਸ ਪੁਆਇੰਟ ਤੇ ਟਿਪ ਹੋਇਆ, ਮੈਂ ਘਰੇ ਪਏ ਸੀ ਸੈਂਪਲ ਐਲਕੋਹਲ ਦੇ, ਤੇ JP ਵਾਈਜ਼ਰ ਦੇ ਨਿੱਕੇ ਨਿੱਕੇ ਨਹੀਂ ਪਏ, ਰੂਮਮੇਟ ਦੇ ਪਏ ਸੀ। ਮੈਂ ਇੰਨਾ ਲਾਈਕ ਵੀ ਇੰਨਾ ਜ਼ਿਆਦਾ ਸਟ੍ਰੈਸਡ ਉਦੋਂ ਕਿ ਵੀ ਕੁਛ ਸੋਚਿਆ ਨਹੀਂ। ਮੈਂ ਕਿਹਾ ਵੇਖੀਏ ਸਹੀ ਕੀ ਚੀਜ਼ ਆ। ਤੇ ਹੁਣ ਦ ਥਿੰਗ ਵਿਦ ਮੀ, ਜਦੋਂ ਮੈਂ ਓਵਰ ਸਟਿਮੂਲੇਟਡ ਹੁੰਦਾ ਜਾਂ ਮੇਰੀ ADHD ਪੀਕ ਤੇ ਹੁੰਦੀ, ਬ੍ਰੇਨ ਹਾਈਪਰ ਐਕਟਿਵ ਹੁੰਦਾ, ਮੇਰੇ ਨਿਊਰੋਨਸ ਅਗਰੈਸਿਵਲੀ ਫਾਇਰ ਕਰਦੇ ਆ। ਵੀ ADHD ਇਹ ਲਾ ਲਓ ਕਿ ਤੁਸੀਂ, ਤੁਹਾਡਾ ਦਿਮਾਗ TV ਆ, 100-200 ਚੈਨਲ ਆ, ਰਿਮੋਟ ਤੁਹਾਡੇ ਹੱਥ 'ਚ ਨਹੀਂ, ਕਦੀ ਕੋਈ ਚੈਨਲ ਆ ਗਿਆ, ਕਦੀ ਤੁਸੀਂ ਥਾਟ ਨੂੰ ਹੋਲਡ ਕਰਕੇ ਉੱਤੇ ਕੰਮ ਨਹੀਂ ਕਰ ਸਕਦੇ, ਥਾਟਸ ਵਿੱਚ ਹੁੰਦੇ ਰਹਿੰਦੇ। ਉਹ ਐਲਕੋਹਲ ਗਈ, ਬੰਦਾ ਨਮ ਹੋ ਜਾਂਦਾ। ਉਹ ਮੇਰੇ ਲਈ ਨਵੀਂ ਫੀਲਿੰਗ ਸੀ, ਨਾਲ ਹੀ ਸ਼ਾਂਤ। ਉਹ ਐਡੀ ਗੰਦੀ ਉਸ ਚੀਜ਼ ਦੀ ਐਡਿਕਸ਼ਨ ਪਈ, LCP ਹੋ ਗਿਆ, $700 ਦੀ ਦਾਰੂ। ਉਹ 2-3 ਮਹੀਨੇ ਮੈਂ, ਸੋ 2020 ਤੋਂ ਲੈ ਕੇ 2021 ਜਨਵਰੀ ਤੱਕ ਬਲਰ ਹੀ ਆ ਸਾਰਾ ਕੁਛ ਮੇਰੇ ਲਈ। ਮੈਨੂੰ ਕੁਛ ਕੰਪਲੀਟਲੀ ਯਾਦ ਨਹੀਂ, ਬਿਕਾਜ਼ ਮੈਂ ਇੰਨਾ ਡਰੰਕ, ਫਿਰ ਵਿੱਚੋਂ ਹਟ ਗਿਆ, ਫਿਰ ਡਰੰਕ, ਸੋ ਔਨ ਐਂਡ ਆਫ ਚੱਲਦਾ ਰਿਹਾ।
ਤੁਹਾਨੂੰ ਕੀ ਲੱਗਦਾ ਇਹ ਐਨਾਬੋਲਿਕਸ ਦਾ ਹੀ ਅਸਰ ਸੀਗਾ ਜਾਂ ਵੀ ਜੇ ਨਹੀਂ ਵੀ ਲੈਂਦੇ ਹੁੰਦੇ, ਜੇ ਨਹੀਂ ਵੀ ਲੈਂਦਾ ਤਾਂ ਵੀ ਇਹੀ ਟਾਈਮ ਦੇ ਇਹ ਮੇਰਾ ਮੈਂਟਲ ਬ੍ਰੇਕਡਾਊਨ ਹੋਣਾ ਹੀ ਸੀ ਕਿਉਂਕਿ ਸਿਚੁਏਸ਼ਨ ਹੀ ਇਦਾਂ ਦੀ ਸੀ। ਸੋ ਕਿਉਂਕਿ ਮੈਂ ਲਿਵਿੰਗ ਚ ਸੀਗਾ, ਅਸੀਂ 1.5 ਸਾਲ ਲਿਵਿੰਗ ਰਹੇ, ਸੋ ਮੇਰੇ ਲਈ ਨਵੀਂ ਚੀਜ਼ ਸੀ, ਫਰਸਟ ਰਿਲੇਸ਼ਨ ਸੀ ਮੇਰੀ ਲਾਈਫ ਦਾ ਸਿੱਧਾ ਲਿਵਿੰਗ। ਤੇ ਕੁਛ ਰਿਲੇਸ਼ਨ ਚ ਵੀ ਕੁਛ ਕਾਫੀ ਇੱਦਾਂ ਦੀਆਂ ਚੀਜ਼ਾਂ ਹੋਈਆਂ ਕਿ ਸਟ੍ਰੈਸ ਸੀਗੀ, ਸੋ ਉਹ ਸਾਰਾ ਕੁਝ ਮਿਕਸ ਅਪ ਹੋ ਗਿਆ, ਪਲੱਸ ਹਾਰਮੋਨਲੀ ਮੈਂ ਡਿਪਰਾਈਵਡ ਹੀ ਬਹੁਤ ਜ਼ਿਆਦਾ। ਸੋ ਯਾ ਐਨਾਬੋਲਿਕਸ ਬਹੁਤ ਵੱਡਾ ਪਾਰਟ ਸੀਗਾ ਕਿ ਮੈਂ ਡਿਪਰੈਸ ਜ਼ਿਆਦਾ ਹੋ ਗਿਆ। ਮੇ ਬੀ ਮੈਂ ਜੇ ਐਨਹਾਂਸਡ ਨਾ ਹੁੰਦਾ ਜਾਂ ਮੈਂ ਉਹਨੂੰ ਸਸਟੇਨਡ ਰੱਖਦਾ ਜਾਂ ਮੈਂ ਪ੍ਰੋਪਰ ਤਰੀਕੇ ਨਾਲ PCT ਕਰਦਾ ਤੇ ਮੇਰੀ ਮੈਂਟਲ ਹੈਲਥ ਇੰਨੀ ਸਫਰ ਨਾ ਕਰਦੀ। ਬਟ ਚਲੋ ਹੋਇਆ, ਐਕਸਪੀਰੀਅੰਸ ਮਿਲਿਆ। ਸੋ ਉਸ ਤੋਂ ਬਾਅਦ ਮੈਂ ਮੈਂਟਲ ਹੈਲਥ ਵੱਲ ਰਿਸਰਚ ਕਰਨੀ ਸ਼ੁਰੂ ਕੀਤੀ ਵੀ ਐਲਕੋਹਲ ਦਾ ਚਾਹ ਲੱਥ ਗਿਆ ਬੰਦ। ਮੈਂ ਕਿਹਾ ਵੀ ਠੀਕ ਆ, ਸੀ ਵੀ ਓਕੇ ਵੀ ਤੁਹਾਨੂੰ ਥੋੜਾ ਜਿਹਾ ਨਮ ਕਰ ਦਿੰਦੀ ਹੈ, ਬਟ ਕੋਈ ਐਕਚੁਅਲ ਬੈਨੀਫਿਟ ਨਹੀਂ। ਕੋਈ ਵੀ ਐਡਿਕਸ਼ਨ ਜਿੰਨਾ ਚਿਰ ਤੁਸੀਂ ਰੂਟ ਕਾਜ਼ ਨੂੰ ਸੋਲਵ ਨਹੀਂ ਕਰਦੇ ਕਿ ਤੁਸੀਂ ਕਿਉਂ ਇੰਨਾ ਲਾਈਕ ਅਨਸਟੇਬਲ ਹੋ ਜਾਂ ਇੰਨੇ ਅਨਸਰਟਨ ਹੋ ਚੀਜ਼ਾਂ ਨੂੰ ਲੈ ਕੇ ਐਂਸ਼ੀਅਸ, ਉਹਨਾਂ ਚਿਰ ਤੁਸੀਂ ਜੋ ਮਰਜ਼ੀ ਲੈ ਲਓ, ਉਹ ਮੋਮੈਂਟਲੀ ਤੁਹਾਡਾ ਮਾਈਂਡ ਆਫ ਹੋ ਜਾਊ ਐਂਡ ਦੈਨ ਨੈਕਸਟ ਡੇ ਤੁਸੀਂ ਉੱਠਣਾ ਤੇ ਹੋਰ ਸਟ੍ਰੈਸ। ਸੋ ਮੈਂ ਕਿਹਾ ਨਹੀਂ, ਇਹਦਾ ਤੇ ਹੀਲਾ ਕਰਨਾ ਪੈਣਾ। ਸੋ ਨਾਲ ਦੇ ਨਾਲ ਰਲ ਕੇ ਅਸੀਂ ਗਰਾਜ 'ਚ ਇਕਵਿਪਮੈਂਟ ਲਏ, ਜਿਮ ਲਾਉਣਾ ਸ਼ੁਰੂ ਉੱਥੇ। ਵਿੱਚੋਂ ਜੇ ਜਿਮ 2 ਵਾਰੀ ਖੁੱਲੇ, ਫਿਰ ਗਿਆ, ਫਿਰ ਬੰਦ ਹੋ ਗਏ ਤੇ 2020 ਮਾਰਚ 'ਚ ਆਈ ਗੈਸ ਦੁਬਾਰਾ ਖੁੱਲੇ, ਉਸ ਤੋਂ ਬਾਅਦ ਨਹੀਂ ਬੰਦ। ਉਦੋਂ ਮੈਂ ਰੈਜ਼ਿਗਨੇਸ਼ਨ ਦਿੱਤਾ ਗੁੱਡ ਲਾਈਫ 'ਚ ਕਿ ਮੈਂ ਗੁੱਡ ਲਾਈਫ ਵਾਪਸ ਨਹੀਂ ਜਾ ਰਿਹਾ ਐਜ਼ ਅ ਟ੍ਰੇਨਰ, ਤੇ ਵਰਕ ਫਰੋਮ ਹੋਮ ਸ਼ੁਰੂ ਕੀਤਾ ਮੈਂ ਉਦੋਂ 6 ਮਹੀਨੇ ਕੰਪਨੀ ਦਾ। ਤੇ ਜਿੱਦਣ ਜਿਮ ਖੁੱਲਾ, ਨਾ ਦਾਰੂ ਚੇਤੇ ਨਾ ਕੁਛ ਹੋਰ, ਸਾਰੀ ਸਟ੍ਰੈਸ ਨਿਕਲਣੀ ਸ਼ੁਰੂ ਹੋ ਗਈ, ਸੋਸ਼ਲ ਇੰਟਰੈਕਸ਼ਨ ਸ਼ੁਰੂ ਹੋ ਗਈਆਂ। ਤੇ ਉਸ ਤੋਂ ਬਾਅਦ ਫਿਰ ਮੈਨੂੰ ਫਰੀਵਰਡ ਅਪਰੋਚ ਕੀਤਾ ਕੁਲਵਿੰਦਰ ਤੇ ਗੁਰਸੇਵਕ ਵੀਰੇ ਹੋਣਾ ਨੇ। ਸੋ ਗੁਰਸੇਵਕ ਵੀਰਾ ਮੈਂ ਅਸੀਂ ਇਕੱਠੇ ਇੱਕੋ ਲੋਕੇਸ਼ਨ ਗੁੱਡ ਲਾਈਫ ਸੀਗੇ। ਇਹਨਾਂ ਨੇ ਮਤਲਬ ਲੋਕਡਾਊਨ ਤੋਂ ਪਹਿਲਾਂ ਹੀ ਛੱਡਤਾ ਸੀ ਗੁੱਡ ਲਾਈਫ ਤੇ ਆਪ ਦਾ ਸ਼ੁਰੂ ਕਰਨਾ ਸੀ। ਸਪਲੀਮੈਂਟ ਸਟੋਰ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਆਈਡੀਆ ਕਨਵਰਟ ਹੋਇਆ ਕਿ ਆਪ ਦਾ ਪਰਸਨਲ ਟ੍ਰੇਨਿੰਗ ਕਰਨੀ ਹੈ। ਇਨੀਸ਼ੀਅਲੀ ਸੀਗਾ ਕਿ ਉਹ ਦੋਨੋਂ ਹੀ ਕਰਨਗੇ, ਕੁਝ ਐਕਸਪੈਕਟਡ ਨਹੀਂ ਕਿ ਏਡੀ ਚੀਜ਼ ਬਣ ਜਾਏਗੀ। ਸੋ ਪਰ ਉਹ ਹੁੰਦਾ ਕਿ ਜਦੋਂ ਪੈਸ਼ਨ ਤੇ ਪ੍ਰੋਫੈਸ਼ਨ ਨਾਲ ਜਾਂਦਾ ਪ੍ਰੋਪਰ ਤੇ ਉਹ ਚੀਜ਼ ਪ੍ਰੋਗਰੈਸ ਹੁੰਦੀ ਬਹੁਤ ਜਲਦੀ। ਖੁਦ ਪੈਸ਼ਨੇਟ ਹੋਣਾ ਕਿ ਲੋਕਾਂ ਦੀ ਹੈਲਥ ਇੰਪਰੂਵ ਕਰਨੀ ਆ ਐਂਡ ਉਸ ਚੀਜ਼ ਦੇ ਉੱਤੇ ਕੰਮ ਕਰਨਾ ਐਜ਼ ਅ ਬਿਜ਼ਨਸ, ਉਹ ਚੀਜ਼ ਬੂਸਟ ਹੋਈ। ਉਹਨਾਂ ਦਾ ਕਾਲ ਆਇਆ ਕਿ ਆਇਆ ਜਿਮ ਖੁੱਲ੍ਹ ਗਿਆ, ਇੱਧਰ ਆਇਆ। ਉਦੋਂ ਮੈਂ ਕਾਫੀ ਮੈਂਟਲੀ ਸਫਰ ਕਰ ਰਿਹਾ ਸੀ ਬਿਕਾਜ਼ ਜੋਬ ਦਾ ਇੱਦਾਂ ਹੋਇਆ, ਜਿਹੜੀ ਮੇਰੀ ਸੀਗੀ ਜੋਬ ਵਰਕ ਫਰੋਮ ਹੋਮ, ਉਹ ਤੋਂ ਮੈਂ ਸਵਿਚ ਕਰ ਰਿਹਾ ਸੀ ਇੱਕ ਹੋਰ ਜੋਬ ਨੂੰ, ਉਹ ਵੀ ਰਿਮੋਟ ਸੀਗੀ ਉਦੋਂ। ਤੇ ਇੰਟਰਵਿਊ ਹੋ ਗਿਆ, ਸਾਰਾ ਕੁਝ ਕਲੀਅਰ। ਹਲੇ ਮੈਂ ਆਫ ਆ, ਮੈਂ ਗੇਅਰ ਨਹੀਂ ਲੈ ਰਿਹਾ, ਕੁਛ ਨਹੀਂ ਲੈ ਰਿਹਾ। ਤੇ ਮੇਰੇ ਮਾਈਂਡ 'ਚ ਸੀਗਾ ਵੀ ਚਲੋ ਜੋਬ ਸਵਿਚ ਕਰਦੇ ਹਾਂ, ਬੈਟਰ ਪੈਕੇਜ ਐਂਡ ਐਵਰੀਥਿੰਗ। ਇੱਧਰੋਂ ਜੋਬ ਦਾ ਮੈਂ ਨੋਟਿਸ ਦੇ ਕੇ ਛੱਡਤੀ। ਉਹ ਜੋਬ ਵਾਲਿਆਂ ਨੇ ਮੈਨੂੰ ਮਹੀਨਾ ਲਟਕਾਈ ਰੱਖਿਆ। ਉਹ ਮੈਨੂੰ ਜੋਬ ਆਫਰ ਮੈਂ ਲਈ ਨਹੀਂ, ਮੇਰੀ ਗਲਤੀ ਹੈ। ਇੰਟਰਵਿਊ ਹੋ ਗਏ 2 ਮੇਰੇ ਲੈਵਲ ਕਲੀਅਰ, ਫੋਨ ਤੇ ਵੀ ਵੀਡੀਓ ਕਾਲ ਤੇ ਵੀ। ਨੈਕਸਟ ਡੇ ਸੀਗਾ ਕਿ ਓਰੀਐਂਟੇਸ਼ਨ ਹੋਣੀ ਸੀ ਮੇਰੀ ਮਹੀਨੇ ਮਤਲਬ 3 ਹਫ਼ਤੇ ਬਾਅਦ। ਦੇ ਆਰ ਲਾਈਕ 2 ਵੀਕ ਨੋਟਿਸ ਦੇ ਕੇ ਤੁਸੀਂ ਛੱਡ ਦਿਓ। ਤੇ ਮੈਂ ਇਮੀਡੀਏਟ ਨੋਟਿਸ ਦੇ ਕੇ ਤੇ ਮੈਂ ਆਫ ਹੋ ਗਿਆ। ਉਹ ਮਹੀਨਾ ਆਫ ਗਿਆ, ਪੈਸੇ ਖਤਮ, ਅਕਾਊਂਟ ਮਾਈਨਸ। ਫਰੀਵਰਡ ਤੋਂ ਫੋਨ ਆਵੇ ਇਹਨਾਂ ਦਾ ਕਿ ਆ ਜਾ। ਇਹਨਾਂ ਨੂੰ ਮੈਂ ਦੱਸਣੋਂ ਰਿਹਾ ਕਿ ਮੈਂ ਰਹਿੰਦਾ ਸੀਗਾ ਉਦੋਂ ਚਿੰਕਿਊਜ਼ੀ ਤੇ ਸ਼ਾਰਲੇ ਤੇ। ਉੱਥੋਂ ਇਹ ਸੀਗੇ ਉਦੋਂ ਮੇਨ ਐਂਡ ਵਾਰਡਨ ਤੇ। ਮੈਂ ਤੁਰ ਕੇ ਗਿਆ 3 ਦਿਨ, 3 ਘੰਟੇ ਮੈਂ ਵੇਖੀ ਜਾਓ, ਉਹ ਵੀ ਪੈਸੇ ਹੈ ਨਹੀਂ ਕੋਲ। 3 ਘੰਟੇ ਮੈਂ ਤੁਰਨਾ ਸ਼ੁਰੂ ਕਰ ਦੇਣਾ, ਸਵੇਰੇ 6 ਵਜੇ ਨਿਕਲਿਆ 9 ਵਜੇ ਪਹੁੰਚ ਜਾਣਾ, ਉਹ ਹਿਸਾਬ ਹੁੰਦਾ ਸੀਗਾ। ਸੋ ਉੱਥੋਂ ਥੋੜ੍ਹਾ ਜਿਹਾ ਵੀ ਕਹਿ ਲਓ ਕਿ ਉਹ ਇੱਕ ਤਾਂ ਇਹੋ ਜਿਹੀ ਜਗ੍ਹਾ ਰਹਿ ਰਿਹਾ ਸੀਗਾ, ਉੱਥੇ ਬੇਸਮੈਂਟ ਵੀ ਨੈਗੇਟਿਵ ਸੀਗੀ। ਸੋ ਉਹ ਸਾਰਾ ਮਤਲਬ ਉਹ ਮੇਰਾ ਫਾਈਨਲ ਫੇਜ਼ ਸੀਗਾ ਡਿਪਰੈਸ਼ਨ ਦਾ। ਉੱਥੋਂ ਮੈਂ ਨਿਕਲ ਗਿਆ, ਫਰੀਵਰਡ ਗਿਆ। ਉੱਥੇ ਚਲੋ ਸ਼ੁਰੂ ਹੋਇਆ ਹੌਲੀ ਹੌਲੀ ਆਪਣੇ ਆਪ ਨੂੰ ਇੰਪਰੂਵ ਕੀਤਾ ਤੇ ਖੁਦ ਦੀਆਂ ਸਕਿੱਲਸ ਇੰਪਰੂਵ ਹੋਈਆਂ ਐਜ਼ ਅ ਟ੍ਰੇਨਰ, ਨੋ ਡਾਊਟ, ਵੇ ਬੈਟਰ ਹੁਣ ਲਾਸਟ 1.5 ਸਾਲ 'ਚ। ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਮਾਈਂਡ ਸੈਟ ਸਵਿਚ ਹੋ ਗਈ। ਦੇਖੋ ਪੋਜ਼ਿਟਿਵ ਬੰਦਿਆਂ ਨਾਲ ਰਹੋਗੇ ਤੁਸੀਂ ਆਪ ਹੀ ਪ੍ਰੋਗਰੈਸ ਕਰੋਗੇ। ਸੋ ਉਹਨਾਂ ਦੀ ਪੋਜ਼ਿਟਿਵਿਟੀ ਹੱਲਾਸ਼ੇਰੀ ਵੀ ਇਸ ਚੀਜ਼ ਨੂੰ ਛੱਡਣਾ। ਕਿਉਂਕਿ ਮੈਂ ਇੱਕ ਪੁਆਇੰਟ ਤੇ ਆ ਗਿਆ ਸੀਗਾ ਕਿ IT 'ਚ ਵਾਪਸ ਚੱਲ ਜਾ, ਕਿਉਂਕਿ ਮੈਂ ਹੁਣੇ IT ਦੀ ਜੋਬ ਕਰ ਰਿਹਾ ਸੀ, ਜਾਂ ਮੈਂ ਵਾਪਸ ਸਟੱਡੀ ਚੱਲ ਜਾ ਕਿਉਂਕਿ PR ਦੀ ਫਾਈਲ ਲੱਗੀ ਸੀ, ਲਾਈਕ PR ਆਊਗੀ ਤੇ ਵੀ ਸ਼ਾਇਦ ਵੀ ਚਲੋ ਯੂਨੀਵਰਸਿਟੀ ਚੱਲ ਜਾਂਦੇ ਉਹ ਸਭ ਚੱਕ ਕੇ। ਕਿ ਜਾਂ ਮੇਰਾ ਇੱਕ ਪਾਸੇ ਸੀਗਾ ਕਿ ਕਰੈਕਸ਼ਨ ਆਫਿਸਰ ਐਂਡ ਆਲ ਇੱਧਰ ਗਵਰਨਮੈਂਟ। ਸੋ ਮੈਂ ਇੰਨਾ ਜ਼ਿਆਦਾ ਸਪਲਿਟ ਹੋ ਗਿਆ ਸੀਗਾ ਕਿ ਕਿਤੇ ਫੋਕਸ ਹੀ ਨਹੀਂ ਹੋ ਰਿਹਾ। ਉਹਨਾਂ ਦੀ ਹੱਲਾਸ਼ੇਰੀ ਜਾਂ ਥੈਂਕਸ ਟੂ ਦੈਮ ਕਿ ਮਾਈਂਡ ਥੋੜਾ ਸਟ੍ਰੇਟ ਅਪ ਹੋਇਆ। ਉਹਨਾਂ ਨੇ ਮੈਨੂੰ ਇਸ ਚੀਜ਼ 'ਚੋਂ ਕਾਫੀ ਕੱਢ ਕੇ ਤੇ ਫਿਰ ਡਿਸਕਸ਼ਨ ਹੋਈ ਕਿ ਹੁਣ
ਪ੍ਰੋਫੈਸ਼ਨਲੀ ਸੀਕ ਕਰ ਵੀ, ਕਿਉਂਕਿ 5 ਸਾਲ ਹੋ ਗਏ ਕੈਨੇਡਾ ਇਹਨੂੰ, ਜਿੱਦਣ ਪੈਰ ਧਰਿਆ ਇਹੀ ਕਿ ਵੀ ਕੰਪੀਟ ਕਰਨਾ ਬੋਡੀ ਬਿਲਡਿੰਗ ਦਾ। 5 ਸਾਲ ਹੋ ਗਏ ਕੋਈ ਨਾ ਕੁਛ ਹੋਈ ਜਾਂਦਾ, ਮੌਕਾ ਹੀ ਨਹੀਂ ਮਿਲਿਆ। ਆਹ 6th ਈਅਰ ਆ ਹੁਣ ਕੰਪੀਟ ਕਰ ਰਿਹਾ। ਤੇ ਉਦੋਂ ਫਿਰ ਡਿਸਕਸ਼ਨ ਹੋਈ ਕਿ ਕੋਚ ਲੱਭ ਪਹਿਲੋਂ। ਓਕੇ ਕੋਚ ਵਧੀਆ ਹੋਊਗਾ, ਹਾਂਜੀ, ਦੈਨ ਤੂੰ ਅਕਾਊਂਟੇਬਲ ਹੋਏਗਾ, ਚੀਜ਼ਾਂ ਕਰੇਗਾ। ਹਾਂਜੀ। ਤੇ ਹੁਣ ਜਿਹੜੇ ਕੋਚ ਨਾਲ ਮੈਂ ਹੈਗਾ 1.5 ਸਾਲ ਹੋ ਗਿਆ। ਹਾਂਜੀ, ਗ੍ਰੇਟ, ਸਭ ਤੋਂ ਵਧੀਆ ਮੇਰਾ ਡਿਸੀਜਨ ਰਿਹਾ ਲਾਈਫ ਦਾ। ਲਾਈਫ ਹੁਣ ਇੱਕ ਟਰੈਕ ਤੇ ਚੱਲਦੀ ਪਈ ਆ। ਤੇ ਹੁਣ ਇੱਥੇ ਪ੍ਰੋਬਲਮ ਸ਼ੁਰੂ ਹੁੰਦੀ ਐਨਾਬੋਲਿਕਸ ਦੀ। ਜਦੋਂ ਮੈਂ ਉਦੋਂ ਡਿਸਾਈਡ ਕੀਤਾ ਕਿ ਚਲੋ ਹੁਣ ਟਾਈਮ ਟੂ ਗੈਟ ਬੈਕ, ਹੈ ਨਾ। ਹੁਣ ਮੇਰੇ ਕੋਲ ਇੱਕ ਰॉ ਐਕਸਪੀਰੀਅੰਸ ਸੀਗਾ ਕਿ ਆਹ ਡਰਗ ਲਈ ਸੀ, ਇੰਨੀ ਡੋਜ਼ ਲਈ ਸੀ, ਜਾਂ ਆਹ ਚੀਜ਼ਾਂ ਮਿਕਸ ਕੀਤੀਆਂ ਸੀ, ਤੇ ਕੀ ਫੀਲ ਹੋਇਆ ਸੀ ਮੈਂਟਲੀ, ਕੀ ਮੈਨੂੰ, ਕਿਉਂਕਿ ਹਰ ਇੱਕ ਦੀ ਬੋਡੀ ਦੇ ਸਪੈਸੀਫਿਕ ਸਾਈਡ ਇਫੈਕਟਸ ਆ। ਕਿਸੇ ਦਾ ਐਸਟ੍ਰੋਜਨ ਕਨਵਰਜਨ ਜ਼ਿਆਦਾ ਹੋਊ, ਉਹ ਜ਼ਿਆਦਾ ਇਮੋਸ਼ਨਲ ਹੋਊ। ਕਿਸੇ ਦੇ DHT ਕਨਵਰਜਨ ਮੇਰੇ ਜ਼ਿਆਦਾ ਹੁੰਦੀ। ਸੋ ਐਕਨੇ, ਹੇਅਰ ਲਾਸ, ਡਰਾਈ ਸਕਿਨ, ਇਹ ਚੀਜ਼ਾਂ ਮੈਨੂੰ ਪ੍ਰੋਬਲਮ ਜ਼ਿਆਦਾ ਹੁੰਦੀ। ਮੇਰੀ ਬੋਡੀ ਜ਼ਿਆਦਾ ਐਸਟ੍ਰੋਜਨ ਨਹੀਂ ਬਣਾਉਂਦੀ। ਸੋ ਉਹ ਹਰ ਇੱਕ ਦਾ ਆਪਦਾ। ਸੋ ਮੈਨੂੰ ਮੇਰੀ ਬੋਡੀ ਦਾ ਪਤਾ ਸੀ ਕਿ ਹੁਣ ਜੇ ਮੈਂ ਕੋਚਿੰਗ ਲਊਂਗਾ, ਟਰਾਇਲ ਐਂਡ ਐਰਰ ਪੀਰੀਅਡ ਮੇਰਾ ਮੈਂ ਆਪ ਹੀ ਕੱਢ ਲਿਆ, ਲੈਬ ਐਕਸਪੈਰੀਮੈਂਟ ਕਰ ਕਰਕੇ। ਤੇ ਹੁਣ ਉਹਨੂੰ ਮੈਂ ਸਮਝਾ ਸਕਦਾ ਕਿ ਆਹ ਚੀਜ਼ਾਂ ਮੈਂ ਲਈਆਂ, ਆਹ ਮੈਨੂੰ ਪ੍ਰੋਬਲਮਸ ਆਈਆਂ, ਤੇ ਉਸ ਹਿਸਾਬ ਨਾਲ ਉਹ ਫਿਗਰ ਆਊਟ ਕਰ ਸਕਦਾ ਬੰਦਾ ਕਿ ਇਹਨੂੰ ਕਿਵੇਂ, ਕਿਹੜੇ ਪ੍ਰੋਟੋਕਾਲ 'ਤੇ ਰੱਖਣਾ। ਉਹ ਮੈਂ ਗਲਤੀ ਕੀਤੀ ਪਹਿਲੋਂ, ਨਾਮੀ ਬੋਡੀ ਬਿਲਡਰਸ 'ਚ ਮੈਂ ਅਪਰੋਚ ਕੀਤੀ। ਮੈਂ ਕਿਹਾ ਚਲੋ ਵੀ ਵਧੀਆ ਨੂੰ ਕਰਦੇ ਆ, ਤੇ ਹੁਣ ਵੀ ਚਲੋ ਕਿਸੇ ਨੂੰ ਭੰਡਣਾ ਤੇ ਕੀ ਆ, ਬਟ ਉਹ ਬੰਦਾ ਆਲਰੇਡੀ ਹੁਣ ਥੋੜਾ ਜਿਹਾ ਉਹਦੇ ਪੇਸ਼ ਪਏ ਹੋਏ ਲੋਕੀ ਅੱਗੇ ਵੀ ਫਰਾਡਲੈਂਟਸ ਕਰਕੇ। ਤੇ ਇੰਡੀਅਨ ਬੰਦਾ, ਭੁਵਨ ਚੌਹਾਨ, ਤੇ ਮੈਡ ਰਿਸਪੈਕਟ ਸੀ ਜਦੋਂ ਮੈਂ ਆਇਆ ਸੀ ਨਾ, ਬਿਕਾਜ਼ ਉਹ ਪਹਿਲਾ ਇੰਡੀਅਨ ਓਰੀਜਨ ਤੇ ਇੰਡੀਅਨ ਬੰਦਾ ਸੀ ਜਿਹੜਾ ਮਿਸਟਰ ਓਲੰਪੀਆ ਦੇ ਸਟੇਜ ਤੇ ਗਿਆ ਸੀ। ਇੰਨੀ ਰਿਸਪੈਕਟ, ਬਿਕਾਜ਼ ਉਹ ਹਰ ਇੱਕ ਬੰਦੇ ਦਾ, ਹਰ ਬੋਡੀ ਬਿਲਡਰ ਦਾ ਅਲਟੀਮੇਟ ਡ੍ਰੀਮ ਉਹ ਸਟੇਜ ਤੇ ਜਾਣਾ, ਉਹਦਾ ਫਿਜ਼ੀਕ ਬਣਾਉਣਾ, ਹੈ ਨਾ। ਅ ਲੋਟ ਆਫ ਐਫਰਟ, ਹੈ ਨਾ। ਤੁਸੀਂ ਰੀਜਨਲ ਜਿੱਤਦੇ ਹੋ, ਪ੍ਰੋ ਕੁਆਲੀਫਾਇਰ, ਫਿਰ ਪ੍ਰੋ ਸ਼ੋ ਤੋਂ ਬਾਹਰ ਓਵਰਆਲ ਸਾਰਿਆਂ ਤੋਂ ਜਿੱਤਣਾ, ਆਪਦੀ ਕੈਟੇਗਰੀ 'ਚ ਵੀ ਤੇ ਓਵਰਆਲ 'ਚ ਵੀ ਜਿੱਤ ਕੇ ਤੁਹਾਨੂੰ ਪ੍ਰੋ ਕਾਰਡ ਮਿਲਦਾ, ਨੈਸ਼ਨਲ ਖੇਡਦੇ ਹੋ, ਫਿਰ ਤੁਸੀਂ ਓਲੰਪੀਆ ਜਾਂਦੇ ਹੋ। ਸੋ ਇੰਨੀ ਸਟੇਜਿਸ, ਇੰਨੀ ਹਾਰਡ ਵਰਕ, ਇੰਨੀ ਡਾਈਟਿੰਗ ਕਰਕੇ, ਸੋ ਮਚ ਵਰਕ। ਤੇ ਪਹਿਲਾ ਬੰਦਾ ਮੈਂ ਕਿਹਾ ਵੀ ਯਾਰ ਇਹਨੂੰ ਚੂਜ਼ ਕਰਦੇ, ਹੀ ਵਿਲ ਅੰਡਰਸਟੈਂਡ ਬੈਟਰ, ਕਿਉਂਕਿ ਉਹ ਸਟੂਡੈਂਟ ਆਇਆ ਸੀ। ਉਹਦੇ ਮੈਂ ਸਾਰੀ ਲਾਈਫ ਸਟੋਰੀ ਸੁਣੀ, ਉਹਨੇ ਕੈਮੀਕਲ ਇੰਜੀਨੀਅਰਿੰਗ ਕੀਤੀ, ਉਹ ਸਾਰਾ ਕੰਮ ਕੀਤਾ ਸਾਰਾ, ਤੇ ਉਹਨੂੰ ਹੁਣ ਚੂਜ਼ ਕਰ ਲਿਆ। ਹੁਣ ਇੱਥੇ ਇੱਕ ਹੁੰਦਾ ਕਿ ਕੁਆਂਟਿਟੀ ਓਵਰ ਕੁਆਲਿਟੀ, ਉਹਦਾ ਆਲਰੇਡੀ ਨਾਮ ਸੀ, ਬਿਜ਼ਨਸ ਸੀ। ਐਜ਼ ਇਟ ਇਜ਼ ਮੇ ਬੀ ਉਹਦੀ ਪਰਸਨਲ ਹੀ ਇਜ਼ ਰੀਅਲੀ ਗੁੱਡ, ਕਿਉਂਕਿ ਜੋ ਓਲੰਪੀਆ ਤਾਈਂ ਗਿਆ, ਨੌਲੇਜ ਹੋਊਗੀ ਓਬਵੀਅਸਲੀ, ਐਕਸਪੀਰੀਅੰਸ ਹੈਗਾ ਟ੍ਰੇਨਿੰਗ ਦਾ, ਡਰੱਗਸ ਦਾ, ਡਾਈਟਿੰਗ ਦਾ, ਸਭ ਕੁਝ ਹੋਊਗਾ ਕੁਝ ਖੁਦ ਕੀਤਾ। ਬਟ ਖੁਦ ਨੂੰ ਟ੍ਰੇਨ ਕਰਨਾ ਤੇ ਕਿਸੇ ਹੋਰ ਨੂੰ ਟ੍ਰੇਨ ਕਰਨਾ, ਉਹ ਫਰਕ ਆ। ਸੋ ਹਰ ਬੰਦਾ ਟੀਚਰ ਨਹੀਂ ਬਣ ਸਕਦਾ। ਸੋ ਨਾਲੇ ਓਵਰ ਆਨਲਾਈਨ ਹੀ ਕਰਨਾ, ਕੋਈ ਏਦਾਂ ਤਾਂ ਹੁੰਦਾ ਨਹੀਂ ਫਿਜ਼ੀਕਲੀ ਕੋਲ ਜਾ ਕੇ, ਹੈ ਨਾ। ਸੋ ਮੈਂ ਕੋਚਿੰਗ ਜੁਆਇਨ ਕੀਤੀ। ਇਟ ਵਾਜ਼ਨਟ ਟੂ ਐਕਸਪੈਂਸਿਵ, ਬਟ ਇਟ ਵਾਜ਼ ਰੀਜ਼ਨੇਬਲ ਤੋਂ ਥੋੜ੍ਹਾ ਤਾਂ ਕਹਿ ਲਓ। ਉਹਦਾ ਸੀਗਾ ਕਿ 3 ਮਹੀਨੇ ਐਟਲੀਸਟ, ਕਿ ਉਹ ਕਾਇੰਡ ਆਟੋਮੈਟਿਕਲੀ ਵੀ ਪ੍ਰੀ ਆਥੋਰਾਈਜ਼ਡ 3 ਮਹੀਨੇ ਦੀ ਪੇਮੈਂਟ ਕੰਟਰੈਕਟ ਹੁੰਦਾ ਵੀ ਉਸ ਸਾਈਕਲ ਥਰੂ ਲੈ ਕੇ ਜਾਂਦਾ ਹੋਣਾ। ਸੋ ਤੁਸੀਂ ਕੈਂਸਲ ਕਰਦੇ ਵੀ ਹੋ, 3 ਮਹੀਨੇ ਜਾਣੇ। ਸੋ ਸੋਰੀ, ਮੈਂ ਸ਼ੁਰੂ ਕੀਤਾ ਤੇ ਫਸਟ ਐਕਸਪੀਰੀਅੰਸ ਸੀਗਾ ਕੋਚਿੰਗ ਦਾ। ਪਤਾ ਨਹੀਂ ਸੀ ਕੀ ਐਕਸਪੈਕਟ ਕਰਨਾ। ਹੁਣ ਅਸੀਂ ਤਾਂ 1-on-1 ਟ੍ਰੇਨ ਕਰਦੇ ਨਾ, ਵੀ ਸਿਰ ਤੇ ਰਹਿ ਕੇ, ਐਂਡ ਜਿਨ੍ਹਾਂ ਨੂੰ ਅਸੀਂ ਟ੍ਰੇਨ ਕਰਦੇ ਹਾਂ ਉਹ ਜਸਟ ਹੈਲਦੀ ਹੋਣ ਆਏ ਨੇ, ਉਹ ਅਨਹੈਲਦੀ ਅਨਫਿਟ ਲੋਕ ਨੇ, ਜੋਬਸ 'ਚ, ਫੈਮਿਲੀ ਸਟ੍ਰੈਸ 'ਚ ਫਸੇ ਹੋਏ। ਉਹਨਾਂ ਦਾ ਭਾਰ ਘਟਾਉਣਾ ਜਾਂ ਭਾਰ ਵਧਾਉਣਾ, ਦੇ ਆਰ ਨੋਟ ਕਿ ਸਪੈਸੀਫਿਕ ਪਰਟੀਕੂਲਰ ਇਵੈਂਟ ਦੀ ਤਿਆਰੀ ਕਰਨੀ। ਸੋ ਉੱਥੋਂ ਸੀਗਾ ਕਿ ਚਲੋ ਦੇਖਦੇ ਹਾਂ ਕੀ ਐਕਸਪੀਰੀਅੰਸ ਰਹਿੰਦਾ। ਉਹਨਾਂ ਸ਼ੁਰੂ ਕੀਤਾ ਮੈਂ। ਹੁਣ ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਕੀ ਚਾਹੀਦੀ ਜਦੋਂ ਤੁਸੀਂ ਕੋਚਿੰਗ ਲੈ ਰਹੇ ਹੋ? ਕਮਿਊਨੀਕੇਸ਼ਨ ਜ਼ਰੂਰੀ ਹੈ, ਸਪੈਸ਼ਲੀ ਜਦੋਂ ਤੁਸੀਂ ਐਨਹੈਂਸਡ ਹੋ। ਡਰੱਗਸ ਲੈ ਰਹੇ ਹੋ, ਬੋਡੀ ਕੁਇਕਲੀ ਚੇਂਜ ਕਰਦੀ ਆ। ਸਵੇਰੇ ਹੋਰ ਸਾਈਡ ਇਫੈਕਟਸ, ਟਾਈਪ ਆਫ ਡਰੱਗ 'ਤੇ ਡਿਪੈਂਡ ਕਰਦਾ ਕਿ ਕਿੰਨੀ ਜਲਦੀ ਬੋਡੀ ਰਿਸਪੌਂਡ ਕਰ ਰਹੀ ਹੈ, ਹੈ ਨਾ। ਚੈੱਕ-ਇਨਸ ਘੱਲਣੇ, ਫੋਟੋਜ਼ ਘੱਲਣੀਆਂ, ਜਿਹੜੇ ਇਸ਼ੂਜ਼ ਆ ਰਹੇ ਨੇ ਸਾਈਕੋਲੋਜੀਕਲੀ, ਮੈਂਟਲੀ ਵੀ, ਉਹ ਸਾਰੀਆਂ ਚੀਜ਼ਾਂ ਨਾ ਗੱਲ ਕਰਨੀ। ਸੋ ਕਮਿਊਨੀਕੇਸ਼ਨ ਗੈਪ ਸਭ ਤੋਂ ਵੱਡੀ ਪ੍ਰੋਬਲਮ। ਜੇ ਮੈਂ ਫਰਾਈਡੇ ਚੈੱਕ-ਇਨ ਘੱਲਿਆ, ਅਗਲੇ ਫਰਾਈਡੇ ਈਮੇਲ 'ਤੇ ਰਿਸਪੌਂਸ ਹੋਣਾ, ਗੁੱਡ ਜੋਬ ਜਾਂ ਨਾਟ ਗੁੱਡ ਜੋਬ, ਜਾਂ ਆਹ ਕਰ ਜਾਂ ਉਹ ਕਰ। 2 ਹਫ਼ਤੇ ਮੈਂ ਦੇਖਿਆ, ਕਿ ਇੱਦਾਂ ਨਹੀਂ ਚੱਲਣਾ। ਜੇ ਮੈਂ ਕੁਛ ਕਰ ਰਿਹਾ ਤੇ ਜੇ ਮੈਨੂੰ ਹੁਣ ਵੀ 24 ਆਵਰਸ ਦੇ ਵਿੱਚ ਤਾਂ ਹੋਣਾ ਚਾਹੀਦਾ। ਜਿਹੜੇ ਗੁੱਡ ਕੋਚ ਨੇ ਜਾਂ ਵੈਰੀ ਗੁੱਡ ਕੋਚ ਨੇ, ਉਹ ਖੁਦ ਕਹਿੰਦੇ ਨੇ ਕਿ 24 ਆਵਰਸ ਦੇ ਵਿੱਚ ਰਿਪਲਾਈ ਹੋਣਾ ਚਾਹੀਦਾ ਜੇ ਤੁਸੀਂ ਇੱਕ ਵਧੀਆ ਤਰੀਕੇ ਨਾਲ ਕਿਸੇ ਨੂੰ ਕੋਚ ਕਰਨਾ। ਤੇ ਜਿਹੜਾ ਬੰਦਾ ਕੋਚਿੰਗ ਲੈ ਰਿਹਾ, ਉਹ ਇਹ ਚੀਜ਼ ਪਹਿਲਾਂ ਦੇਖੇ। ਦੂਸਰੀ ਸੀਗੀ ਜਿਹੜੀ ਉਹਨੇ ਮੈਨੂੰ ਡੋਜ਼ ਘੱਲੀ, ਜਿਹੜੀ ਚੀਜ਼ਾਂ ਲੈਣੀਆਂ। ਤੇ ਚਲੋ ਵੀ ਮੈਂ ਬਹੁਤ ਐਕਸਪੀਰੀਅੰਸਡ ਨਹੀਂ,
ਬਟ ਜਿੰਨੀ ਕਿ ਮੈਨੂੰ ਨੌਲੇਜ ਸੀਗੀ, ਜਿੰਨਾ ਕਿ ਮੈਂ ਫੋਰਮਸ 'ਚ ਘੁੰਮਿਆ, ਜਿੰਨਾ ਕਿ ਮੈਂ ਆਪ ਰਿਸਰਚ ਕੀਤੀ, ਆਈ ਵਾਸ ਲਾਈਕ ਦੈਟਸ ਟੂ ਮੱਚ ਫॉर ਮੀ। ਮੈਨੂੰ ਐਂ ਲੱਗਾ ਕਿ ਬਹੁਤ ਜ਼ਿਆਦਾ ਅਮਾਊਂਟ ਆਫ ਵੀ ਟੋਟਲ ਅਮਾਊਂਟ ਬਹੁਤ ਜ਼ਿਆਦਾ ਸਾਰੀਆਂ ਡਰੱਗਸ ਦਾ, ਕਿ ਆਈ ਡੋਂਟ ਥਿੰਕ ਮੈਨੂੰ ਇੰਨਾ ਚਾਹੀਦਾ। ਸਪੈਸ਼ਲੀ ਹਾਲੇ ਮੈਂ ਕੰਪੀਟ ਨਹੀਂ ਕਰਨਾ, ਮੈਂ ਕੰਪਲੀਟਲੀ ਆਫ ਸੀਜ਼ਨ ਆ, ਕਿ ਹਾਲੇ ਪਲਾਨ ਵੀ ਨਹੀਂ ਕਰਨਾ, ਬੋਡੀ ਫੈਟ ਹਾਈ ਹੈ ਹਾਲੇ, ਬੋਡੀ ਫੈਟ ਘਟਾਉਣਾ ਐਂਡ ਐਵਰੀਥਿੰਗ। ਅਤੇ ਮੈਂ ਥੋੜ੍ਹਾ ਸਰਕਲ ਅਰਾਊਂਡ ਕੀਤਾ ਡੋਜ਼ ਨੂੰ, ਮੈਂ ਪ੍ਰੋਟੋਕੋਲ ਦਿਖਾਇਆ ਜਿਹੜੇ ਲੋਕ ਆਲਰੇਡੀ ਕੰਪੀਟ ਕਰ ਚੁੱਕੇ ਨੇ ਜਾਂ ਕਰਦੇ ਪਏ ਨੇ, ਅਤੇ ਕੁਛ ਨੈਸ਼ਨਲ ਚੈਂਪੀਅਨਸ ਨੇ, ਕੁਛ ਸਾਰਿਆਂ ਦੇ ਵਿੱਚ। ਅਤੇ ਉਹ ਵੀ ਥੋੜ੍ਹਾ ਕੰਸਰਨਡ ਸੀਗੇ ਕਿ ਇਹ ਉਸ ਲੈਵਲ ਦਾ ਸਾਈਕਲ ਆ ਜਿਹੜੇ ਉਸ ਸਟੇਜ 'ਤੇ ਕਰਦੇ, ਓਲੰਪੀਆ, IFBB ਪ੍ਰੋਜ਼। ਮੈਂ ਥੱਲੇ ਪਹਿਲਾ ਸ਼ੋਅ ਨਹੀਂ ਖੇਡਿਆ, ਸੋ ਉਹ ਦੂਜਾ ਰੈੱਡ ਫਲੈਗ ਸੀ ਕਿ ਯਾਰ ਵੀ ਇਹਨੇ ਲਿਟਰਲੀ ਰਿਵਿਊ ਨਹੀਂ ਕੀਤਾ, ਮੇਰੇ ਲਈ ਪਰਸਨਲਾਈਜ਼ਡ ਨਹੀਂ ਕੀਤਾ, ਸਿੱਧਾ ਭੇਜਤਾ। ਸੋ ਉਦੋਂ ਮੈਂ ਕਿਹਾ ਨਹੀਂ ਵੀ ਕੰਮ ਨਹੀਂ ਕਰਨਾ। ਤੀਜੇ ਹਫ਼ਤੇ ਮੈਂ ਉਹਨੂੰ ਈਮੇਲ ਕੀਤੀ ਕਿ ਆਮ ਸੌਰੀ ਕਿ ਵੀ ਇਟਸ ਨਾਟ ਵਰਕਿੰਗ, ਅਤੇ ਮੈਂ ਕੁਇਟ ਕਰ ਰਿਹਾ। ਕਹਿੰਦਾ ਕੋਈ ਚੱਕਰ ਨਹੀਂ, ਪੇਮੈਂਟਾਂ ਗਈਆਂ 2। ਸੋ ਵੈਸੇ ਗਿਆ ਬੈਡ ਐਕਸਪੀਰੀਅੰਸ। ਹੁਣ ਉਹਦੇ ਫਿਰ 2 ਕਰੌਲੇ ਪਏ ਹੋਏ ਆ, ਚਲੋ ਉਹ ਤਾਂ ਸੈਪਰੇਟ ਆ, ਚਲੋ ਮੈਂ ਦੇਖੀਆਂ ਸੀ ਵੀਡੀਓ ਉਹਦੀ। ਅਤੇ ਉਹ ਬੈਡ ਐਕਸਪੀਰੀਅੰਸ ਸੀ। ਫਿਰ ਜਿਹੜਾ ਮੇਰਾ ਕਰੰਟ ਕੋਚ ਆ, ਇਹ ਮੇਰੇ ਫਰੈਂਡ ਨੂੰ ਕੋਚ ਕਰਦਾ ਸੀਗਾ ਜਦੋਂ ਮੈਂ ਰਹਿੰਦਾ ਸੀਗਾ, ਮਤਲਬ ਫਰੀ ਬਣਾਉਣ ਤੋਂ ਪਹਿਲਾਂ ਜਿੱਥੇ ਰਹਿੰਦਾ ਸੀ ਉੱਥੇ। ਮੇਰਾ ਫਰੈਂਡ ਰੂਮਮੇਟ ਸੀ ਮੇਰਾ, ਉਹ ਵੀ ਬੋਡੀ ਬਿਲਡਿੰਗ 'ਚ ਸੀਗਾ। ਹੁਣ ਉਹਦਾ ਵੀ ਸ਼ੋਅ ਆ, ਪਰ ਅਨਫੋਰਚੂਨੇਟਲੀ ਉਹਨੂੰ ਮੂਵ ਹੋਣਾ ਪੈ ਰਿਹਾ ਜੋਬ ਕਰਕੇ, ਸੋ ਕੁਛ ਸ਼ੋਅ ਖੇਡ ਨਹੀਂ ਹੋਣਾ। ਉਹ ਵੀ ਆਲਮੋਸਟ ਰੈਡੀ ਸੀਗਾ। ਸੋ ਉਹਦਾ ਕੋਚ ਸੀਗਾ, ਮੈਂ ਅਪਰੋਚ ਕੀਤਾ, ਮੈਂ ਗਿਵ ਇਟ ਅ ਸ਼ਾਟ। ਫਸਟ ਕਨਵਰਸੇਸ਼ਨ ਸਿੱਧੀ ਕਾਲ ਹੀ ਆਈ। ਅੱਛਾ ਮੈਂ ਜਦੋਂ ਉਹਨੇ ਕੁਐਸਚਨ ਕੀਤੇ ਹੈ ਨਾ ਮੈਨੂੰ, ਲਾਈਕ ਪਹਿਲਾ ਕੁਐਸਚਨ ਹੀ ਮੈਂਟਲੀ ਕਿਵੇਂ ਫੀਲ ਹੋ ਰਿਹਾ, ਜਿਹੜੀ ਮੋਸਟ ਇੰਪੋਰਟੈਂਟ ਥਿੰਗ ਲਿਟਰਲੀ ਉਹਦਾ ਪਹਿਲਾ ਕੁਐਸਚਨ ਸੀਗਾ ਕਿ ਤੇਰੀ ਪਿੱਛੇ ਲਾਈਕ ਹਿਸਟਰੀ ਮੈਂਟਲੀ ਦੱਸ ਕਿਵੇਂ ਚੱਲ ਰਿਹਾ। ਕਹਿੰਦਾ ਆਈ ਨੋ ਕੋਵਿਡ ਰਿਹਾ, ਸਾਰੇ ਮੈਂਟਲੀ ਮੈਸਡ ਅਪ ਨੇ, ਹਾਊ ਆਰ ਯੂ ਫੀਲਿੰਗ ਮੈਂਟਲੀ, ਯੂ ਥਿੰਕ ਯੂ ਵਾਂਟ ਟੂ ਡੂ ਦਿਸ। ਉੱਥੋਂ ਹੀ ਮੈਂ ਕਿਹਾ ਓਕੇ ਵੀ ਲੈਟਸ ਡੂ ਦਿਸ। ਉਹਨੂੰ ਮੈਂ ਸਾਰੀ ਲਿਸਟ ਕਰ ਲਈ। ਉਹਨੂੰ ਮੈਂ ਜਦੋਂ ਸਾਈਕਲ ਘੱਲਿਆ ਭੂਵਨ ਵਾਲਾ, ਉਹ ਵੀ ਹੈਰਾਨ, ਕਹਿੰਦਾ ਇਟਸ ਟੂ ਮੱਚ। ਓਕੇ, ਸੋ ਉਹਦਾ ਮੋਟੋ ਆ ਕਿ ਲੀਸਟ ਡਰੱਗਸ ਪੋਸੀਬਲ ਅਤੇ ਮੈਕਸੀਮਮ ਇਨਪੁਟ ਆਪਦਾ ਦੇਣਾ, ਬਿਕਾਜ਼ ਹੈਲਥ ਪ੍ਰਾਇਓਰਿਟੀ ਆ। ਬਿਕਾਜ਼ ਕਹਿੰਦਾ ਮੈਂ ਖੁਦ ਫਾਦਰ ਹਾਂ, ਮੇਰੇ ਵੀ ਨਿਆਣੇ ਨੇ, ਵੀ ਵੀ ਵਾਂਟ ਯੂ ਲਾਈਕ ਵੀ ਵਾਂਟ ਯੂ ਟੂ ਵੀ ਡੂ ਗ੍ਰੇਟ, ਬਟ ਵੀ ਆਲਸੋ ਵਾਂਟ ਯੂ ਟੂ ਬੀ ਅਲਾਈਵ, ਹੈ ਨਾ, ਵੀ ਲੌਂਜੀਵਿਟੀ ਲੰਬਾ ਹੋਵੇ, ਹੈ ਨਾ, ਜਿੰਨਾ ਸੇਫ ਹੋਊਗੇ ਉਨਾ ਲੰਬਾ ਜਾਊਗਾ, ਲੌਂਜੀਵਿਟੀ ਵੀ ਚਾਹੀਦੀ ਆ। ਸੋ ਅਗਰੈਸਿਵ ਇੰਨਾ ਵੀ ਨਹੀਂ ਜਾਣਾ ਕਿ ਕੁਛ ਸਾਲ ਦੀ ਵਾਹੀ ਪਿੱਛੇ ਉਮਰ ਹੀ ਨਹੀਂ ਘਟਾ ਨਿਕਲ ਜਾਵੇ। ਹਾਂ, ਇਹ ਤਾਂ ਗੱਲ ਹੈ। ਸੋ ਉਹ ਚੀਜ਼ ਨੇ ਮੈਨੂੰ ਨਾਲ ਹੀ ਕੈਚ ਕਰ ਲਿਆ ਕਿ ਹਾਂ ਇਹ ਬੰਦਾ ਰਿਸਪੋਂਸੀਬਲ। ਹੁਣ 1.5 ਸਾਲ ਹੋ ਗਿਆ, ਕਦੀ ਵੀ ਕੁਛ ਹੁੰਦਾ ਲਾਈਫ ਦੇ ਵਿੱਚ ਜਾਂ ਕੋਈ ਸਟਰੈਸਫੁਲ ਡੇ ਆ, ਨਾਲ ਹੀ ਮੈਸੇਜ ਆ ਜਾਂਦਾ 10-15 ਮਿੰਟ ਮੇ ਵੀ ਘੰਟੇ 'ਚ ਉਹਦਾ ਰਿਪਲਾਈ ਆ ਜਾਂਦਾ ਕਿ ਵੀ ਓਕੇ ਅੱਜ ਟ੍ਰੇਨਿੰਗ ਨਾ ਕਰੀ, ਓਕੇ ਅੱਜ ਕਾਰਡੀਓ ਨਾ ਕਰੀ, ਓਕੇ ਅੱਜ ਥੋੜ੍ਹਾ ਫੂਡ ਐਕਸਟਰਾ ਖਾ ਲਾ, ਆਈ ਨੋ ਤੂੰ ਸਟਰੈਸਡ ਆ, ਓਕੇ ਕੋਈ ਨਾ ਅੱਜ ਆਫ ਲੈ ਲਾ, ਅੱਜ ਸੌਂ। ਲਾਈਕ ਉਹ ਇਮੀਡੀਏਟਲੀ ਅਡੈਪਟਿਵ ਹੋਣਾ ਮੇਰੇ ਪਰਸਨਲ ਲਾਈਫ, ਉਹ ਵੀ ਬਹੁਤ ਇੰਪੋਰਟੈਂਟ। ਸੋ ਉਹ ਪਹਿਲੀ ਚੀਜ਼ ਆ। ਸੋ ਜਦੋਂ ਦਾ ਉਹਨਾਂ ਆਇਆ ਕੋਚ ਨਾ, ਮੈਂਟਲੀ ਵੀ ਸਟੇਬਲ, ਬਿਕਾਜ਼ ਇੱਕ ਤਾਂ ਚਲੋ ਕਿ ਕਾਇੰਡ ਆਫ ਮੈਂਟੋਰਸ਼ਿਪ, ਹੈ ਨਾ, ਵੀ ਮੈਨੂੰ ਉਹ ਮੈਂਟਲੀ ਉਹ ਬੰਦਾ ਮੈਨੂੰ ਕਾਫੀ ਵਧੀਆ ਨਰਿਸ਼ ਕਰ ਰਿਹਾ ਕਿ ਇਟਸ ਓਕੇ ਟੂ ਫੀਲ ਲਾਈਕ ਦਿਸ, ਹੈ ਨਾ, ਵੀ ਜੇ ਤੂੰ ਐਨਾਬੋਲਿਕਸ 'ਤੇ ਇਟਸ ਓਕੇ, ਹੈ ਨਾ, ਵੀ ਇਟਸ ਨਾਟ ਜਸਟ ਯੂ, ਹਰ ਬੰਦਾ ਹੀ ਫੀਲ ਕਰਦਾ ਹੈ ਨਾ, ਵੀ ਜੇ ਤੂੰ ਪ੍ਰੈਪ 'ਚ ਲੋ ਫੂਡ ਹਾਈ ਕਾਰਡੀਓ, ਆਈ ਨੋ ਯੂ ਆਰ ਟਾਇਰਡ, ਆਈ ਨੋ ਤੂੰ ਇੱਦਾਂ ਫੀਲ ਕਰ ਰਿਹਾ ਵਿਚ ਇਜ਼ ਨੋਰਮਲ, ਪੈਨਿਕ ਨਾ ਹੋ। ਅਤੇ ਫਿਰ ਉਹਦੀ ਡੋਜ਼ਿੰਗ ਵਗੈਰਾ ਕਰੈਕਟ ਸਹੀ ਤਰੀਕੇ ਨਾਲ, ਸੋ ਮੇਰੀ ਬੋਡੀ ਨੂੰ ਇੰਨਾ ਫੀਲ ਨਹੀਂ ਸੀ ਹੋ ਰਿਹਾ ਜਿੰਨਾ ਠੀਕ ਥਿੰਗਸ ਅਸਾਈਡ ਕਿ ਹਾਂ ਐਕਨੇਜ਼ ਦਾ ਮੈਂ ਕੁਛ ਕਰ ਨਹੀਂ ਸਕਦਾ, ਬਿਕਾਜ਼ ਬਿਫੋਰ ਐਨਾਬੋਲਿਕਸ 14-15 ਸਾਲ ਦੀ ਏਜ ਤੋਂ ਹੀ ਮੇਰੇ ਐਕਨੇਜ਼ ਦਾ ਬੋਇਸ਼ ਹੋ ਰਿਹਾ ਸਕਿਨ ਦਾ। ਸੋ ਇਹ ਮੋਰ ਲਾਈਕ ਜੈਨੇਟਿਕ ਜਿਹੜੇ ਐਕਨੇ ਵਗੈਰਾ ਤੁਸੀਂ ਐਨਾਬੋਲਿਕ ਦੇ ਵਿੱਚ ਯੂਜ਼ ਕਰਦੇ ਆ, ਕਈ ਮੈਂ ਦੇਖਿਆ ਜਿੱਦਾਂ ਯੂਜ਼ ਕਰਦੇ ਆ ਨਾ, ਅਤੇ ਆਪਣੇ ਆਪ ਨੂੰ ਨੈਚੁਰਲ ਦੱਸੀ ਜਾਂਦੇ ਆ, ਪਰ ਉਹਨਾਂ ਦੀ ਬੋਡੀ ਕਲੀਨ ਆ ਤਾਂ ਲੱਗਦਾ ਦੇਖ ਲਓ ਵੀ ਮੇਰੀ ਬੋਡੀ ਕਲੀਨ ਆ ਵੀ ਮੈਂ ਨਹੀਂ ਯੂਜ਼ ਕਰਦਾ। ਉਹਨੂੰ ਉਹ ਕਰਦੇ ਆ ਵੀ ਮੇਰੇ ਐਕਨੇ ਨਹੀਂ ਹੈਗੇ ਵੀ ਮੈਂ ਯੂਜ਼ ਨਹੀਂ ਕੀਤੀ ਐਨਾਬੋਲਿਕ। ਉਹੀ ਜੈਨੇਟਿਕ ਫੈਕਟਰ ਆ ਗਿਆ ਨਾ। ਹੇਅਰਸ, ਐਕਨੇ, ਗਾਇਨੋਕੋਮੈਸਟੀਆ, ਇਹ 3 ਚੀਜ਼ਾਂ ਕਾਮਨ ਸਿੰਪਟਮ ਨੇ, ਹੈ ਨਾ, ਸਿੰਪਟਮਸ ਨੇ। ਤੇ ਜਾਂ ਅਗਰੈਸਿਵਲੀ ਰਾਊਂਡਡ ਸ਼ੋਲਡਰਸ, ਕਈ ਜੋ ਸਕਿਨ ਸਿੰਪਟਮ ਨਹੀਂ ਹੁੰਦੇ। ਸੋ ਜਿਹੜੇ ਲੋਕ ਐਨਹੈਂਸਡ ਨੇ ਤੇ ਰਿਸਪੋਂਸੀਬਲੀ ਐਨਹੈਂਸਡ ਨੇ, ਉਹ ਜੇ ਕਿਸੇ ਹੋਰ ਨੂੰ ਦੇਖਣਗੇ ਉਹ ਦੱਸ ਸਕਦੇ ਨੇ ਕਿ ਹਾਂ ਉਹ ਬੰਦਾ ਕੁਛ ਲੈ ਰਿਹਾ ਕਿ ਨਹੀਂ, ਬਿਕਾਜ਼ ਨਾਓ ਯੂ ਨੋ। ਸੋ ਇਹ ਚੀਜ਼ ਮੈਨੂੰ ਪਰਸਨਲੀ ਇਹੀ ਚੀਜ਼ ਤੋਂ ਇਸ਼ੂ ਰਿਹਾ ਸ਼ੁਰੂ ਤੋਂ ਕਿ ਯਾਰ ਜੇ ਤੁਸੀਂ ਯੂਜ਼ ਕਰ ਰਹੇ ਹੋ ਕਰੋ, ਪਰਸਨਲ ਯੂਜ਼ ਕਰ ਰਹੇ ਹੋ, ਆਈ ਐਮ ਓਪਨ ਅਬਾਊਟ ਇਟ, ਬਿਕਾਜ਼ ਓਕੇ ਮੇਰਾ ਗੋਲ ਆ,
ਆਈ ਅੰਡਰਸਟੈਂਡ ਦ ਰਿਸਕਸ। ਬਲੱਡ ਟੈਸਟ ਤੋਂ ਲੈ ਕੇ ਆਪਦੇ ਬਲੱਡ ਡੋਨੇਸ਼ਨ ਤੋਂ ਲੈ ਕੇ ਇਹ ਚੀਜ਼ਾਂ ਲੋਕਾਂ ਨੂੰ ਪਤਾ ਵੀ ਨਹੀਂ ਕਰਨੀਆਂ ਹੁੰਦੀਆਂ, ਜਿਹੜੇ ਆਪਣੇ ਸਪੈਸ਼ਲੀ ਦੇਸੀ ਬੰਦੇ ਨੇ, ਬਿਕਾਜ਼ ਪ੍ਰੋਫੈਸ਼ਨਲ ਗੋਲ ਨਹੀਂ ਹੈਗਾ, ਜਸਟ ਵਾਂਟ ਟੂ ਲੁੱਕ ਗੁੱਡ, ਰਿਕਗਨੀਸ਼ਨਲੀ ਐਜ਼ ਅ ਯੂਜ਼ ਕਰਨੀ ਹੈ। ਹੁਣ ਉਹ ਬੰਦਾ ਜਿੰਨੇ ਐਨਹੈਂਸ ਹੋ ਕੇ ਫਿਜ਼ੀਕ ਅਚੀਵ ਕੀਤੀ ਹੈ, ਕਹਿ ਰਿਹਾ ਮੈਂ ਨੈਚੁਰਲ ਹਾਂ, ਸੋਸ਼ਲ ਮੀਡੀਆ ਤੇ ਫੋਟੋਜ਼ ਪਾ ਰਿਹਾ, ਪਹਿਲੀ ਗੱਲ ਤਾਂ ਐਨਹੈਂਸਡ ਆ, ਦੂਜੀ ਗੱਲ ਪਰਫੈਕਟ ਲਾਈਟਿੰਗ, ਤੀਜੀ ਗੱਲ ਐਡੀਟਿੰਗ ਕਰਕੇ। ਜਿਹੜਾ ਬੰਦਾ ਨਵਾਂ 15-16 ਸਾਲ ਦਾ ਲੀਨ ਆ ਜਾਂ ਆਪਣੇ ਆਪ 'ਚ ਬੋਡੀ ਡਿਸਮੋਰਫਿਕ ਹੈ, ਕੋਈ ਸਕੂਲ ਬੁਲਿੰਗ ਐਡੀ ਗੰਦੀ ਹੋ ਗਈ ਹੁਣ, ਆਪਣੀ ਸੋਸਾਇਟੀ ਇੰਨੀ ਜ਼ਿਆਦਾ ਟੌਂਟਿੰਗ ਹੋ ਗਈ ਨਾ ਹਰ ਚੀਜ਼ ਨੂੰ ਲੈ ਕੇ। ਸੋ ਉਹ ਬੰਦਾ ਆਲਰੇਡੀ ਮੈਂਟਲੀ ਡਿਪਰਾਈਵਡ ਆਪਦੀ ਬੋਡੀ ਇਮੇਜ ਨੂੰ ਲੈ ਕੇ, ਉਹਨੂੰ ਦੇਖ ਰਿਹਾ, ਉਹ ਕਹਿ ਰਿਹਾ ਮੇਰਾ ਆਹ ਪ੍ਰੋਗਰਾਮ ਲੈ, ਮੇਰਾ ਆਹ ਸਪਲੀਮੈਂਟ ਲੈ, ਮੇਰੇ ਵਰਗਾ ਦੇਖ, ਇਹ ਨਹੀਂ ਦੱਸ ਰਿਹਾ ਕਿ ਔਨ ਟੌਪ ਹੋਰ ਕੀ ਚੱਲ ਰਿਹਾ। ਅਨਰੀਅਲਿਸਟਿਕ ਐਕਸਪੈਕਟੇਸ਼ਨ ਮਾਈਂਡ 'ਚ ਬਹਿ ਗਈ। ਉਹਨੇ ਠੋਕ ਕੇ ਜਿਮ ਲਾਇਆ ਸਾਲ 2 ਸਾਲ 3 ਸਾਲ, ਠੀਕ ਆ, ਗਲਤ ਸਹੀ ਜਿਵੇਂ ਮਰਜੀ, ਬੋਡੀ ਉੱਥੇ ਤਾਈਂ ਨਹੀਂ ਪਹੁੰਚਣੀ, ਜਾਂ ਤੇ ਉਹ ਡਿਸਅਪੁਆਇੰਟ ਹੋ ਇੰਨਾ ਕਿ ਕਦੀ ਜਿਮ ਹੀ ਨਹੀਂ ਵੜੂ, ਉਹਨੇ ਕਹਿਣਾ ਕਿ ਯਾਰ ਮੇਰੀ ਸ਼ਾਇਦ ਜੈਨੇਟਿਕਸ ਹੀ ਹੈ ਨਹੀਂ ਕਿ ਮੈਂ ਕਰ ਹੀ ਨਹੀਂ ਸਕਦਾ, ਜਾਂ ਫਿਰ ਉਹ ਬੰਦਾ ਕਹੂਗਾ ਕਿ ਇਦਾਂ ਨਹੀਂ ਗੱਲ ਬਣੀ, ਸਮਾਨ ਲੈਣਾ ਪੈਣਾ। ਫਿਰ ਉਹ ਹੁੰਦਾ ਕਿ ਯਾਰ ਸਮਾਨ ਤੋਂ ਬਿਨਾਂ ਬੋਡੀ ਨਹੀਂ ਬਣਦੀ। ਉਹ ਇੱਕ ਬੰਦੇ ਦੇ ਉਸ ਇੱਕ ਝੂਠ ਨਾਲ ਕਿੰਨੇ ਲੋਕ ਇਨਫਲੂਐਂਸ ਹੁੰਦੇ ਨੇ ਤੇ ਉਹ ਇਹਨਾਂ ਚੀਜ਼ਾਂ 'ਚ ਪੈ ਜਾਂਦੇ ਨੇ, ਬਿਕਾਜ਼ ਉਹ ਐਕਸਪੈਕਟੇਸ਼ਨ ਹੀ ਅਨਰੀਅਲ ਆ। ਹਾਂ ਉਹੀ ਹੈ ਨਾ, ਨੈਚੁਰਲੀ ਮੈਨੂੰ ਲੱਗਦਾ ਇੱਕ ਲਿਮਿਟ ਕਿੰਨੀ ਕੁ ਲਿਮਿਟ ਹੈ ਵੀ ਨੈਚੁਰਲੀ ਕਿੰਨਾ ਕੁ ਮਸਲ ਮਾਸ ਤੁਸੀਂ ਪੁੱਟ ਔਨ ਕਰ ਸਕਦੇ ਹੋ। ਇਹਦਾ ਕੋਈ ਦੇਖੋ, ਇਹ ਹੁਣ ਵੀ ਜੈਨੇਟਿਕ ਹੀ ਆ ਜਾਂਦੀ ਜਿੱਦਾਂ ਪਹਿਲੇ 2 ਸਾਲ ਆ ਬੋਡੀ ਬਹੁਤ ਵਧੀਆ ਗਰੋ ਕਰਦੀ, ਰਾਈਟ। ਐਥਨੀਸਿਟੀ ਤੇ ਵੀ ਡਿਪੈਂਡ ਕਰਦਾ ਤੁਸੀਂ ਕਿੱਥੋਂ, ਹੁਣ ਜਿੱਦਾਂ ਬਲੈਕ ਜੈਨੇਟਿਕਸ ਨੇ, ਤੁਹਾਡੀ ਬੋਡੀ 'ਚ ਮਾਇਓਸਟੈਟਿਨ ਹੁੰਦਾ, ਮਾਇਓਸਟੈਟਿਨ ਜਿੰਨਾ ਜ਼ਿਆਦਾ ਹੋਊਗਾ, ਮਾਇਓਸਟੈਟਿਨ ਤੁਹਾਡੀ ਮਸਲ ਗਰੋਥ ਨੂੰ ਸਪਰੈਸ ਕਰਦਾ, ਤੁਹਾਡੇ ਮਾਈਂਡ ਨੂੰ ਇਹ ਦੱਸਦਾ ਕਿ ਓਕੇ ਇਸ ਤੋਂ ਬਾਅਦ ਮਸਲ ਗਰੋ ਕਰਨ ਦੀ ਲੋੜ ਹੁੰਦਾ। ਸੋ ਬਲੈਕ ਜੈਨੇਟਿਕਸ ਇਦਾਂ ਦੇ ਨੇ, ਵਾਈ ਦੇਰ ਇਜ਼ ਨੋ ਅਨਦਰ ਰੋਨੀ ਕਾਲਨ, ਜਾਂ ਮੈਜੋਰਿਟੀ ਬਲੈਕ ਐਥਲੀਟਸ ਇੰਨੇ ਜ਼ਿਆਦਾ ਬੈਟਰ ਸ਼ੇਪ 'ਚ ਕਿਉਂ ਹੁੰਦੇ ਨੇ, ਕਿਉਂਕਿ ਉਹਨਾਂ ਦੇ ਮਾਇਓਸਟੈਟਿਨ ਬਹੁਤ ਘੱਟ ਹੁੰਦਾ, ਉਹਨਾਂ ਦੀ ਬੋਡੀ ਅਲਾਓ ਕਰਦੀ ਮਸਲ ਮਾਸ ਪੁੱਟ ਔਨ ਕਰਨ 'ਚ। ਸੋ ਉਹ ਪਰਸਨ ਟੂ ਪਰਸਨ, ਜੈਨੇਟਿਕਸ ਟੂ ਜੈਨੇਟਿਕਸ ਆ, ਹਰ ਇੱਕ ਦੇ ਆਪਣੇ ਬਰਾਊਨ ਜੈਨੇਟਿਕਸ ਡੀਸੈਂਟ ਆ, ਨੋਟ ਬੈਸਟ ਇਨ ਦ ਵਰਲਡ। ਕੁਛ ਅਨੋਮਲੀਜ਼ ਹੁੰਦੀਆਂ ਨੇ ਹਨਾ, ਜਿਹੜੇ ਵੀ ਨੈਚੁਰਲੀ ਇੰਨਾ ਸਾਈਜ਼ ਪੁੱਟ ਔਨ ਕਰ ਲੈਂਦੇ ਨੇ। ਸੋ ਉਹ 'ਤੇ ਕੋਈ ਆਪਾਂ ਨੰਬਰ ਨਹੀਂ ਲਾ ਸਕਦੇ ਕਿ ਓਕੇ ਜੇ ਤੁਸੀਂ 5 ਫੁੱਟ ਇੰਨੇ ਹੋ ਅਤੇ ਤੁਹਾਡੀ ਏਜ ਇੰਨੀ ਅਤੇ ਤੁਹਾਡਾ ਸਾਈਜ਼ ਆਹ ਹੋਣਾ ਚਾਹੀਦਾ, ਕੁਛ ਵੀ ਨਾ। ਆਲ ਯੂ ਕੈਨ ਡੂ ਇਜ਼ ਕਿ ਨਿਊਟ੍ਰੀਸ਼ਨ ਅਤੇ ਆਪਣੀ ਜਿਹੜੀ ਵਰਕਆਊਟ ਆ ਉਹਦੀ ਐਗਜ਼ੀਕਿਊਸ਼ਨ ਸਾਰਾ ਕੁਛ ਸਹੀ ਰੱਖੋ, ਵਰਕਆਊਟ ਕਰਨਾ ਸਿੱਖੋ, ਰੂਟੀਨ ਰੱਖੋ ਅਤੇ ਕੰਸਿਸਟੈਂਟਲੀ ਆਪਣਾ ਇੰਪਰੂਵ ਕਰੀ ਜਾਓ। ਤੁਸੀਂ ਕੁਝ 30s ਤੋਂ ਬਾਅਦ ਤੁਹਾਡਾ ਟੈਸਟੋਸਟੈਰੋਨ ਵੈਸੇ ਵੀ ਘਟਣਾ ਹੀ ਆ, ਤੁਹਾਡੀ ਮਿਡ 20s ਤੁਹਾਡੀ ਪੀਕ ਆ, ਬਟ ਜਦੋਂ ਪਬਰਟੀ ਹਿੱਟ ਕਰਦੇ ਹੋ ਮਿਡ 20s ਤੱਕ, 25-26 ਤੱਕ ਟੈਸਟੋਸਟੈਰੋਨ ਪੀਕ 'ਤੇ ਆ। ਤੁਸੀਂ ਜਿੰਨਾ ਉਦੋਂ ਅਚੀਵ ਕਰ ਗਏ ਕੰਸੀਡਰਿੰਗ ਤੁਹਾਡੀ ਟ੍ਰੇਨਿੰਗ ਅਤੇ ਨਿਊਟ੍ਰੀਸ਼ਨ ਬਹੁਤ ਸਹੀ ਰਿਹਾ, ਦੈਟਸ ਯੂਅਰ ਪੀਕ ਫਿਜ਼ੀਕ। ਤੁਸੀਂ ਉਸ ਤੋਂ ਬਾਅਦ ਮਸਲ ਮੈਚਿਓਰਿਟੀ ਆਊਗੀ ਏਜ ਨਾ, ਦੇਖਣ ਨੂੰ ਮਸਲ ਹੋਰ ਮੈਚਿਓਰ ਐਂਡ ਡੈਂਸ ਲੱਗੂ, ਈਅਰਸ ਆਫ ਟ੍ਰੇਨਿੰਗ, ਰਾਈਟ, ਬਟ ਸਾਈਜ਼ ਗਰੋਥ ਵਿਲ ਨਾਟ ਕਮ ਇਵੈਂਚੁਅਲੀ ਤੁਹਾਡਾ, ਕਿਉਂਕਿ ਟੈਸਟੋਸਟੈਰੋਨ ਵੀ ਘੱਟ ਰਿਹਾ, ਤੁਹਾਡੀ ਏਜ ਵੱਧ ਰਹੀ, ਤੁਹਾਡੇ ਜੁਆਇੰਟਸ ਵੀਕ ਹੋ ਰਹੇ ਨੇ, ਤੁਹਾਡੇ ਟੈਂਡਨਸ ਵੀਕ ਹੋ ਰਹੇ ਨੇ, ਆਟੋਮੈਟਿਕਲੀ ਤੁਸੀਂ ਇੰਨਾ ਜ਼ਿਆਦਾ ਹੈਵੀ ਵੀ ਨਹੀਂ ਜਾ ਸਕਦੇ। ਸੋ ਨੈਚੁਰਲ ਬੋਡੀ ਦਾ ਤਾਂ ਨਾ ਵੀ ਉਹ ਮਤਲਬ ਹੀ ਚੇਂਜ ਹੋ ਗਿਆ। ਸੋ ਹੁਣ ਕੋਈ ਵੀ ਫਿਜ਼ੀਕ ਖੋਲ ਲਓ, ਵੈਰੀ ਰੇਅਰ ਆ ਕਿ ਕੋਈ ਬੰਦਾ ਨੈਚੁਰਲ ਹੈਗਾ। ਓਕੇ, ਹਲੇ ਆਪਣਾ ਕੰਪੀਟੀਸ਼ਨ ਕਿੱਧਰ ਚੱਲੇ ਆ, ਕਿਹੜਾ ਤੁਸੀਂ ਆਪਣਾ ਵੀ ਦੱਸੋ ਕਿੱਧਰ ਚੱਲੇ ਆ? ਨਾਇਗਰਾ ਫਾਲਸ 'ਚ। ਅੱਛਾ, ਨਾਇਗਰਾ ਦੇ ਵਿੱਚ ਮਿੰਡੀ ਉਹ ਸ਼ੋ ਆ, ਮਿੰਡੀ ਬੋਡੀ ਬਿਲਡਰ ਆ, ਸੋ ਉਹਦੇ ਨਾਮ ਤੇ ਹੁੰਦਾ। ਇਨੀਸ਼ੀਅਲੀ ਕਿਚਨਰ ਜਾਣਾ ਸੀਗਾ, ਜਿਮ ਮੋਰਿਸ ਕਲਾਸਿਕ, ਜਿਮ ਮੋਰਿਸ ਹੀ ਇਜ਼ ਨੋ ਮੋਰ, ਬਟ ਉਹਦੀ ਲੈਗੇਸੀ ਦੇ ਵਿੱਚ ਉਹ ਕੰਪੀਟੀਸ਼ਨ ਹੁੰਦਾ, ਲੈਗੇਸੀ ਕੱਪ ਹੁੰਦਾ। ਉਹਨਾਂ ਨੇ ਡੇਟ ਨਹੀਂ ਫਾਈਨਲ ਕੀਤੀ। ਲਾਸਟ ਈਅਰ ਮੇਰੇ ਫਰੈਂਡਸ ਨੇ ਖੇਡਿਆ ਸੀ, ਤਾਂ ਮੈਨੂੰ ਸੀ ਚਲੋ ਗੁੱਡ ਸਟਾਰਟਿੰਗ ਪੁਆਇੰਟ ਆ, ਬਟ ਸੋ ਉਹਦੀ ਹਾਲੇ ਡੇਟ ਅਨਾਊਂਸ ਨਹੀਂ ਹੋਈ, ਸੋ ਅਸੀਂ ਸਕਿਪ ਕਰਕੇ ਸਿੱਧਾ ਹੀ ਉਹ ਮਿੰਡੀ ਉਹ ਸ਼ੋ ਸਿਲੈਕਟ ਕਰ ਲਿਆ 6 ਮਈ ਨੂੰ। ਸੋ ਮੈਂ 5 ਨੂੰ ਜਾਣਾ ਉੱਥੇ, ਟੀਮ ਨੇ ਸਾਰੀ ਨੇ ਚੈੱਕ ਇਨ ਹੋਣਾ, ਵੇਟ ਵਗੈਰਾ, ਓਵਰਨਾਈਟ ਰਵਾਂਗੇ। 6 ਨੂੰ ਫਿਰ ਮੇਰੀ ਸਟੇਜ 'ਤੇ ਐਂਟਰੀ। ਸੋ ਸਵੇਰੇ ਜਦੋਂ ਪ੍ਰੀ ਜਜਿੰਗ ਆ, ਸ਼ਾਮ ਨੂੰ ਫਾਈਨਲਸ ਨੇ, ਅਤੇ ਮੈਂ ਕਲਾਸਿਕ ਫਿਜ਼ੀਕ 'ਚ ਕੰਪੀਟ ਕਰ ਰਿਹਾ। ਓਕੇ, ਬਟ ਸਟਰਕਚਰਲੀ ਇੱਦਾਂ ਕਿ ਕਲਾਸਿਕ ਪ੍ਰਪੋਰਸ਼ਨਸ ਦੀ ਗੱਲ ਕਰੀਏ, ਮੇਰੇ ਕੋਚ ਦੇ ਅਕੋਰਡਿੰਗ ਮੇਰਾ ਸਟਰਕਚਰ ਬੋਡੀ ਓਪਨਸ ਲਈ ਵਧੀਆ, 212 ਕੈਟੇਗਰੀ, 212, ਹਾਂ, ਬਟ ਮੈਂ ਪਰਸਨਲੀ ਕ੍ਰਿਸ ਬਰੂਮ ਇੰਸਪਾਇਰਡ ਕਲਾਸਿਕ ਖੇਡਦੀ, ਸੋ ਐਰ ਕਿ ਮੈਂ ਕਲਾਸਿਕ ਨੂੰ ਟਰਾਈ ਦੇ ਰਿਹਾ। ਓਕੇ, ਅਤੇ ਮੇ ਬੀ ਇਨ ਫਿਊਚਰ ਦੋਨਾਂ ਕੈਟੇਗਰੀਜ਼ 'ਚ ਹੀ ਸਟੈਪ ਕਰਕੇ ਦੇਖਾਂ। ਸੋ ਲੈਟਸ ਸੀ, ਪਹਿਲਾ ਸ਼ੋਅ ਆ, ਅਤੇ ਆਮ 23 ਨਾਓ, 24 ਹੋ ਜਾਣਾ ਸੈਪਟੰਬਰ ਦੇ ਵਿੱਚ। ਤੁਹਾਡੀ ਲੌਂਗ ਜਰਨੀ ਪਈ, ਹਾਲੇ ਸ਼ੁਰੂਆਤ ਆ, ਕਹਿ ਲਓ, ਬਥੇਰੀਆਂ ਗਲਤੀਆਂ ਕਰਕੇ ਸਿੱਖ ਕੇ ਬੜਿਆ। ਮੇਰਾ ਮੇਨ ਗੋਲ ਇਹੀ ਹੈ ਕਿ ਇੱਕ ਤਾਂ ਐਨਾਬੋਲਿਕਸ ਨੂੰ ਲੈ ਕੇ ਅਵੇਅਰਨੈਸ, ਕਿ ਬਹੁਤ ਲੋਕ ਯੂਜ਼ ਕਰਦੇ ਨੇ
ਮੈਜੋਰਿਟੀ ਲੋਕ ਦੇ ਲੁੱਕ ਲਾਈਕ ਸ਼ਿਟ ਕੇ ਉਹ ਲੈਂਦੇ ਵੀ ਨੇ ਚੀਜ਼ਾਂ ਯੂ ਕੈਂਟ ਇਵਨ ਟੈਲ ਕਿ ਉਹ ਜਿਮ ਵੀ ਲਾਉਂਦੇ ਨੇ ਕਿਉਂਕਿ ਉਹਨਾਂ ਦੀ ਜੈਨੇਟਿਕ ਬਹੁਤ ਵੱਡੀ ਚੀਜ਼ ਆ ਜੇ ਤੁਹਾਡੇ ਜੈਨੇਟਿਕਲੀ ਰਿਸਪੌਂਸ ਨਹੀਂ ਨਾ ਹੈਗਾ ਐਨਾਬੋਲਿਕ ਨੂੰ ਯੂ ਕੈਂਟ ਬੀਟ ਇਟ ਬੜੀ ਵਾਰੀ ਹੁੰਦਾ ਉਹ ਜੈਨੇਟਿਕਸ ਬਹਾਨਾ ਹੋਰ ਮਿਹਨਤ ਕਰੋ ਨੋ ਤੁਸੀਂ ਕਿਹੋ ਜਿਹੇ ਦਿਖੋਗੇ ਉਹ ਆਲਰੇਡੀ ਡਿਟਰਮਿੰਡ ਆ ਤੁਹਾਡੇ ਜੈਨੇਟਿਕਸ ਤੁਹਾਡੀ ਮਸਲ ਇਨਸਰਸ਼ਨਸ ਦੀ ਸ਼ੇਪ ਨਹੀਂ ਤੁਸੀਂ ਚੇਂਜ ਕਰ ਸਕਦੇ ਨਾ ਉਹ ਸਾਰਾ ਕੁਝ ਡਿਟਰਮਿੰਡ ਆ ਉਸ ਮੈਕਸਿਮਮ ਕਪੈਸਿਟੀ ਤੱਕ ਤੁਸੀਂ ਪਹੁੰਚਣਾ ਕਿਵੇਂ ਆ ਉਹ ਤੁਹਾਡੇ ਵੀ ਕਿੰਨੇ ਐਫੀਸ਼ੀਐਂਟਲੀ ਪਹੁੰਚੋਗੇ ਕਿੰਨਾ ਟਾਈਮ ਲੱਗੂ ਉਹ ਡਿਪੈਂਡ ਕਰਦਾ ਤੁਹਾਡੀ ਵਰਕਆਊਟ ਟ੍ਰੇਨਿੰਗ ਕੁਆਲਿਟੀ ਤੁਹਾਡੀ ਡਾਈਟ ਕੁਆਲਿਟੀ 'ਤੇ ਕਿ ਹੁਣ ਵੀ ਮੈਂ ਜੇ ਡੇ 1 ਤੋਂ ਲੈ ਕੇ ਆਪਦੀ ਪੀਕ ਤੱਕ ਪਹੁੰਚਣਾ ਬੋਡੀ ਬਿਲਡਿੰਗ ਦੀ ਨੈਚੁਰਲੀ ਜਾਂ ਆਪਦੀ ਫਿਟਨੈਸ ਹੈ ਨਾ ਵੀ ਪੀਕ ਫਿਜ਼ੀਕ 'ਚ ਜਾਣਾ ਨੈਚੁਰਲੀ ਉਹ ਪੀਕ ਫਿਜ਼ੀਕ ਲੁੱਕ ਆਲਰੇਡੀ ਡਿਟਰਮਿੰਡ ਆ ਮੇਰੇ ਜੈਨੇਟਿਕਸ ਇਟਸ ਆਲ ਅਬਾਊਟ ਕਿ ਮੈਂ ਕਿੰਨਾ ਐਫੀਸ਼ੀਐਂਟਲੀ ਪਹੁੰਚੂੰਗਾ ਉੱਥੇ ਤੇ ਕਿੰਨਾ ਇੰਜਰੀ ਫਰੀ ਹੋ ਕੇ ਉਹ ਮੇਰੀ ਡਿਪੈਂਡ ਕਰਦਾ ਕੋਚਿੰਗ ਤੇ ਸੋ ਗੁੱਡ ਕੋਚ ਬੈਡ ਕੋਚ ਦਾ ਇਹੀ ਹੈ ਸੋ ਇਟਸ ਨੈਵਰ ਕਿ ਉਹ ਜੇ ਮੇਰਾ ਟ੍ਰੇਨਿੰਗ ਫੋਲੋ ਕਰਦਾ ਸ਼ਾਇਦ ਮੈਂ ਵਧੀਆ ਦੇਖਦਾ ਨਾ ਤੁਸੀਂ ਕੋਈ ਵੀ ਪ੍ਰੋਗਰਾਮ ਫੋਲੋ ਕਰ ਲਓ ਇਵੈਂਚੁਅਲੀ ਇਫ ਯੂ ਕੀਪ ਕੰਸਿਸਟੈਂਸੀ ਗੁੱਡ ਡਾਈਟ ਐਂਡ ਟ੍ਰੇਨਿੰਗ ਤੁਸੀਂ ਆਪਦਾ ਬੈਸਟ ਤੱਕ ਪਹੁੰਚ ਜਾਓਗੇ ਸਾਲ ਲੇਟ 2 ਸਾਲ ਲੇਟ ਮੇਬੀ ਵਿਦ ਇੰਜਰੀਜ਼ ਮੇਬੀ ਵਿਦਆਊਟ ਉਹ ਡਿਪੈਂਡ ਉਹੀ ਚੀਜ਼ਾਂ ਫੈਕਟਰ ਨੇ ਸੋ ਕਈ ਲੋਕ ਉਹ ਗੁੱਡ ਰਿਸਪੌਂਡਰ ਨਹੀਂ ਹੁੰਦੇ ਦੇ ਆਰ ਵੈਰੀ ਬੈਡ ਰਿਸਪੌਂਡਰ ਉਹਨਾਂ ਨੂੰ ਸਾਈਡ ਇਫੈਕਟਸ ਹੀ ਹੁੰਦੇ ਨੇ ਉਹਨਾਂ ਦੇ ਰਿਜ਼ਲਟ ਨਹੀਂ ਆਉਂਦੇ ਬਿਲਕੁਲ ਜਦੋਂ ਮੈਂ ਗੁੱਡ ਲਾਈਫ ਟ੍ਰੇਨਰ ਸੀ ਮੈਂ ਓਪਨ ਹੋਇਆ ਨਾ ਇਸ ਚੀਜ਼ ਬਾਰੇ ਬੜੇ ਲੋਕ ਬਾਥਰੂਮ 'ਚ ਬਾਈ ਆ ਇਸ਼ੂ ਆ ਬਾਈ ਇਰੈਕਟਾਈਲ ਡਿਸਫੰਕਸ਼ਨ ਉਹ ਵੀ ਓਪਨ ਅਪ ਹੋਣ ਲੱਗ ਪੈਂਦੇ ਆ ਨਾ ਹੌਲੀ ਹੌਲੀ ਕਿਉਂਕਿ ਉਹ ਉਹਨਾਂ ਨੂੰ ਵਿੰਡੋ ਮਿਲ ਗਈ ਤਾਂ ਮੈਂ ਇਸੇ ਕਰਕੇ ਓਪਨ ਹੋਇਆ ਕਿ ਦੇਖਾਂ ਤੇ ਸਹੀ ਤੇ ਉਦੋਂ ਰੀਅਲਾਈਜ਼ ਹੋਇਆ ਹਰ ਦੂਜਾ ਬੰਦਾ ਆਪਣਾ ਦੇਸੀ ਸਮਾਨ ਤੇ ਜਾਂ ਲੈ ਚੁੱਕਾ ਜਾਂ ਲੈਣ ਦੀ ਸੋਚ ਰਿਹਾ ਜਿਹੜਾ ਤੇ ਸੋਚ ਰਿਹਾ ਉਹਨੂੰ ਤਾਂ ਮੈਂ ਆਲਰੇਡੀ ਇਮੇਜ ਦਿਖਾਤੀ ਕਿ ਆਹ ਡਾਰਕ ਸਾਈਡ ਆ ਬਰੋ ਵੀ ਆਹ ਚੀਜ਼ਾਂ ਹੋਣੀਆਂ ਨੇ ਜੇ ਤੈਨੂੰ ਲੱਗਦਾ ਇਹ ਵਰਥ ਇਟ ਆ ਤੇ ਠੀਕ ਆ ਨਹੀਂ ਤਾਂ ਨਾ ਰਿਸਕ ਲੈ ਜਿਹੜਾ ਤੈਨੂੰ ਹੱਲਾਸ਼ੇਰੀ ਦੇ ਰਿਹਾ ਉਹਦੇ ਬੰਨੇ ਪੈਸੇ ਜੇ ਉਹਨੂੰ ਨੌਲੇਜ ਹੋਵੇ ਉਹ ਕਦੀ ਤੈਨੂੰ ਪੁੱਛ ਨਾ ਕਰੇ ਜਾਂ ਤਾਂ ਉਹ ਆਪ ਲੈ ਰਿਹਾ ਉਹਨੂੰ ਵੀ ਨਹੀਂ ਪਤਾ ਤੇ ਜਾਂ ਉਹਦਾ ਸਿਰਫ ਮਨੀ ਇਨਸੈਂਟਿਵ ਹੈ ਹੋਰ ਕੁਛ ਨਹੀਂ ਸੋ ਉਹ ਲੋਕ ਨੇ ਕਈ ਲੈ ਰਹੇ ਨੇ ਤੇ ਹੁਣ ਸਾਈਡ ਇਫੈਕਟਸ ਨਾਲ ਲੜ ਰਹੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਸੋਲੂਸ਼ਨ ਕਿਵੇਂ ਕਰੀਏ ਪੀਸੀਟੀ ਕਿਵੇਂ ਹੁੰਦੀ ਆ ਵਾਸ਼ ਕਰਨਾ ਪੋਸਟ ਸਾਈਕਲ ਥੈਰੇਪੀ ਹੁੰਦੀ ਉਹਦਾ ਪਰਪਸ ਹੁੰਦਾ ਕਿ ਤੁਸੀਂ ਆਪਦੀ ਨੈਚੁਰਲ ਟੈਸਟੋਸਟੈਰੋਨ ਪ੍ਰੋਡਕਸ਼ਨ ਨੂੰ ਰੀਸਟਾਰਟ ਕਰਨਾ ਇਟ ਟੇਕਸ ਮੰਥਸ ਉਹ ਚੀਜ਼ ਕਰਨ ਨੂੰ ਦੇਰ ਇਜ਼ ਨੋ ਗਾਰੰਟੀ ਕਿ ਜੇ ਤੁਸੀਂ ਨੈਚੁਰਲੀ 600 ਲੈਵਲ ਹੀ ਤੁਹਾਡਾ ਟੈਸਟੋਸਟੈਰੋਨ ਦਾ ਨੈਨੋਗ੍ਰਾਮ ਪਰ ਡੈਸੀਲੀਟਰ ਉਹ ਉੱਥੇ ਆ ਜਾਊਗਾ ਵੈਰੀ ਰੇਅਰ ਚਾਂਸ ਕਿ ਤੁਸੀਂ ਫੁੱਲੀ ਰਿਕਵਰ ਕਰੋਗੇ ਐਂਡ ਐਵਰੀ ਟਾਈਮ ਯੂ ਡੂ ਸਾਈਕਲ ਇਨ ਅ ਪੀਸੀਟੀ ਉਹ ਚਾਂਸ ਹੋਰ ਘਟੀ ਜਾਣਾ ਤੇ ਮੈਡੀਕਲੀ ਕੋਈ ਹੈਲਪ ਨਹੀਂ ਮਿਲਣੀ ਡਾਕਟਰ ਨੂੰ ਜਾ ਕੇ ਕਹੂੰਗੇ ਉਹਨੇ ਪਹਿਲਾਂ ਰਿਲੇਟ ਕਰ ਦੇਣਾ ਸਾਰਾ ਕੁਝ ਇਹਦੇ ਨਾਲ ਤੇ ਕਈ ਲੋਕ ਸੈਟਿੰਗ ਕਰਦੇ ਨੇ ਡਾਕਟਰ ਨੂੰ ਕਈ ਬੋਡੀ ਬਿਲਡਰਸ ਜਾਣ ਬੁੱਝ ਕੇ ਸਾਈਕਲ ਤੇ ਜਾਂਦੇ ਨੇ ਫਿਰ ਜਾਣ ਬੁੱਝ ਕੇ ਖੁਦ ਨੂੰ ਪਨਿਸ਼ ਕਰਦੇ ਨੇ ਆਫ ਜਾਣ ਕੇ ਟੈਸਟ ਜਮਾਂ ਲੋ ਆਵੇ ਬਲੱਡ ਚ ਲੋ ਆਵੇ ਤੇ ਡਾਕਟਰ TRT ਪ੍ਰਿਸਕ੍ਰਾਈਬ ਕਰ ਦਿੰਦਾ ਡਾਕਟਰ ਕੋਲ ਖਾਈਏ ਧੱਕੇ ਨਾਲ ਰੀਜ਼ਨ ਉਹ ਜਾਣ ਬੁੱਝ ਕੇ ਸਫਰ ਕਰਦੇ ਨੇ ਕਿ ਮੈਂ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੈਸਾ ਬਚਦਾ ਇੱਕ ਤੇ ਬੋਡੀ ਬਿਲਡਿੰਗ ਕਰਨੀ ਹੁੰਦੀ ਫਾਰਮਾਸਿਊਟੀਕਲ ਗ੍ਰੇਡ ਮਿਲ ਰਹੀ ਜੇ ਤੁਹਾਨੂੰ ਅੰਡਰਗਰਾਉਂਡ ਲੈਬ ਨਾਲੋਂ ਤੁਸੀਂ ਹਮੇਸ਼ਾ ਪ੍ਰੈਫਰ ਕਰੋਗੇ ਸੋ ਮੈਂ ਟਰਾਈ ਕੀਤਾ ਸੀ ਮੈਂ ਵੀ ਬਿਕਾਜ਼ ਓਕੇ ਇਹ ਚਲੋ ਇੱਕ ਹੋਰ ਚੀਜ਼ ਹੋਈ ਮੇਰੇ ਨਾਲ ਜਿਹੜੀ ਚੀਜ਼ ਮੈਂ ਜਿਹਦੇ ਥਰੂ ਮੈਂ ਸਮਾਨ ਲਿਆ ਸੀ ਉਹ ਵਿੱਚੋਂ ਜੇ ਨਿਕਲਿਆ ਫੇਕ ਅੱਛਾ ਗੱਲ ਸਮਾਨੀ ਗੱਲ ਹੈ ਤੇ ਉਹ ਫੇਕ ਸੀ ਟੈਸਟੋਸਟੇਰੋਨ ਦੀ ਵਾਇਲ ਮੈਂ ਲੈਂਦਾ ਰਿਹਾ ਤੇ ਬਿਕਾਜ਼ ਆਈ ਹੈਵ ਬੀਨ ਥਰੂ ਹੈ ਨਾ ਵੀ 2021 2022 'ਚ ਵੀ ਜਦੋਂ ਮੈਂ ਕਿਹਾ ਵੀ ਮੈਂ ਆਫ ਗਿਆ ਪਰ ਮੈਂ PCT ਨਹੀਂ ਕੀਤੀ ਹੈ ਨਾ ਸੋ ਮੈਨੂੰ ਉਹ ਫੀਲਿੰਗ ਯਾਦ ਸੀ ਕਿ ਲੋ ਟੈਸਟੋਸਟੇਰੋਨ 'ਤੇ ਫੀਲ ਕੀ ਹੁੰਦਾ ਤੇ ਮੈਨੂੰ ਲੱਗੀ ਮੈਂ ਕੋਚ ਨੂੰ ਕਹਾਂ ਵੀ ਮੈਂ ਕਿਹਾ ਮੈਨੂੰ ਲੱਗਦਾ ਮੇਰਾ ਗੇਅਰ ਫੇਕ ਹੈ ਬਿਕਾਜ਼ ਆਈ ਨੋ ਦਿਸ ਵੀ ਮੈਨੂੰ ਇੰਨੀ ਡੋਜ਼ 'ਤੇ ਇੰਨਾ ਲੋ ਨਹੀਂ ਫੀਲ ਹੋਣਾ ਚਾਹੀਦਾ ਵੀ ਮੈਂ ਡਿਪਰੈਸ ਜਿਹਾ ਫੀਲ ਕਰ ਰਿਹਾ ਨੀਂਦ ਨਹੀਂ ਆ ਰਹੀ ਬੋਡੀ ਰਿਕਵਰ ਨਹੀਂ ਹੋ ਰਹੀ ਉਹ ਵੀ ਐਨਹੈਂਸ ਹੋਏ ਦੇ ਬਾਵਜੂਦ ਰਿਕਵਰੀ ਘਟਿਆ ਟੈਸਟ ਕਰਾਇਆ ਅਨਡਿਟੈਕਟੇਬਲ ਅੱਛਾ ਇਹ ਨਹੀਂ 79 ਮੇਰਾ ਟੈਸਟੋਸਟੇਰੋਨ ਅੱਛਾ ਤੇ 70-80 ਸਾਲ ਦੇ ਬੁੜੇ ਤੋਂ ਵੀ ਘੱਟ ਹਾਂ ਉਦੋਂ ਰੀਅਲਾਈਜ਼ ਹੋਇਆ ਕਿ ਸ਼ਾਹ ਚੱਕਰ ਉਦੋਂ ਫਿਰ ਮਾਈਂਡ 'ਚ ਆ ਕੇ ਚਲੋ ਮੇ ਵੀ ਡਾਕਟਰ ਨੂੰ ਕਹਿ ਕੂ ਕੇ ਵੀ ਮੇਰਾ ਟੀ ਲੋ ਆ TRT ਪ੍ਰਿਸਕ੍ਰਾਈਬ ਹੋ ਜਾਏ ਪਰ ਇੱਥੇ ਕੈਨੇਡਾ ਸਿਸਟਮ ਬਹੁਤ ਗੰਦਾ ਉਹ ਐਂਡੋਕ੍ਰਿਨੋਲੋਜਿਸਟ ਨੂੰ ਘੱਲਦੇ ਨੇ ਉਹਦੀ ਵੇਟਿੰਗ ਹੁੰਦੀ 8-10 ਮਹੀਨੇ ਅੱਛਾ ਸਾਲਾਂ ਤੋਂ ਵੀ ਜ਼ਿਆਦਾ ਹੁੰਦਾ ਸੋ ਜਿਹਨੂੰ ਤਾਂ ਲੈਜਿਟ ਇਸ਼ੂ ਆ ਉਹ ਤਾਂ ਬੰਦਾ ਗਿਆ ਚਲੋ ਮੇਰਾ ਤਾਂ ਰੀਜ਼ਨੇਬਲ ਸੀ ਮੈਂ ਆਪਣੇ ਆਪ ਹੀ ਸਹੀ ਕਰ ਹੀ ਲੈਣਾ ਸੀ ਪਰ ਜਿਹਨੂੰ ਐਕਚੁਅਲ ਚ ਲੋੜ ਆ ਭਾਜੀ ਸਾਲ ਨਹੀਂ ਵੇਟਿੰਗ ਚ ਤੁਹਾਨੂੰ ਵਾਰੀ ਆਉਂਦੀ ਉਹਨਾਂ ਚਿਰ ਉਹ ਸਫਰ ਹੀ ਕਰਦਾ ਬੰਦਾ ਜਾਂ ਤੱਕ ਕਿ ਅੰਡਰਗਰਾਉਂਡ ਸਮਾਨ ਲਊਗਾ ਤੇ ਜਾਂ ਸਫਰ ਹੀ ਕਰਦਾ ਰਹੂ ਲੋ ਟੈਸਟੋਸਟੇਰੋਨ ਡਿਪਰੈਸ਼ਨ ਜਾਂ ਕਈ ਮੈਂਟਲੀ ਫਿਰ ਸੁਸਾਈਡ ਕਰਦੇ ਲੋਕ ਮੈਂਟਲੀ ਪ੍ਰੋਬਲਮ ਤਾਂ ਫਿਰ ਜ਼ਿਆਦਾ ਵੱਧ ਜਾਂਦੀ ਹੈ ਨਾ ਕੋਈ ਵੀ ਹੋਵੇ ਪ੍ਰੋਬਲਮ ਜੇ ਤੁਹਾਡਾ ਟੈਸਟੋਸਟੇਰੋਨ ਲੋ ਲਾਈਕ ਯੂ ਕੈਂਟ ਇਵਨ ਇਮੈਜਿਨ ਲਾਈਕ ਦ ਵਰਸਟ ਤੁਹਾਡੀ ਮੈਂਟਲ ਹੈਲਥ ਜਾਂ ਸੋ ਕਲੋਜ਼ਿੰਗ ਰਿਮਾਰਕ ਭਾਜੀ ਇਹੀ ਮੈਂ ਕਹੂੰਗਾ ਵੀ ਜਿਹਨੂੰ ਹੈ ਨਾ ਜੇ ਤੁਸੀਂ ਰੀਕ੍ਰੀਏਸ਼ਨਲ
ਯੂਜ਼ ਕਰਨਾ ਫਿਰ ਨਾ ਕਰੋ ਹਨਾ, ਕਦੇ ਵੀ ਨਹੀਂ। ਜੇ ਤੁਸੀਂ ਕੰਪੀਟ ਕਰਨਾ ਆ, ਤੁਹਾਡੀ ਏਜ ਹੈਗੀ ਆ ਹਨਾ, ਬਿਲਕੁਲ, ਤੇ ਤੁਸੀਂ ਸੋਚ ਸਕਦੇ ਹੋ। ਸਹੀ ਗਾਈਡੈਂਸ ਸਭ ਤੋਂ ਪਹਿਲੀ ਚੀਜ਼। ਜੇ ਜਸਟ ਲੁਕਸ ਲਈ ਕਰ ਰਹੇ ਹੋ, ਦੇਖੋ ਮਿਹਨਤ ਉਨੀ ਆ। ਹੁਣ ਮੇਰੀ ਇਹ ਆ, ਮੈਂ ਐਨਹੈਂਸਡ ਆ, ਯੈਸ 1300 ਕੈਲਰੀਜ਼ ਤੇ ਆ, 3 ਘੰਟੇ ਰੋਜ਼ ਕਾਰਡੀਓ ਆ ਐਂਡ ਵਰਕਆਊਟ ਆ, ਪਲੱਸ ਕਲਾਇੰਟਸ ਨੂੰ ਟ੍ਰੇਨ ਕਰਨਾ, ਪਲੱਸ ਆਰਟੀਫੈਕਟ ਸਟੱਡੀ ਕਰਨਾ। ਸੋ ਉਹ 3 ਘੰਟੇ ਕਾਰਡੀਓ ਐਂਡ 1300 ਕੈਲਰੀ ਜੇ ਬੰਦਾ ਆਮ ਬੰਦਾ ਵੀ ਕਰੇ ਨਾ, ਸ਼ੇਪ 'ਚ ਉਹਨੇ ਵੀ ਆ ਜਾਣਾ। ਗੱਲ ਹੋਰ ਆ, ਮੈਂ ਐਨਹੈਂਸ ਆ 1300 ਕੈਲਰੀ ਦੇ ਹੋਣ ਦੇ ਬਾਵਜੂਦ ਮੇਰਾ ਮਸਲ ਮਾਸ ਲੋਸ ਨਹੀਂ ਹੋ ਰਿਹਾ। ਇਹ ਇੱਕ ਫਾਇਦਾ ਐਨਹੈਂਸਮੈਂਟ ਦਾ। ਤੇ 3 ਘੰਟੇ ਕਾਰਡੀਓ ਕਰਕੇ ਵੀ ਮੈਂ ਰਿਕਵਰ ਹੋ ਜਾਂਦਾ। ਥੱਕਿਆ ਜ਼ਰੂਰ ਹੋਣਾ, ਪਰ ਮਿਹਨਤ ਮੈਨੂੰ ਕਰਨੀ ਹੀ ਪੈ ਰਹੀ ਹੈ। ਇਟਸ ਨੋਟ ਕਿ ਮੈਂ ਸਮਾਨ ਲਿਆ, ਮੈਂ ਸੁੱਤਾ ਉੱਠਿਆ ਤੇ ਮੈਂ ਲੀਨ ਨਾ। ਕ੍ਰੈਡਿਟ ਮੇਨ ਹਾਰਡ ਵਰਕ ਆਪਣਾ। ਉਹੀ ਹੈ ਨਾ, ਆਪਣੇ ਥੋੜੇ ਕਮਿਊਨਿਟੀ 'ਚ ਇਹ ਵੀ ਹੈ ਨਾ, ਹਾਰਡ ਵਰਕ ਨੂੰ ਐਪਰੀਸ਼ੀਏਟ ਨਹੀਂ ਕਰਦੇ। ਜੇ ਤੁਸੀਂ ਸਮਾਨ ਲੈ ਰਹੇ ਹੋ, ਯੂ ਸਟਿਲ ਹੈਵ ਟੂ ਲਿਫਟ ਦਾ ਵੇਟਸ ਨਾ, ਤੁਹਾਨੂੰ ਫੇਰ ਵੀ ਵਰਕਆਊਟ ਕਰਨਾ ਹੀ ਪੈਣਾ। ਅਲਾਓ ਕਰਦਾ ਕਿ ਮੈਂ ਹੈਵੀ ਜਾਵਾਂ, ਇੰਟੈਂਸ ਜਾਵਾਂ, ਉਹ ਜਾਣਾ ਤੇ ਪੈਣਾ ਹੀ, ਸਵੇਰੇ ਉੱਠ ਕੇ ਤਾਂ ਜਾਣਾ ਪੈਣਾ। ਵਰਕਆਊਟ ਕਾਰਡੀਓ ਤੇ ਕਰਨਾ, ਡਾਈਟ ਤੇ ਕਰਨੀ ਪੈਣੀ। ਤੇ ਮੈਂ ਜੇ ਨਾ ਕਰਾਂ, ਮੇਰਾ ਹੋਰ ਵੀ ਉਹ ਲਾਹਨਤ ਵਾਲੀ ਗੱਲ ਆ। ਸਹੀ ਗੱਲ, ਉਹ ਚੀਜ਼ ਆ। ਸੋ ਮੈਂਟਲੀ ਸਫਰ ਵੀ ਕਰ ਰਹੇ ਆ, ਜਿਹੜੇ ਵੀ ਸਟੇਰੋਇਡਸ ਦੇ ਮੈਂਟਲ ਸਾਈਡ ਇਫੈਕਟਸ ਨੇ। ਫਿਰ ਉੱਤੋਂ ਲੋ ਡਾਈਟ ਕਰਕੇ ਸਾਰਾ ਦਿਨ ਲੋ ਐਨਰਜੀ, ਅਗਰੈਸਿਵ, ਇਰੀਟੇਟਡ, ਇੰਨਾ ਕਾਰਡੀਓ ਕਰਕੇ ਉੱਦਾਂ ਫਿਜ਼ੀਕਲੀ ਥੱਕਿਆ। ਸੋ ਉਹ ਸਾਰਾ ਕੁਝ ਡੀਲ ਕਰਨਾ ਹੀ ਪੈਣਾ ਤੁਹਾਨੂੰ। ਸੋਚ ਸਮਝ ਕੇ ਚੂਜ਼ ਕਰੋ। ਇਟਸ ਨਾਟ ਲਾਈਕ ਤੁਸੀਂ ਇੱਕ ਵਾਰੀ ਲੈ ਐਂਡ ਦੈਨ ਯੂ ਲਾਈਕ ਨਾ, ਯੂ ਨੈਵਰ ਨੋ ਤੁਹਾਡੀ ਬੋਡੀ ਦੇ ਲਾਈਕ ਜੈਨੇਟਿਕਸ ਕਿੱਦਾਂ, ਕੀ ਰਿਸੈਪਸ਼ਨ ਆ, ਐਂਡ ਤੁਸੀਂ ਕੀ ਲੈਣ ਲੱਗੇ ਹੋ ਤੁਹਾਨੂੰ ਨਹੀਂ ਜੇ ਪਤਾ ਨਾ, ਯੂ ਨੈਵਰ ਨੋ, ਇਟ ਵਿਲ ਫੱਕ ਯੂ ਅਪ ਫੋਰਐਵਰ। ਇਹ ਤਾਂ ਗੱਲ ਹੈ। ਹਾਂਜੀ, ਬਾਈ ਹੁਣਾਂ ਦੇ ਇੰਸਟਾਗ੍ਰਾਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਆ, ਤੇ ਤੁਸੀਂ ਬਾਈ ਹੁਣਾਂ ਨੂੰ ਜੇ ਤੁਹਾਡਾ ਕੋਈ ਸਵਾਲ ਹੈਗਾ ਆ, ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਉਹਨਾਂ ਨੂੰ ਮੈਸੇਜ ਕਰ ਸਕਦੇ ਆ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ, ਤੇ ਮਿਲਦੇ ਹਾਂ ਅਗਲੇ ਪੋਡਕਾਸਟ ਦੇ ਵਿੱਚ।